ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਨੂਰ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ, ਵੈਬ ਚੈਨਲ ਮਾਧਿਅਮ ਰਾਹੀਂ ਜੁੜੇ ਸਾਰੇ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਜਿਵੇਂ ਆਪ ਸਭਨਾਂ ਨੂੰ ਪਤਾ ਆ ਕਿ ਪੰਥਕ ਮੁੱਦਿਆਂ ਦੇ ਉੱਤੇ ਜ਼ਰੂਰ ਆਪਾਂ ਵਿਚਾਰ ਕਰਦੇ ਰਹਿੰਦੇ ਹਾਂ ਤੇ ਆਪ ਸੰਗਤਾਂ ਦੇ ਨਾਲ ਜਿਹੜਾ ਵਿਸ਼ਾ ਜਿਹਦਾ ਰੱਖਿਆ ਗਿਆ ਸੀਗਾ ਉਹ ਇਹ ਸੀਗਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਦੇ ਜੀਵਨ ਦੇ ਵਿੱਚ ਸਰਬੱਤ ਦੇ ਭਲੇ ਦੇ ਵਾਸਤੇ ਸਰਬੱਤ ਦੇ ਭਲੇ ਦਾ ਜੋ ਕਾਨਸੈਪਟ ਦਿੱਤਾ ਆ, ਆਪਣੀ ਜ਼ਿੰਦਗੀ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਤੇ ਕੱਢ ਕੇ ਉਸ ਦਸਵੰਧ ਨੂੰ ਗਰੀਬ ਦੇ ਮੁੱਖ ਦੇ ਵਿੱਚ ਪਾਉਣਾ ਔਰ ਉਸ ਦਸਵੰਧ ਦੇ ਨਾਲ ਜਿਹੜਾ ਜ਼ਰੂਰਤਮੰਦਾਂ ਦੀ ਮਦਦ ਕਰਨੀ। ਇਹ ਜਿਹੜਾ ਸਿੱਖ ਕੌਮ ਦੇ ਵਿੱਚ ਕੌਨਸੈਪਟ ਦਿੱਤਾ ਆ। ਔਰ ਜੇ ਅਗਰ ਆਪਾਂ ਦੇਖੀਏ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਇਸ ਵਕਤ ਪੱਬਾਂ ਭਾਰ ਹੋਈਆਂ ਨੇ ਤੇ ਉਹ ਇਸ ਘੜੀ ਦੇ ਵਿੱਚ ਜਿਹੜੇ ਹਾਲਾਤ ਹੁਣ ਚੱਲ ਰਹੇ ਨੇ, ਇਹਨਾਂ ਹਾਲਾਤਾਂ ਦੇ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਡਾਲ ਕੇ ਉਹਨਾਂ ਪਰਿਵਾਰਾਂ ਦੀ ਮਦਦ ਦੇ ਵਾਸਤੇ ਅੱਗੇ ਨੂੰ ਉੱਭਰ ਕੇ ਆਏ ਨੇ, ਜਿਹੜੇ ਪਰਿਵਾਰ 2 ਵਕਤ ਦੇ ਪ੍ਰਸ਼ਾਦੇ ਵਾਸਤੇ ਮੁਹਤਾਜ ਹੋਏ ਨੇ। ਡੇਲੀ ਬੇਸਿਸ ਦੇ ਉੱਤੇ ਜਿਹੜੇ ਹੈਂਡ ਟੂ ਮਾਊਥ ਖਰਚੇ ਚੱਲਦੇ ਸਨ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਰਤਾਰੇ ਦੇ ਵਿੱਚ ਮੈਂ, ਜਿਵੇਂ ਤੁਹਾਨੂੰ ਪਤਾ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਾਡੇ ਨਾਲ ਅਕਸਰਕਾਰ ਸਿੱਖ ਕੌਮ ਦੇ ਵਿੱਚ ਅਜਿਹਾ ਪ੍ਰਚਾਰ ਕਰਦੇ ਰਹਿੰਦੇ ਨੇ, ਜਿਹਦੇ ਵਿੱਚ ਉਹਨਾਂ ਦੀ ਪੁਰਜੋਰ ਅਪੀਲ ਹੁੰਦੀ ਆ ਇਸ ਗੱਲ ਨੂੰ ਲੈ ਕੇ ਕਿ ਸਾਧਾਂ ਨੇ ਪੰਥ ਖਾ ਲਿਆ, ਸੰਪਰਦਾਵਾਂ ਨੇ ਪੰਥ ਖਾ ਲਿਆ, ਇਹ ਪੁਜਾਰੀਆਂ ਨੇ ਪੰਥ ਖਾ ਲਿਆ, ਇਹ ਬੇਈਮਾਨੀ ਠੱਗਾਂ ਨੇ ਸਿੱਖ ਕੌਮ ਤਬਾਹ ਕਰ ਦਿੱਤੀ। ਅੱਜ ਇਸ ਘੜੀ ਦੇ ਵਿੱਚ ਜਿਹੜੇ ਹਾਲਾਤਾਂ ਦਾ ਵਰਤਾਰਾ ਚੱਲ ਰਿਹਾ ਆ, ਇਸ ਘੜੀ ਦੇ ਵਿੱਚ ਇਹ ਸੰਤ ਸੰਪਰਦਾਵਾਂ ਪਕਾ ਕੇ ਰੋਟੀਆਂ ਤੇ ਪਾ ਕੇ ਬਗਲੀ 'ਚ ਦੂਜੇ ਪਾਸੇ ਹੱਥ ਵਿੱਚ ਬਾਲਟੀ ਦਾਲ ਵਾਲੀ ਫੜ ਕੇ ਦਰ ਦਰ ਬੂਹੇ ਖੜਕਾਉਂਦੀਆਂ ਫਿਰਦੀਆਂ ਨੇ। ਸੋ ਪੁੱਛ ਰਹੇ ਨੇ, ਕੋਈ 84 ਲੱਖ ਜੂਨ ਦੇ ਵਿੱਚ ਭੁੱਖਾ ਤਾਂ ਨਹੀਂ ਬੈਠਾ? ਕੋਈ ਭੁੱਖਾ ਤਾਂ ਨਹੀਂ ਬੈਠਾ? ਗੁਰੂ ਨਾਨਕ ਦਾ ਲੰਗਰ ਖੁੱਲਿਆ ਹੋਇਆ ਆ। ਮੈਂ ਬੇਨਤੀ ਕਰ ਦੇਵਾਂ ਆਪ ਸੰਗਤ ਨੂੰ ਕਿ ਆਪ ਜੀ ਇਸ ਪੋਸਟ ਨੂੰ ਪਲੀਜ਼ ਜ਼ਰੂਰ ਸ਼ੇਅਰ ਕਰੋ। ਸੋ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਵੱਲੋਂ ਲੰਮੀ ਦੇਰ ਤੋਂ ਇੱਕ ਕਾਰੋਬਾਰ ਚਲਾਇਆ ਜਾ ਰਿਹਾ ਆ। ਵੱਡੇ ਪੱਧਰ ਦੇ ਉੱਤੇ ਸੰਗਤ ਉਹਨੂੰ ਸੱਚ ਦਾ ਪੁਜਾਰੀ ਜਾਂ ਸੱਚ ਦਾ ਪ੍ਰਚਾਰ ਮੰਨ ਕੇ ਨਜ਼ਰਅੰਦਾਜ਼ ਕਰੀ ਜਾ ਰਹੀ ਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਇੱਕ ਕਾਰੋਬਾਰ ਚੱਲ ਰਿਹਾ ਆ। ਜਦੋਂ ਅੱਜ ਸਾਰੀਆਂ ਸੰਸਥਾਵਾਂ, ਚਾਹੇ ਉਹ ਰਾੜਾ ਸਾਹਿਬ ਵਾਲੇ ਨੇ, ਚਾਹੇ ਉਹ ਰਤਵਾੜਾ ਸਾਹਿਬ ਵਾਲੇ ਨੇ, ਚਾਹੇ ਉਹ ਨਾਨਕਸਰ ਵਾਲੇ ਨੇ, ਚਾਹੇ ਉਹ ਭੁੱਚੋ ਵਾਲੇ ਨੇ, ਚਾਹੇ ਉਹ ਲੂਲੋ ਵਾਲੇ ਨੇ, ਚਾਹੇ ਉਹ ਨਿਰਮਲੇ ਆ, ਚਾਹੇ ਉਹ ਉਦਾਸੀ ਆ, ਚਾਹੇ ਉਹ ਹਰਖੋਵਾਲ ਵਾਲੇ ਨੇ, ਚਾਹੇ ਉਹ ਰਾਮਪੁਰ ਖੇੜੇ ਵਾਲੇ ਨੇ, ਚਾਹੇ ਉਹ ਟਕਸਾਲ ਵਾਲੇ ਗੁਰਮੁਖ ਨੇ, ਤੇ ਚਾਹੇ ਸ਼੍ਰੋਮਣੀ ਕਮੇਟੀ ਵਾਲੇ ਨੇ, ਉਹ ਸਾਰਿਆਂ ਨੇ ਸੜਕ ਤੇ ਜ਼ਮੀਨੀ ਪੱਧਰ ਦੇ ਉੱਤੇ ਆਣ ਕੇ ਜਿਹੜੀ ਇਸ ਘੜੀ ਦੇ ਵਿੱਚ ਲੋਕਾਂ ਦੀ, ਆਮ ਦੁਨੀਆ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਕਿ ਕੋਈ ਪੰਜਾਬ ਦੀ ਧਰਤੀ ਉੱਤੇ ਭੁੱਖਾ ਨਾ ਸੁੱਤਾ ਹੋਵੇ।
ਤੇ ਜਿਹੜਾ ਗਿਆਨ ਭਾਈ ਸਾਹਿਬ ਜੀ ਸਟੇਜ ਤੋਂ ਦਿੰਦੇ ਆ, ਤੇ ਇੱਕ ਉਹ ਆਪਣੀ ਸੱਜੀ ਹੱਥ ਦੀ ਉਂਗਲ ਤੇ ਅੰਗੂਠੇ ਨੂੰ ਜੋੜ ਕੇ ਤੇ ਗੋਲਕ ਧਾਰਾ ਜਿਹਾ ਬਣਾ ਕੇ ਜਿੱਦਾਂ ਦੂਰਬੀਨ ਘੁਮਾਈ ਦੀ ਆ ਗਾਂਹ ਪਿਛਾਂ ਕਰਦੇ। ਜੇ ਮੇਰੀ ਗੱਲ ਪ੍ਰੈਕਟੀਕਲ ਨਾ ਹੋਵੇ ਤੇ ਫੇਰ ਗੱਲ ਕਰਿਓ। ਹੁਣ ਦੱਸੋ ਕਿ ਪਰਮੇਸ਼ਰ ਦੁਆਰ ਸੰਸਥਾ ਜਿਹੜੀਆਂ ਬੋਰੀਆਂ ਭਰ ਕੇ ਲੋਕਾਂ ਦੇ ਘਰੋਂ ਅਗਰਾਈ ਮੰਗਣ ਜਾਂਦੇ ਆ, ਪੰਜਾਬ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਲੰਗਰ ਦੀ ਸੇਵਾ ਚੱਲ ਰਹੀ ਹੈ ਉਹਨਾਂ ਦੀ? ਕਰੋ, ਆ ਫੋਨ ਨੰਬਰ ਉੱਪਰ ਤੁਹਾਨੂੰ ਦਿੱਤਾ ਹੋਇਆ ਇਸੇ ਪੋਸਟ ਦੇ ਉੱਤੇ। ਜੇ ਤੁਸੀਂ ਨਾ ਭਾਈ ਆ ਜਿਹੜੀ ਫੋਟੋ ਦਿਖਾਈ ਦੇ ਰਹੀ ਆ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ, ਤੇ ਜੇ ਇਹਨਾਂ ਦੇ ਗੋਡੇ ਦੇ ਉੱਤੇ ਉਂਗਲ ਲਾਉਂਗੇ ਮੜ ਜੀ, ਤੇ ਤੁਹਾਨੂੰ ਉੱਪਰਲੇ ਪਾਸੇ ਫੋਨ ਦਿਖਾਈ ਦੇਣਾ। ਜਦੋਂ ਫੋਨ ਦਿਖਾਈ ਦੇਵੇਗਾ ਤੇ ਉਹਦੇ ਉੱਤੇ ਕਾਲ ਕਰਕੇ ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਦੱਸੋ ਵੀ ਭਾਈ ਸਾਹਿਬ ਦੀ ਜਿਹੜੀ ਪ੍ਰੈਕਟੀਕਲ ਗਿਆਨ ਆ ਕੀ ਹੁਣ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਕੀ ਚੱਲ ਰਿਹਾ। ਭਾਈ ਮਲਕੀਤ ਸਿੰਘ ਜੀ, ਆਪ ਜੀ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਕੀ ਹਾਲ ਚਾਲ ਹੈ ਜੀ? ਬਸ ਕਿਰਪਾ ਜੀ ਮਹਾਰਾਜ, ਤੁਸੀਂ ਸੁਣਾਓ ਕਿੱਦਾਂ? ਮਿਸਫਾਇਰ ਮਾਰ ਦਿੱਤਾ ਅੱਜ ਤੁਸੀਂ। ਹਾਂਜੀ, ਮੈਂ ਥੋੜੀ ਜਿਹੀ ਆਪਣੇ ਮਾਫੀ ਵੀ ਚਾਹੁੰਦਾ ਜੀ, ਕਿਉਂਕਿ ਤੁਹਾਡਾ ਮੈਸੇਜ ਮੈਨੂੰ ਮਿਲਿਆ ਸੀਗਾ ਜੀ, ਤੇ ਮੈਂ ਥੋੜਾ ਜਿਹਾ ਰੁਝੇਵੇਂ ਦੇ ਵਿੱਚ ਹੋਣ ਦਾ ਕਰਕੇ। ਬਾਕੀ ਜਿਹੜਾ ਅੱਜ ਦਾ ਟੌਪਿਕ ਤੁਸੀਂ ਲਿਆ ਸੀਗਾ ਜੀ, ਤੇ ਇਹਦੇ ਨਾਲ ਨਾ ਜੁੜਨੀਆਂ ਮੇਰੇ ਕੋਲ ਇੱਕ ਦੋ ਗੱਲਾਂ ਸੀ ਜਿਹੜੀਆਂ ਮੈਂ ਸੰਗਤ ਦੇ ਅੱਗੇ ਰੱਖਣੀਆਂ ਚਾਹੁੰਦਾ ਸੀ ਜੀ। ਤੇ ਪਰ ਮੈਂ ਗੱਲ ਥੋੜੀ ਜਿਹੀ ਬਾਬੇ ਪਿੱਛੋਂ ਸ਼ੁਰੂ ਕਰਨਾ ਚਾਹੁੰਦਾ ਸੀ, ਜੇ ਤੁਸੀਂ ਥੋੜੀ ਜਿਹੀ ਮੈਨੂੰ ਇਜਾਜ਼ਤ ਦਿਓ। ਹਨਾ ਮਹਾਰਾਜ, ਸਾਰਾ ਦਾਸ ਦੇ ਇੱਕ ਪਾਸੇ ਬਹਿ ਗਿਆ, ਹੁਣ ਜਥੇਦਾਰੀ ਸਾਰੀ ਤੁਹਾਡੇ ਕੋਲ ਆ। ਤੁਸੀਂ ਸਾਰਾ ਪ੍ਰੋਗਰਾਮ ਨੂੰ ਮਹਾਰਾਜ ਕਰਨਾ ਹੈ ਜੀ। ਜਿੰਨਾ ਚਿਰ ਕੋਈ ਗੱਡੀ ਲੰਘਦੀ ਹੈ ਨਾ ਤੇ ਕੁੱਤਾ ਬਾਰ-ਬਾਰ ਉਸ ਗੱਡੀ ਦੇ ਆਲੇ ਦੁਆਲੇ ਭੌਂਕ ਕੇ ਤੇ ਇਹ ਗੱਲ ਕਹਿ ਦੇਵੇ ਇਹ ਇਲਾਕਾ ਮੇਰਾ ਆ ਜੀ, ਉਹਨਾਂ ਚਿਰ ਉਹਨੂੰ ਇਗਨੋਰ ਕੀਤਾ ਜਾ ਸਕਦਾ ਜੀ। ਪਰ ਜੇ ਉਹ ਬਿਲਕੁਲ ਅੱਤ ਖੁਦਾ ਦੇ ਵੈਰ ਵਾਲੀ ਗੱਲ ਕਰਕੇ ਤੇ ਉਹਦੇ ਤੇ ਲੂੰਦਰਾ ਮਾਰਨਾ ਸ਼ੁਰੂ ਕਰ ਦੇਵੇ, ਫਿਰ ਡਾਂਗ ਤੁਹਾਨੂੰ ਚੱਕਣੀ ਪੈਂਦੀ ਹੈ ਜੀ, ਜੀ। ਜਦੋਂ ਹਲਕ ਜਾਵੇ ਤਾਂ ਫਿਰ ਡਾਂਗ ਚੱਕਣੀ ਪਊਗੀ ਜੀ। ਤੁਸੀਂ ਜਾਣਦੇ ਹੋ ਇਸ ਗੱਲ ਨੂੰ। ਮੈਂ ਆਵਾਜ਼ੇ ਕੌਮ ਦੇ ਉੱਤੇ ਵੀ ਇਹ ਗੱਲ ਨਸ਼ਰ ਕੀਤੀ ਸੀ। ਆਪਾਂ ਇੱਥੇ ਵੀ ਇੱਕ ਪ੍ਰੋਗਰਾਮ ਕਰਾਂਗੇ ਜਿਹਦੇ ਵਿੱਚ ਆਪਾਂ ਦੱਸਾਂਗੇ ਵੀ ਕਿੰਨੀ ਹਲੀਮੇ ਦੇ ਨਾਲ ਆਪਾਂ ਜਿਹੜਾ ਸੀ ਉਹ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਇਹ ਕਿਸੇ ਸਟੇਜ ਤੇ ਬਹਿ ਕੇ ਗੱਲ ਕਰ ਲੈਣ। ਜੀ, ਜੀ। ਪਰ ਇਹਨਾਂ ਨੇ ਭਾਈ ਸਾਹਿਬ ਹੁਣਾਂ ਨੇ ਹਰ ਇੱਕ ਉਸ ਤਰੀਕੇ ਨੂੰ ਇਗਨੋਰ ਕਰਦਿਆਂ ਹੋਇਆ ਆਪਣੇ ਆਪ ਨੂੰ ਉਸ ਸੜਕ ਦੇ ਉੱਤੇ ਜਿੱਥੇ ਖੜ ਕੇ ਭੌਂਕ ਰਹੇ ਸੀ ਉਹਨੂੰ ਆਪਣੀ ਪ੍ਰਾਪਰਟੀ ਮੰਨ ਕੇ ਬਹਿ ਗਏ ਜੀ। ਤੇ ਸਾਨੂੰ ਉਹਦੇ ਨਾਲ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਭਾਈ ਸਾਹਿਬ ਹੁਣ ਔਕਾਤ ਭੁੱਲ ਕੇ ਅਗਲੀ ਗੱਲ ਕਰਨ ਲੱਗ ਪਏ। ਮੈਂ ਥੋੜੀ ਜਿਹੀ ਇਹਨਾਂ ਦੀ ਨਾ ਗੱਲ ਸੁਣੀ ਸੀ, ਉਹਦਾ ਰੋਹ ਆ ਮੇਰੇ ਦਿਲ 'ਚ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਭਾਈ ਸਾਹਿਬ ਹੁਣੇ ਪਹਿਲੇ ਨੰਬਰ ਦੇ ਉੱਤੇ ਦੇਖੋ ਜਿਹੜਾ ਸਾਡਾ ਇਤਿਹਾਸ ਹੈ ਉਹ ਸਾਨੂੰ ਕੀ ਦੱਸਦਾ ਜੀ। ਸਾਡੇ ਇਤਿਹਾਸ ਦੇ ਵਿੱਚ ਆਉਂਦਾ ਆ ਵੀ ਮੈਂ ਇੱਕ ਮੁਸਲਮਾਨ ਵੀਰ ਦੀ ਗੱਲ ਤੋਂ ਸ਼ੁਰੂ ਕਰਦਾ। ਉਹਨੇ ਕਿਤਾਬ ਲਿਖਣੀ ਸ਼ੁਰੂ ਕੀਤੀ ਤਾਂ ਸਿੱਖਾਂ ਨੂੰ ਕੁੱਤੇ ਲਿਖਦਾ ਗਿਆ ਜੀ, ਜੀ। ਪੂਰੀ ਆਪਦੀ ਕਿਤਾਬ ਦੇ ਵਿੱਚ ਜੀ, ਵੀ ਸਿੱਖ ਕੁੱਤੇ ਨੇ। ਜਦੋਂ ਲਿਖਦਾ ਐਂਡ ਤੇ ਪਹੁੰਚਾ ਤੇ ਉਹਨੂੰ ਆਪਦੇ ਨਬੀ ਦਾ ਖਿਆਲ ਆਇਆ ਜੀ। ਉਹਨੂੰ ਆਪਣੇ ਨਬੀ ਦਾ ਖਿਆਲ ਆਇਆ। ਉਹ ਕਹਿੰਦਾ ਮੇਰਾ ਨਬੀ ਕਿੰਨਾ ਸੋਹਣਾ ਹੋਵੇਗਾ ਜਿਹੜਾ ਉਹ ਜਦੋਂ ਸੜਕਾਂ ਤੇ ਨਿਕਲਦਾ ਸੀ ਤੇ ਔਰਤਾਂ ਜਿਹੜੀਆਂ ਸੀ ਉਹ ਇੰਨੇ ਸੋਹਣੇ ਸੀਗੇ ਵੀ ਔਰਤਾਂ ਸਬਜ਼ੀ ਕੱਟਦਿਆਂ ਦੇ ਹੱਥ ਵੀ ਕਟਵਾ ਲੈਂਦੀਆਂ ਸੀ ਜੀ। ਤੇ ਔਰ ਜਦੋਂ ਉਹਨੇ ਆਪਣੇ ਨਬੀ ਬਾਰੇ ਇਹ ਗੱਲ ਸੋਚੀ ਤੇ ਉਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਖਿਆਲ ਆਇਆ ਜੀ। ਤੋ ਇੱਕਦਮ ਉਹ ਕਹਿੰਦਾ ਵੀ ਲਾਹੌਰ ਵਾਲਾ ਕੁਵਰ ਬਈ ਕਾਮ ਬਸ ਹੋ ਕੇ ਜਨਾਨੀਆਂ ਨੇ ਤਾਂ ਬਹੁਤ ਵਾਰੀ ਹੱਥ ਪੈਰ ਕਟਵਾਏ ਹੋਣਗੇ, ਮਰਦਾਂ ਨੇ ਕਟਵਾਏ ਹੋਣਗੇ ਔਰਤਾਂ ਪਿੱਛੇ, ਪਰ ਸਿੱਖਾਂ ਦਾ ਗੁਰੂ ਕਿੰਨਾ ਸੋਹਣਾ ਹੋਵੇਗਾ ਜੀ, ਜਿਹਦੇ ਸਾਹਮਣੇ ਬੈਠ ਕੇ ਮਰਦ ਵੀ ਆਪਣਾ ਬੰਦ ਕਟਵਾ ਕੇ ਦੇਗਾਂ 'ਚ ਉਬਾਲੇ ਗਏ, ਰੂੰ 'ਚ ਬਿਠਾ ਕੇ ਸਾੜ ਦਿੱਤੇ ਗਏ। ਜੀ, ਜੀ। ਉਹ ਕੈਸਾ ਗੁਰੂ, ਉਹ ਕੈਸਾ ਸੋਹਣਾ ਹੋਵੇਗਾ ਗੁਰੂ। ਜੀ, ਜੀ। ਤੇ ਫਿਰ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਜਿਨ੍ਹਾਂ ਨੂੰ ਮੈਂ ਕੁੱਤੇ ਕਹਿੰਦਾ ਰਿਹਾ ਉਹ ਸ਼ੇਰ ਨੇ। ਫਿਰ ਕਹਿੰਦਾ ਸ਼ੇਰ ਨਹੀਂ, ਉਹ ਬੱਬਰ ਸ਼ੇਰ ਨੇ। ਫਿਰ ਕਹਿੰਦਾ ਨਹੀਂ, ਇਹਨਾਂ ਦੀ ਉਸਤਤ ਦੇ ਵਿੱਚ ਲਫ਼ਜ਼ ਹੀ ਨਹੀਂ ਉਚਾਰੇ ਜਾ ਸਕਦੇ, ਇਹ ਉਸਤਤ ਤੋਂ ਬਾਹਰ ਨੇ। ਕੀ ਬਾਤ ਹੈ, ਕੀ ਬਾਤ ਹੈ। ਉਹਨਾਂ ਦੇ ਲਈ ਭਾਈ ਰਣਜੀਤ ਸਿੰਘ ਇਹ ਗੱਲ ਕਹੇ ਕਿ ਉਹਨਾਂ ਨੂੰ ਅਗਲੇ ਲਾਰੇ ਲਾ ਕੇ ਤੇ ਆਰੇ ਵੀ ਚਲਾ ਦਿੱਤੇ ਗਏ। ਠੀਕ ਆ ਜੀ।
ਤੇ ਮੈਂ ਰਣਜੀਤ ਸਿੰਘ ਨੂੰ ਜਵਾਬ ਦੇਣਾ ਚਾਹੁੰਦਾ ਵੀ ਰਣਜੀਤ ਸਿੰਘ ਉਹਨਾਂ ਨੂੰ ਅਗਲੇ ਲਾਰੇ ਲਾ ਕੇ ਨਹੀਂ ਚੁਰਾਏ ਗਏ ਸੀ। ਉਹਨਾਂ ਨੇ ਇੱਥੇ ਕਿਹਾ ਸੀ ਵੀ ਗੁਰੂ ਸਾਹਿਬ ਜੀ ਪਰਚਾ ਬੜਾ ਭਾਰੀ ਆ, ਪਰਚੇ ਵਿੱਚੋਂ 99 ਨੰਬਰ ਲੈ ਕੇ ਨਹੀਂ ਪਾਸ ਹੋਣਾ, 100 ਲੈ ਕੇ ਹੋਣਾ। ਤੇ ਸਿੱਖਾਂ ਦਾ ਗੁਰੂ ਐਸਾ ਆ ਜਿਹਨੇ ਇਹ ਗੱਲ ਕਹੀ ਸੀ ਵੀ ਮੁੱਖ ਸਾਡਿਆਂ ਨੂੰ ਰੱਖਿਓ, ਤੁਹਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੂਗੀ। ਫਿਰ ਭਾਈ ਰਣਜੀਤ ਸਿੰਘ ਉਹਨਾਂ ਦੀ ਨਿਭੀ, ਉਹਨਾਂ ਨੇ ਨਿਭਾਈ ਜੀ ਤੇ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਵੀ ਗੁਰਦੁਆਰੇ ਸਾਹਿਬ ਸੁਸ਼ੋਭਿਤ ਨੇ। ਜੀ ਜੀ ਤੇ ਦੂਸਰੇ ਪਾਸੇ ਭਾਈ ਰਣਜੀਤ ਸਿੰਘ ਜੀ, ਜੇ ਇਤਿਹਾਸ ਨੂੰ ਨਹੀਂ ਮੰਨਣਾ ਤੇ ਤੁਹਾਡਾ ਵੀ ਇਤਿਹਾਸ ਜ਼ਰੂਰ ਸਿਰਜਿਆ ਜਾਣਾ। ਵੀ ਜਦੋਂ ਸਟੇਜ ਤੇ ਸੀ, ਜਦੋਂ ਆਪਦੇ ਚੌਂਟਿਆਂ ਦੇ ਵਿੱਚ ਸੀ, ਉਦੋਂ ਦਸਤਾਰਾਂ ਨੂੰ ਲੀਰੋ ਲੀਰ ਦੱਸਦੇ ਸੀ। ਫਿਰ ਜਦੋਂ ਬਗਾਨੇ ਪਾਤ ਆਏ ਭਾਈ ਸਾਹਿਬ ਜੀ, ਫਿਰ ਤੁਹਾਡੀ ਪਜਾਮੀ ਪੀਲੀ ਹੋਈ ਸੀ। ਮੈਂ ਮਾਫੀ ਚਾਹੁੰਦਾ ਸੰਗਤ ਤੋਂ ਕਿ ਮੈਨੂੰ ਲਫ਼ਜ਼ ਵਰਤਣੇ ਪੈ ਰਹੇ ਨੇ, ਪਰ ਇਹ ਅਟੱਲ ਸੱਚਾਈ ਹੈ। ਜੇ ਕਿਸੇ ਨੂੰ ਝੂਠ ਲੱਗਦਾ, ਉਹ ਭਈਆਂ ਨਾਲ ਅੱਜ ਵੀ ਗੱਲ ਕੀਤੀ ਜਾ ਸਕਦੀ ਆ। ਜੀ ਜੀ ਸੋ ਜੇ ਆਪਣੇ ਭਾਈ ਸਾਹਿਬ ਜੀ ਬਿਲਕੁਲ ਜਿਹੜਾ ਹੁੰਦਾ ਵੀ ਗੰਦ ਮੁੰਦ ਨੂੰ ਰੋਕਣ ਦੀ ਆਪਣੀ ਹੈਸੀਅਤ ਰਵੇ, ਤੇ ਜਿਹੜਾ ਸ਼ੇਰਾਂ ਦਾ ਇਤਿਹਾਸ ਉਹ ਤੇ ਕਿੰਤੂ ਨਹੀਂ ਕਰੀਦਾ। ਇਹ ਵੀ ਇੱਕ ਸੋ ਤੁਸੀਂ ਸਾਡੇ ਤੇ ਐਲੀਗੇਸ਼ਨ ਲਾਏ, ਤੁਸੀਂ ਸੰਪਰਦਾਵਾਂ ਤੇ ਐਲੀਗੇਸ਼ਨ ਲਾਏ, ਅਸੀਂ ਬਰਦਾਸ਼ਤ ਕੀਤੇ ਜੀ, ਪਰ ਹੁਣ ਤੁਸੀਂ ਵੱਧਦੇ ਗੁਰੂਆਂ ਨੂੰ ਤੁਰ ਰਹੇ ਹੋ ਜੀ। ਤੇ ਸਿੱਖਾਂ ਦਾ ਇਤਿਹਾਸ ਆ 78 ਜੇ ਤੁਹਾਡਾ ਮੂੰਹ ਮਰੋੜ ਕੇ ਦੂਜੇ ਬੰਨੇ ਲਾਇਆ ਹੋਇਆ ਸਿੱਖਾਂ ਨੇ। ਜੀ ਜੀ ਠੀਕ ਹੈ ਜੀ। ਸੋ ਜੈਸ ਲਹਿਜੇ ਦੇ ਵਿੱਚ ਇਹਨਾਂ ਨੇ ਸਵਾਲ ਕੀਤਾ, ਦਾਸ ਨੇ ਉਸ ਲਹਿਜੇ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ। ਅਗਲੀ ਗੱਲ ਜਿਹੜਾ ਹੈਗਾ, ਇੱਕ ਨਿਊਜ਼ੀਲੈਂਡ 'ਚ ਬੈਠਾ ਜੀ ਜੀ 2 ਵਾਰ ਮੈਂ ਇਤਿਹਾਸ ਦੇ ਵਿੱਚ ਉਹ ਗੱਲ ਮੰਨੂਗਾ ਜਦੋਂ ਇਨਸਾਨੀਅਤ ਨੂੰ ਤਾਨਾ ਵੱਜਦਾ ਆ ਜੀ, ਜਦੋਂ ਜਿਹੜਾ ਹੈਗਾ ਮਰਦਿਆਂ ਨੂੰ ਤਾਨੇ ਵੱਜਦੇ ਨੇ। ਇੱਕ ਉਦੋਂ ਵੱਜਿਆ ਸੀ ਜਦੋਂ ਕੌਰਵਾਂ ਤੇ ਪਾਂਡਵਾਂ ਨੇ ਜਿਹੜੀ ਆਪਣੇ ਦ੍ਰੋਪਦੀ ਸੀ ਉਹਦੇ ਵਿੱਚ ਲਾਤੀ ਸੀ, ਆਪਣੇ ਜੂਏ ਦੇ ਵਿੱਚ ਲਾ ਦਿੱਤੀ ਸੀ ਦਾਅ ਦੇ ਉੱਤੇ ਜੀ। ਉਹ ਇੱਕ ਤਾਨਾ ਅੱਜ ਤੱਕ ਜਿਹੜਾ ਹੈਗਾ ਉਹਨੂੰ ਵੱਜਦਾ ਆ ਜੀ। ਜੇ ਮੇਰੀ ਗੱਲ ਝੂਠ ਹੋਵੇ ਤੇ ਤੁਸੀਂ ਪਰਖ ਕੇ ਦੇਖ ਲਓ। ਨੇਕੀ ਨੇ ਜਦੋਂ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਦੇ ਨਾਲ ਚੈਲੰਜ ਕੀਤਾ ਸੀ, ਚਾਹੇ ਉਹ ਗਲਤ ਹੋਵੇ ਚਾਹੇ ਇਹ ਗਲਤ ਹੋਵੇ, ਮੇਰਾ ਉਹ ਟੌਪਿਕ ਨਹੀਂ ਆ ਜੀ। ਤੇ ਇਹਨੇ ਆਪਣੀ ਜ਼ੁਬਾਨ ਤੋਂ ਇਹ ਗੱਲ ਕਹੀ ਸੀ, ਮੈਂ ਵੇਸ਼ਵਾ ਦਾ ਪੁੱਤਰ ਹੋਵਾਂ ਜੇ ਮੈਂ ਤੇਰੇ ਨਾਲ ਚਰਚਾ ਨਾ ਕਰਾਂ। ਤੇ ਜਦੋਂ ਉਹ ਅਗਲਾ ਚਲੇ ਗਿਆ ਤੇ ਫਿਰ ਉੱਥੋਂ ਭੱਜ ਗਿਆ। ਜੀ ਸਿਰਫ ਇੱਕ ਰੇਡੂਏ ਦੀ ਮਸ਼ਹੂਰੀ ਕਰਨ ਦੇ ਲਈ ਇੱਥੋਂ ਤੱਕ ਚੈਲੰਜ ਕਰ ਦਿੱਤੇ ਸੀ। ਤੇ ਢੰਡਰੀਆਂ ਵਾਲਾ ਤੂੰ ਕਹਿੰਦਾ ਫਰਕ ਕਰਦਾ ਜੀ। ਸੋ ਉਸ ਤੋਂ ਬਾਅਦ ਜਦੋਂ ਗੱਲ ਆਈ ਆ ਸਿੱਖਾਂ ਦੀਆਂ ਬੀਬੀਆਂ ਜਿਨ੍ਹਾਂ ਨੇ ਆਪਣੇ ਪੁੱਤਰ ਸ਼ਹੀਦ ਕਰਾ ਲਏ, ਜਿਨ੍ਹਾਂ ਨੇ ਆਪਣੇ ਸੁਹਾਗ ਜਿਹੜੇ ਸੀ ਉਹ ਸ਼ਹੀਦ ਕਰਵਾ ਲਏ, ਉਹਨਾਂ ਨੂੰ ਨੇਕੀ ਉਰਾ ਪਰਾ ਬੋਲੇ ਤੇ ਨੇਕੀ ਆਪਣਾ ਕਰਜ਼ਾ ਲਾਉਣ ਦੇ ਲਈ ਆਪਦੀ ਘਰ ਵਾਲੀ ਨੂੰ ਬੀਚ ਤੇ ਜਾ ਕੇ ਵੀਡੀਓ ਪਾਵੇ ਟਿਕਟੋਕ ਦੇ ਉੱਤੇ। ਜੇ ਮੇਰੀ ਗੱਲ ਦਾ ਝੂਠ ਆ ਤਾਂ ਨੇਕੀ ਕਰ ਆਪਦੀ ਘਰ ਵਾਲੇ ਦੇ ਟਿਕਟੋਕ ਦਾ ਨਸ਼ਰ ਕਿੰਨਾ ਪੈਸਾ ਕਮਾ ਕੇ ਤੈਨੂੰ ਦੇ ਰਹੀ ਆ ਜੀ। ਤੇ ਤੁਸੀਂ ਸਿੱਖਾਂ ਦੇ ਇਤਿਹਾਸ ਦੇ ਉੱਤੇ, ਸਿੱਖਾਂ ਦੇ ਗੁਰੂ ਦੇ ਉੱਤੇ ਕਿੰਤੂ ਕਰੋ। ਤੂੰ ਇਹ ਗੱਲ ਕਹੇਗਾ ਉਹਨਾਂ ਨੂੰ ਅਗਲੇ ਲਾਰੇ ਲਾ ਕੇ ਉਹਦੇ ਸਿਰਾਂ ਦੇ ਉੱਤੇ ਆਰੇ ਚਲਾ ਦਿੱਤੇ ਨੇ। ਇਹ ਇਤਿਹਾਸ ਇਸ ਬੰਦੇ ਨੂੰ ਇਹ ਪੁੱਛੇ ਵੀ ਇਹ ਮਸਲਾ ਪਤਾ ਕਿਸ ਤਰੀਕੇ ਦੇ ਨਾਲ ਆ। ਜਿਵੇਂ ਇਸਲਾਮ ਦੇ ਵਿੱਚ ਇਹ ਕਿਹਾ ਜਾਂਦਾ ਵੀ ਤੁਸੀਂ ਸ਼ਹਾਦਤ ਦੇ ਦਿਓ ਤਾਂ ਅੱਗੇ ਤੁਹਾਨੂੰ 72 ਨੂਹੂਰਾਂ ਮਿਲਣਗੀਆਂ, ਸੋਮ ਰਸ ਮਿਲੂਗਾ। ਤੇ ਇਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ, ਇਹਨਾਂ ਨੂੰ ਜਿਹੜਾ ਆ ਗੁਰੂ ਸਾਹਿਬ ਨੇ ਜਿਹੜਾ ਅਗਲੇ ਲਾਰੇ ਲਾਤੇ ਵੀ ਅੱਗੇ ਤੁਹਾਨੂੰ ਐਸ਼ ਪ੍ਰਸਤੀ ਦੀ ਜ਼ਿੰਦਗੀ ਮਿਲੂਗੀ। ਇਹਨੇ ਜਾਣੀ ਕਿ ਉਹ ਜਿਹੜਾ ਇਸਲਾਮ ਦੇ ਵਿੱਚ ਬਿਲਕੁਲ ਜੀ। ਦੇਖੋ ਗੱਲ ਇਹ ਆ, ਅੱਜ ਦੇ ਸਿਸਟਮ ਦੇ ਵਿੱਚ ਸਾਡੇ ਕੋਲ ਘਾਟਾਂ ਹੋ ਸਕਦੀਆਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਅਸੀਂ ਮਸੰਦਾ ਦਾ ਇਤਿਹਾਸ ਵੀ ਪੜ੍ਹਿਆ, ਉਸ ਸਮੇਂ ਵੀ ਜਿਹੜੀ ਲੁੱਟ ਖਸੁੱਟ ਵੀ ਹੋਈ ਸੀ। ਸਿੱਖਾਂ ਨੇ ਪੈਸੇ ਦੀ ਲੁੱਟ ਖਸੁੱਟ ਤੇ ਕਦੀ ਬੜਾ ਧਿਆਨ ਦਿੱਤਾ ਨਹੀਂ, ਕਿਉਂਕਿ ਜਿੱਥੇ ਕੁਝ ਹੋਊਗਾ ਸੰਨਾ ਉੱਥੇ ਲੱਗਣਗੀਆਂ। ਜੀ ਜੀ ਜੀ। ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੂੰ ਹਰ ਕਿਸੇ ਦੇ ਉੱਤੇ ਕਿੰਤੂ ਕਰੇਂਗਾ ਤਾਂ ਅਸੀਂ ਬਰਦਾਸ਼ਤ ਕਰੀ ਚੱਲਾਂਗੇ। ਜੀ ਜੀ ਬਿਲਕੁਲ ਨਹੀਂ, ਐਬਸੋਲੂਟਲੀ ਠੀਕ ਹੈ ਜੀ। ਤੂੰ ਇਹ ਗੱਲ ਜਿਹੜੀ ਭਾਈ ਸਾਹਿਬ ਬਹੁਤ ਵੱਡੀ ਗੱਲ ਇਹ ਕਹਿ ਦੇਣੀ ਆ। ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਜੇ ਗੁਰੂ ਨੇ ਅਗਲੇ ਲਾਰੇ ਲਾ ਕੇ ਉਹਨਾਂ ਦੇ ਬੰਦ ਕਟਵਾ ਦਿੱਤੇ ਸੀ, ਢੰਡਰੀਆਂ ਵਾਲਾ ਤੇਰੇ ਕੋਲ ਤਾਂ ਸਾਰੇ ਸੱਚ ਬੈਠੇ ਨੇ, ਫਿਰ ਤੇਰੇ 2 ਦਬਕਿਆਂ ਦੇ ਵਿੱਚ ਜਾਂ ਗੋਲੀ ਦੇ ਖੜਾਕ ਦੇ ਵਿੱਚ ਪਜਾਮੀ ਤੋਂ ਲਿਬੜ ਗਈ ਸੀ। ਤੈਨੂੰ ਤਾਂ ਪਹਿਰਾ ਦੇਣਾ ਚਾਹੀਦਾ ਸੀ। ਤੂੰ ਇਹ ਗੱਲ ਕਹੀ ਸੀ ਵੀ ਗੁਰੂ ਸਾਹਿਬ ਆਮ ਸੀ ਪਰ ਕੰਮ ਖਾਸ ਸੀ। ਜੀ। ਜੇ ਕੰਮ ਅਸੀਂ ਇਹ ਰੱਖਾਂਗੇ ਤੇ ਫਿਰ ਇਹ ਹਾਥੀ ਨੂੰ ਵੀ ਢਾਲਾਂਗੇ। ਉਹ ਭਾਈ ਰਣਜੀਤ ਸਿੰਘ ਗੱਲ ਹਾਥੀ ਨੂੰ ਢਾਉਣ ਦੀ ਹੋ ਰਹੀ ਸੀ, ਬਾਅਦ ਵਿੱਚ ਤੂੰ ਰਿੰਮਾਂ ਤੇ ਗੱਡੀ ਭਜਾ ਕੇ ਭੱਜਾਂ। ਠੀਕ ਹੈ ਜੀ। ਜੇ ਇਹ ਰਣਜੀਤ ਸਿੰਘ ਇਹ ਗੱਲ ਕਹਿੰਦਾ ਆ ਕਿ ਗੁਰੂ ਸਾਹਿਬ ਆਮ ਸੀ ਤੇ ਕੰਮ ਖਾਸ ਸੀ, ਤੇ ਤੇਤੋਂ ਕਿਉਂ ਨਹੀਂ ਹੋਣ ਡਏ ਹੋਏ? ਉਹ ਅਗਲੇ ਇਸ ਗੱਲ ਦੀ ਪ੍ਰੈਕਟਿਸ ਹੀ ਨਹੀਂ ਕਰਦੇ। ਉਹਨਾਂ ਦਾ ਕੰਮ ਹੈ ਵੀ ਲੋਕਾਂ ਦੇ ਕੋਲੋਂ ਪੈਸਾ ਕਿਸੇ ਤਰੀਕੇ ਨਾਲ ਇਕੱਠਾ ਕਰਨਾ।
ਬਿਲਕੁਲ ਜੀ ਬਿਲਕੁਲ, ਹਮੇਸ਼ਾ ਇਮੋਸ਼ਨਸ ਦੇ ਨਾਲ ਪਲੇ ਅਰਾਊਂਡ ਕਰਨਾ ਹਮੇਸ਼ਾ ਕਰਨਾ। ਅੱਛਾ, ਦੂਜੀ ਗੱਲ ਜੀ, ਆਪਾਂ ਭਾਈ ਸਾਹਿਬ ਦੇ ਅੱਜ ਗਿਆਨ ਤੇ ਆ ਜਾਂਦੇ ਆ ਜੀ। ਜੀ ਭਾਈ ਸਾਹਿਬ ਕਹਿੰਦਾ ਗਿਆਨ ਹੀ ਸਾਰਾ ਕੁਝ ਆ। ਮੈਂ ਰਣਜੀਤ ਸਿੰਘ ਨੂੰ ਪੁੱਛਣਾ ਚਾਹੁੰਦਾ ਵੀ ਰਣਜੀਤ ਸਿੰਘ, ਜੇ ਗਿਆਨ ਹੀ ਸਭ ਕੁਝ ਆ ਨਾ, ਤੇ ਸਭ ਤੋਂ ਪਹਿਲਾਂ ਮੇਰਾ ਵੀਰ ਤੂੰ ਏਦਾਂ ਕਰ, ਘਰੇ ਬੈਠ ਤੇ ਕਿਸੇ ਕੋਲੋਂ ਗਿਆਨ ਲੈ। ਮੈਂ ਭਾਈ ਸਾਹਿਬ ਜੀ ਇਹਦੇ ਕੋਲੋਂ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਮੰਗੀ ਤੁਹਾਡੇ ਸਾਹਮਣੇ। ਉਹ ਆਪਣਾ ਕਦੋਂ ਦਾ ਇਹਨਾਂ ਨੂੰ ਜਿਹੜਾ ਕਿਹਾ ਹੋਇਆ, ਇਹਨਾਂ ਕੋਲ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਨਹੀਂ ਦੇ ਹੋਈ। ਗੁਰਬਾਣੀ ਦੀ ਵਿਚਾਰ ਠੀਕ ਆ ਕਾਹਦੀ ਜੀ, ਦੇਣੀ ਹੈ? ਗੁਰਬਾਣੀ ਤੇ ਵਿਰੋਧ ਵਿੱਚ ਵਿਚਾਰ ਕਰਦਾ ਉਹ। ਬਿਲਕੁਲ ਬਿਲਕੁਲ ਜੀ। ਅੱਛਾ, ਗੁਰਬਾਣੀ ਦਾ ਗਿਆਨ ਇਹਦੇ ਕੋਲ ਹੈ ਨਹੀਂ। ਦੁਨਿਆਵੀ ਗਿਆਨ, ਦੁਨਿਆਵੀ ਇਹਨੇ ਪੜ੍ਹਾਈ ਕੋਈ ਨਹੀਂ ਕੀਤੀ, ਸਾਰੇ ਜਾਣਦੇ ਨੇ। ਦੁਨਿਆਵੀ ਗਿਆਨ ਇਹਦੇ ਕੋਲ ਹੈ ਨਹੀਂ। ਕਿਰਤ ਬਿਰਤ ਕਦੀ ਢੰਡਰੀਆਂ ਵਾਲੇ ਨੇ ਕੋਈ ਨਹੀਂ ਕੀਤੀ, ਉਹਦਾ ਗਿਆਨ ਇਹਦੇ ਕੋਲ ਹੈ ਨਹੀਂ। ਧੀ ਵਿਆਹੁਣੀ ਨਹੀਂ, ਨਹੁੰ ਲਿਆਉਣੀ ਨਹੀਂ, ਦੁਨੀਆਦਾਰੀ ਦਾ ਕੋਈ ਗਿਆਨ ਇਹਦੇ ਕੋਲ ਹੈ ਨਹੀਂ ਜੀ। ਠੀਕ ਆ ਜੀ। ਤੇ ਫਿਰ ਮੈਨੂੰ ਦੱਸੋ ਵੀ ਉੱਥੇ ਕਿਹੜਾ ਗਿਆਨ ਵੰਡ ਰਿਹਾ ਇਹ? ਇੱਕ ਗਿਆਨ ਹੈਗਾ ਉਹਨਾਂ ਦੇ ਕੋਲ, ਤੁਹਾਨੂੰ ਨਹੀਂ ਪਤਾ ਜੇ ਕਿਸੇ ਨੂੰ। ਉਹ ਗਿਆਨ ਇਹ ਆ ਕਿ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਕਿੱਦਾਂ ਲੁੱਟਣੇ। ਬਿਲਕੁਲ ਜੀ। 15 ਸਾਲਾਂ ਦੀ ਏਜ ਤੋਂ ਇਹ ਕੰਮ ਸ਼ੁਰੂ ਕਰ ਦਿੱਤਾ। 15-20 ਸਾਲ ਜਿਹੜੀਆਂ ਹਰਾਮਜ਼ਾਦੀਆਂ ਪਹਿਲੀਆਂ ਆਪ ਮੰਨ ਗਏ, ਅੱਜ ਜਿਹੜੀ ਆ ਉਹ ਕੌਮ ਇਹਨਾਂ ਨੂੰ ਮਨਾਉਣ ਤੇ ਉਤਾਰੂ ਹੋਈ ਵੀ ਤੈਨੂੰ ਮਨਾ ਕੇ ਛੱਡਣਾ। ਬੱਚਾ ਇਹ ਗੱਲ ਦਾ ਮਨਾ ਰਿਹਾ। ਜੀ ਜੀ ਠੀਕ ਆ ਜੀ। ਇੱਕ ਭਾਈ ਸਾਹਿਬ ਜੀ ਦੇਖੋ, ਹੁਣ ਗੱਲ ਕਹਿੰਦੇ ਹੁੰਦੇ ਨੇ ਵੀ ਇਹ ਕਹਿੰਦਾ ਮੈਂ ਵਾਹਿਗੁਰੂ ਦੀ ਕੀਤੀ ਦੇਖਣੀ ਚਾਹੁੰਦਾ ਆ, ਵਾਹਿਗੁਰੂ ਨੇ ਜਿਹੜੀ ਹੈਗੀ ਆ ਉਹ ਕੋਈ ਰੱਬ ਨਿਗਾ। ਤੇ ਮੈਂ ਇਹਨੂੰ ਇੱਕ ਗੱਲ ਦਿਖਾਉਣੀ ਚਾਹੁੰਦਾ ਵੀ ਵਾਹਿਗੁਰੂ ਔਕਾਤ ਕਿੱਦਾਂ ਦਿਖਾਉਂਦੇ ਨੇ। ਮੇਰੀ ਇਹ ਸੰਗਤਾਂ ਗੱਲ ਜਿਹੜੀ ਇਹਨੂੰ ਨੋਟ ਕਰ ਲੈਣ ਤੇ ਨੋਟ ਕਰਕੇ YouTube ਤੋਂ ਵੀਡੀਓ ਜ਼ਰੂਰ ਕੱਢ ਕੇ ਦੇਖਣ ਜੀ, ਮੇਰੀ ਬੇਨਤੀ ਆ। ਭਾਈ ਰਣਜੀਤ ਸਿੰਘ ਕੀ ਕਹਿੰਦੇ ਸੀ ਬਈ, ਜਦੋਂ ਕਰੋਨਾ ਵਾਇਰਸ ਦਾ ਪ੍ਰਭਾਵ ਵੱਧ ਗਿਆ ਉਦੋਂ ਡਾਕਟਰਾਂ ਤੋਂ ਇਲਾਵਾ ਕੋਈ ਡੇਰਾ ਓਪਨ ਹੀ ਨਹੀਂ ਮਿਲਣਾ। ਇਹ ਗੱਲ ਕਹੀ ਸੀ ਇਹਨਾਂ ਨੇ ਜੀ। ਅੱਛਾ ਜੀ। ਆਪਾਂ ਚਲੋ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਵੀ ਕਿਵੇਂ ਨਿਊਯਾਰਕ ਦੀ ਲਾ ਲਓ ਗੱਲ, ਤੁਸੀਂ ਕੈਨੇਡਾ ਦੀ ਲਾ ਲਓ, ਇੰਗਲੈਂਡ ਦੀ ਲਾ ਲਓ, ਨਿਊਜ਼ੀਲੈਂਡ ਦੀ ਲਾ ਲਓ, ਸਾਰੇ ਬੰਨੇ ਜਿਹੜਾ ਸੀ ਉਹ ਉਹਨਾਂ ਨੇ ਸਰਕਾਰਾਂ ਨੇ ਬੇਨਤੀ ਕੀਤੀ ਵੀ ਸਿੱਖੋ ਲੰਗਰ ਲਾਵੋ, ਤੇ ਸਿੱਖਾਂ ਨੇ ਲੰਗਰ ਲਾਏ ਜੀ। ਪੰਜਾਬ ਦੀ ਧਰਤੀ ਦੇ ਉੱਤੇ ਵੀ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਜਿੰਨੇ ਡੇਰੇ ਸੰਪਰਦਾਵਾਂ ਨੇ, ਉਹ ਆਪਣੇ ਵੱਲੋਂ ਜੋ ਸੇਵਾ ਕਰ ਰਹੀਆਂ ਉਹਨੂੰ ਸਾਰਿਆਂ ਨੂੰ ਆਪਾਂ ਪਹਿਲਾਂ ਵੀ ਨਸ਼ਰ ਕਰ ਚੁੱਕੇ ਹਾਂ ਨਾ। ਜੇ ਮੈਂ ਕੱਲੀ ਤੇ ਗਿਆ ਗੱਲ ਲੰਬੀ ਹੋ ਜਾਣੀ ਆ ਜੀ। ਅੱਛਾ, ਜਿਹੜੇ ਆਪਣੇ ਨੇ ਖੁਸਰੇ ਨੇ, ਜਿਹੜੇ ਆਪਾਂ ਉਹਨਾਂ ਨੂੰ ਇਹ ਮੰਨਦੇ ਆ ਵੀ ਉਹ ਖੁਸ਼ੀਆਂ ਦੇ ਵਿੱਚ ਘਰਾਂ ਦੇ ਵਿੱਚੋਂ ਨੱਚ ਗਾ ਕੇ ਆਪਣੇ ਛਿੱਲੜ ਇਕੱਠੇ ਕਰਦੇ ਨੇ ਜੀ, ਉਹਨਾਂ ਨੂੰ ਵੀ ਭਾਈ ਸਾਹਿਬ ਜੀ ਆਪਣਾ ਫਰਜ਼ ਯਾਦ ਆ ਗਿਆ। ਉਹਨਾਂ ਨੇ ਵੀ ਇਹ ਗੱਲ ਕਹਿਤੀ ਵੀ ਜਿਨ੍ਹਾਂ ਘਰਾਂ ਦੇ ਵਿੱਚੋਂ ਖੁਸ਼ੀ 'ਚ ਮੰਗਣ ਜਾਈਦਾ ਆ, ਅੱਜ ਦੁੱਖ ਦੇ ਟਾਈਮ ਤੇ ਸਾਡਾ ਖੜਨਾ ਫਰਜ਼ ਬਣਦਾ। ਉਹ ਵੀ ਰੋਡ ਦੇ ਉੱਤੇ ਆ ਕੇ ਤਾਂ ਲੰਗਰ ਲਾਤੇ। ਮੈਂ ਉਹਦੀ ਫੇਸਬੁੱਕ ਤੇ ਵੀਡੀਓ ਵੀ ਪਾਈ ਸੀ, ਉਹਨਾਂ ਨੇ ਲੰਗਰ ਲਾਤੇ ਜੀ। ਕੀ ਬਾਤ ਹੈ। ਜੇ ਕੋਈ ਮੰਗ ਖਾਣਾ ਆਪਣਾ ਫਰਜ਼ ਨਹੀਂ ਪਹਿਚਾਣ ਸਕਿਆ ਤੇ ਇਹ ਕਹਿੰਦਾ ਪਰਮੇਸ਼ਵਰ ਦਵਾਰ ਦੇ ਬਾਹਰੋਂ ਮੁੜ ਜਿਓ ਚਾਹ ਪੀ ਕੇ, ਉਹ ਰਣਜੀਤ ਸਿੰਘ ਢੰਡਰੀਆਂ ਵਾਲਾ ਆ, ਹੋਰ ਕਿਸੇ ਨੇ ਨਹੀਂ ਇਹ ਗੱਲ ਕਹੀ। ਬਸ ਇਹੀ ਪ੍ਰੈਕਟੀਕਲ ਰੱਬ ਨੇ ਔਕਾਤ ਯਾਦ ਕਰਾਤੀ ਵੀ ਤੂੰ ਖੁਸਰਿਆਂ ਦੇ ਨਾਲੋਂ ਵੀ ਗਿਰਿਆ ਹੋਇਆ ਆ। ਤੇਰੀ ਔਕਾਤ ਇੰਨੀ ਹੈ ਨਹੀਂ ਕਿ ਤੇਰੇ 'ਚ ਉਹਨਾਂ ਜਿੰਨੀ ਵੀ ਇਨਸਾਨੀਅਤ ਹੋਵੇ। ਨਾਲੇ ਅਸੀਂ ਉਹਨਾਂ ਨੂੰ ਇਹ ਜਾਣਦੇ ਵੀ ਉਹ ਖੁਸ਼ੀਆਂ ਦੇ ਵਿੱਚ ਮੰਗ ਕੇ ਲੈ ਕੇ ਜਾਂਦੇ ਆ ਜੀ। ਪਰ ਜੇ ਉਹ ਸਾਡੀ ਖੁਸ਼ੀਆਂ ਦੇ ਵਿੱਚ ਸਾਡੇ ਮੰਗਤੇ ਨੇ ਤੇ ਦੁੱਖ ਦੇ ਵਿੱਚ ਉਹ ਰਾਜਿਆਂ ਵਾਲਾ ਹੱਥ ਉਹਨਾਂ ਨੇ ਲਿਆ ਕੇ ਜਿਹੜੇ ਗਰੀਬਾਂ ਦੇ ਸਿਰ ਤੇ ਰੱਖ ਦਿੱਤਾ ਵੀ ਭਾਈ ਅਸੀਂ ਵੀ ਇਸ ਸਮਾਜ ਦੇ ਹਿੱਸੇ ਹਾਂ। ਇੱਕ ਪਲ ਵਾਸਤੇ ਹੋਲਡ ਕਰਿਓ। ਅਮਨਜੋਤ ਸਿੰਘ ਟਿੰਮਾ ਭਾਈ ਸਾਹਿਬ ਜੀ, ਤੁਸੀਂ ਕਹਿ ਰਹੇ ਹੋ ਰਣਜੀਤ ਸਿੰਘ ਨਾਈਸ ਗੁੱਡ ਪਰਸਨ। ਤੁਸੀਂ ਦੱਸੋ ਵੀ ਅੱਜ ਸਾਰੀ ਸਿੱਖ ਕੌਮ 20 ਦੇ ਵਿੱਚ ਪ੍ਰਸ਼ਾਦੇ ਲੈ ਕੇ ਘਰ ਲਾਕਡਾਊਨ ਦੇ ਕਰਕੇ ਸੰਗਤਾਂ ਨੂੰ ਸੇਵਾਵਾਂ ਦੇ ਰਹੇ ਨੇ। ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਪਾਣੀ ਦਾ ਘੁੱਟ ਪੀ ਕੇ ਸਟੇਜ ਦੇ ਉੱਤੋਂ ਭਾਈ ਰਣਜੀਤ ਸਿੰਘ ਜੀ ਭੰਡਦੇ ਆ। ਤੇ ਹੁਣ ਭਾਈ ਰਣਜੀਤ ਸਿੰਘ ਹੁਣਾਂ ਦੀਆਂ ਕਰਨੀਆਂ ਕਿੱਥੇ ਆ? ਉੱਪਰ ਇਹ ਪੋਸਟ ਦੇ ਫੋਨ ਨੰਬਰ ਲਿਖਿਆ ਹੋਇਆ ਆ, ਤੇ ਮੈਂ ਧੰਨਵਾਦੀ ਹਾਂ ਜੇ ਤੁਸੀਂ ਫੋਨ ਕਾਲ ਕਰਕੇ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਵੋ ਤੇ ਬਹੁਤ ਵਧੀਆ ਹੋਵੇਗਾ। ਹਾਂਜੀ ਭਾਈ ਸਾਹਿਬ ਜੀ। ਬਿਲਕੁਲ ਜੀ। ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਸੀ ਨਾ ਬਈ ਗੁਰੂ ਸਾਹਿਬ ਆਮ ਸੀ, ਕੰਮ ਖਾਸ ਸੀ ਜੀ, ਉਹਨੂੰ ਤਾਂ ਮੋਹਰੇ ਆ ਕੇ ਕੰਮ ਖਾਸ ਕਰਨੇ ਚਾਹੀਦੇ ਸੀ। ਮੈਂ ਲੋਕਾਂ 'ਚ ਜਾ ਕੇ ਸਾਬਤ ਕਰਾਂ ਵੀ ਮੇਰੇ ਕੰਮ ਖਾਸ ਨੇ। ਭਾਈ ਸਾਹਿਬ ਇਸ ਤਰ੍ਹਾਂ ਵੀ ਕੀ ਕਰ ਰਹੇ ਨੇ? ਭਾਈ ਸਾਹਿਬ ਉਹ ਮੰਦਬੁੱਧੀ ਬੱਚਾ ਆ ਜਿਹੜਾ ਸਿਰਫ ਚਾਬੀ ਵਾਲੇ ਬਾਂਦਰ ਨੂੰ ਚਾਬੀ ਦੇ ਕੇ ਤੇ ਇਹ ਸੋਚ ਰਿਹਾ ਵੀ ਉਹ ਦੇਖ ਕਿੰਨੀ ਸੋਹਣੀ ਤਾੜੀ ਮਾਰਦਾ। ਭਾਈ ਸਾਹਿਬ ਅੱਜੇ ਵੀ ਆਪਣੇ ਫੋਲੋਵਰ ਜਿਹੜੇ ਨਾ YouTube ਤੇ ਨੇ ਉਹਨਾਂ ਨੂੰ ਦੇਖ ਕੇ ਖਿੜਖੜ ਹੱਸੀ ਜਾਂਦੇ ਨੇ ਵੀ ਦੇਖੋ ਮੇਰੇ ਫੋਲੋਵਰ ਬਣ ਗਏ। ਉਹ ਭਾਈ ਫੋਲੋਵਰ ਜਿਹੜੇ ਨੇ ਉਹ ਤਾਂ ਹਰਮਨ ਚੀਮੇ ਦੇ ਬਹੁਤ ਆ, ਉਹ ਤਾਂ ਮੁੱਖ ਮੰਤਰੀ ਇੱਕ 15 ਸਾਲਾਂ ਦਾ ਬੱਚਾ ਉਹਦੇ ਬਹੁਤ ਆ। ਨਾ ਇਹਨੂੰ ਪੁੱਛੇ ਵੀ ਜੇ ਫੋਲੋਵਰ ਬਹੁਤ ਆ ਤੇ ਫਿਰ ਪ੍ਰਸ਼ਾਦਾ ਪਾਣੀ ਵੀ ਫੇਸਬੁੱਕ ਦੇ ਰਾਹੀਂ ਜਿਹੜੇ ਰੈਸਟੋਰੈਂਟਾਂ ਦੀਆਂ ਫੋਟੋਆਂ ਉਹਨਾਂ ਖਾ ਲਿਆ ਕਰੋ, ਤੇ ਜਿਹੜੇ ਡੇਰੇ 'ਚ ਵਿਆਹ ਕਰਦੇ ਮੁੰਡੇ ਕੁੜੀਆਂ ਦੇ ਵਿਆਹ ਵੀ ਉੱਥੇ ਕਰ ਦਿਆ ਕਰੋ, ਨਿਆਣੇ ਵੀ ਉੱਥੇ ਜੰਮ ਪਿਆ ਕਰਨਗੇ ਫੇਸਬੁੱਕ ਤੇ।
ਬਿਲਕੁਲ ਬਿਲਕੁਲ ਭਾਈ ਸਾਹਿਬ ਜੀ, ਮੇਰਾ ਹਾਸਾ ਨਹੀਂ ਰੁਕ ਰਿਹਾ। ਜਿਹੜੇ ਕੱਲ ਲੋਕਾਂ ਨੂੰ ਕਹਿ ਰਹੇ ਸੀ ਨਾ ਮੰਗ ਖਾਣੇ, ਅੱਜ ਉਹ ਬਿਆਨ ਕੀ ਦੇ ਰਹੇ ਨੇ। ਕਹਿੰਦੇ ਮੈਨੂੰ ਲੋਕੀ ਕਹਿੰਦੇ ਪੈਸੇ ਲੈਂਦਾ ਆ, ਭਾਈ ਸਾਹਿਬ ਪੈਸੇ ਮੰਗਦਾ। ਕਹਿੰਦਾ ਮੈਂ ਕਿਹਾ ਪੈਸੇ ਰਹਿਣ ਦੇਣਾ ਮੰਗਣ ਨੂੰ, ਲੰਗਰ ਫਿਰ ਬੰਦ ਕਰ ਦੇਣਾ ਪਰਮੇਸ਼ਵਰ ਦੁਆਰ ਤੇ। ਹੂੰ। ਫੇਰ ਤੁਸੀਂ ਇਹ ਪਰਮੇਸ਼ਵਰ ਦੁਆਰ ਨੂੰ ਗੁਰਦੁਆਰਾ ਨਾ ਭਾਈ ਸਾਹਿਬ ਕਹੋ, ਉਹਨੂੰ ਰੈਸਟੋਰੈਂਟ ਕਹੋ, ਜਿੱਥੇ ਪੇ ਕਰਕੇ ਲੋਕੀ ਜਿਹੜੇ ਰੋਟੀ ਪਾਣੀ ਖਾਂਦੇ ਆ। ਯਪ ਐਗਜ਼ੈਕਟਲੀ। ਧੰਨ ਗੁਰੂ ਨਾਨਕ ਦਾ ਦਰ, ਉਹ ਸਿੱਖਾ ਭਾਵੇਂ ਉੱਥੇ ਜਾ ਕੇ ਤੂੰ ਛੱਲੜ ਦਾ ਮੱਥਾ ਟੇਕ, ਚਾਹੇ ਨਹੀਂ ਤਾਂ ਆਪਾਂ ਕੱਲ ਪ੍ਰੋਗਰਾਮ ਵੀ ਕੀਤਾ ਸੀ ਇਸ ਵਰਥਾਈ, ਉਹ ਭਾਵੇਂ ਤੂੰ ਸਿੱਖਾ ਉਹਦੇ ਸ਼ਰਧਾ ਰੂਪੀ ਸਿਰ ਨੂੰ ਲੈ ਕੇ ਚਲੇ ਜਾ। ਉੱਥੋਂ ਤੂੰ ਆਪਣਾ ਜਿਹੜਾ ਦੁਨਿਆਵੀ ਢਿੱਡ ਆ ਉਹ ਵੀ ਭਰ ਕੇ ਆਉਣਾ, ਆਪਦੇ ਮਨ ਦੀ ਤ੍ਰਿਪਤਾ ਕਰਕੇ ਆਉਣਾ ਬਾਣੀ ਦੇ ਨਾਲ। ਉਹ ਜਦੋਂ ਇਤਿਹਾਸ ਨੂੰ ਸੁਣ ਕੇ ਆਉਣਾ, ਸ਼ੇਰਾਂ ਵਾਂਗੂ ਸਿਰ ਉੱਚਾ ਚੱਕ ਕੇ ਆਉਣਾ ਵੀ ਮੈਂ ਉਹਨਾਂ ਦਾ ਵਾਰਸ ਹਾਂ ਜਿਹੜੇ ਦੇਗਾਂ ਦੇ ਵਿੱਚ ਉਬਲਦੇ ਹੋਏ ਵੀ ਕਹਿ ਰਹੇ ਸੀ ਤੇਰਾ ਭਾਣਾ ਮੀਠਾ ਲਾਗੇ। ਤੇ ਇੱਕ ਬੰਦਾ ਇਹਦੇ ਕੋਲ ਜਾਂਦਾ, ਇਹਦੇ ਕੋਲ ਵੀ ਸੰਗਤ ਕਰਨੀ ਜਾਂਦਾ ਆ ਜੀ, ਪਰ ਇਹਦੀ ਕਰੂ ਕੀ ਬੰਦਾ। ਸਾਡੀ ਅੱਜ ਹਾਲਤ ਉਦਾਂ ਦੀ ਹੋ ਤੁਰੀ ਆ। ਇਹਦੇ ਕੋਲੋਂ ਲੱਖਾਂ ਨਿੰਦਿਆ ਚੁਗਲੀਆਂ ਸੁਣਨ ਤੋਂ ਬਾਅਦ ਕਹਿੰਦੇ ਆ ਚਲੋ ਜਾਂਦੇ ਜਾਂਦੇ ਆਪਾਂ ਹਰਿਮੰਦਰ ਸਾਹਿਬ ਵੀ ਮੱਥਾ ਟੇਕ ਚੱਲੀਏ। ਉਹ ਇਹਦੇ ਕੋਲੋਂ ਸਿੱਖਾ ਤੂੰ ਕਿੰਤੂ ਵੀ ਸੁਣਿਆ ਨਾ ਤੇ ਹਰਿਮੰਦਰ ਸਾਹਿਬ ਮੱਥਾ ਵੀ ਟੇਕ ਨਾ। ਜਾਂ ਤੇ ਜਿਹੜੇ ਨੂੰ ਸੁਣਨ ਵਾਲੇ ਆ ਉਹ ਕਹਿਣ ਇੱਕ ਗੱਲ ਨੂੰ, ਅੱਜ ਤੋਂ ਬਾਅਦ ਨਾ ਜੰਮੇ ਦੀ ਅਰਦਾਸ ਕਰਾਉਣੀ, ਨਾ ਮਰੇ ਦੀ ਅਰਦਾਸ ਕਰਾਉਣੀ, ਨਾ ਬਿਮਾਰੀ ਸਮੇਂ ਅਸੀਂ ਰੱਬ ਨੂੰ ਚੇਤੇ ਕਰਨਾ, ਫੇਰ ਮੈਂ ਮੰਨਾਂ ਵੀ ਉਹ ਅਪਗ੍ਰੇਡ ਹੋ ਗਿਆ। ਕਹਿਣ ਇੱਥੇ ਆਣ ਕੇ ਜੀ ਜੀ ਉਹ ਸਾਰਾ ਕੁਝ ਵੀ ਕਰੀ ਜਾਂਦੇ ਆ। ਉਹ ਜੰਮਣ ਮਰਨ ਤੇ ਅਰਦਾਸਾਂ ਵੀ ਕਰਾਈ ਜਾਂਦੇ ਆ, ਉਹ ਅਖੰਡ ਪਾਠ ਵੀ ਕਰਾਈ ਜਾਂਦੇ ਆ, ਹਰਿਮੰਦਰ ਸਾਹਿਬ ਦਰਸ਼ਨ ਦਿਦਾਰੇ ਵੀ ਕਰੀ ਜਾਂਦੇ, ਇਹਦੀ ਬਕਵਾਸ ਵੀ ਸੁਣੀ ਜਾਂਦੇ ਆ। ਪਤਾ ਨਹੀਂ ਕਿੱਦਾਂ ਹਾਜ਼ਮ ਕਰ ਜਾਂਦੇ ਆਪਣੇ। ਮੈਨੂੰ ਜਿਹੜੇ ਗੁਰੂ ਦੀ ਇੰਨੀ ਉਹਦੇ ਕੋਲੋਂ ਨਿੰਦਿਆ ਸੁਣ ਕੇ ਤੇ ਮੁੜ ਕੇ ਜਾ ਕੇ ਉਹਦੇ ਦਰ ਤੇ ਅਰਦਾਸਾਂ ਜੋਦੜੀਆਂ ਕਰਦੇ ਆ, ਤੇ ਗੁਰੂ ਦੀ ਇੱਜ਼ਤ ਕੀ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ। ਭਾਈ ਸਾਹਿਬ ਜੀ, ਉਹ ਹਾਲਤ ਸਾਡੀ ਅੱਜ ਏਦਾਂ ਦੀ ਹੋ ਚੁੱਕੀ ਵੀ ਅਸੀਂ ਆਪਣੇ ਫੋਨ ਤੇ ਲੱਗੇ ਇੱਕ ਦੂਜੇ ਦੀ ਚੁਗਲੀ ਕਰਦੇ ਕਰਦੇ ਬਸ ਮੱਥਾ ਟੇਕਣਾ ਹੀ ਜਿਹੜਾ ਉਹਨੂੰ ਵੱਡੀ ਸੇਵਾ ਮੰਨ ਕੇ ਬੈਠ ਗਿਆ। ਨਹੀਂ ਸਿੱਖਾ, ਆਨੰਦ ਸਾਹਿਬ ਦੀ ਬਾਣੀ ਪੜ੍ਹਦਾ ਗੁਰੂ ਵੱਲ ਨੂੰ ਜਾ, ਤੈਨੂੰ ਪਤਾ ਲੱਗੇ ਤੇਰਾ ਗੁਰੂ ਤੈਨੂੰ ਕਿੰਨਾ ਪਿਆਰ ਕਰਦਾ ਜਦੋਂ ਗੁਰੂ ਤੈਨੂੰ ਆਪਣੀ ਆਗੋਸ਼ ਦੇ ਵਿੱਚ ਲੈਂਦਾ ਆ। ਸੱਚੇ ਪਾਤਸ਼ਾਹ ਤਾਂ ਦਾਤਾਂ ਵੰਡ ਰਹੇ ਨੇ। ਅੱਛਾ, ਦੂਜਾ ਰਣਜੀਤ ਸਿੰਘ ਨੇ ਕਿਹਾ ਵੀ ਬਿਮਾਰੀ ਜਿਹੜੀ ਆ ਉਹ ਠੀਕ ਕਿਉਂ ਨਹੀਂ ਹੁੰਦੀ। ਕਰੋਨਾ ਵਾਇਰਸ ਤੇ ਆ ਜਾਓ ਜੀ। ਮੈਂ ਇਹਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਇੱਕ ਪਾਸੇ 80 ਭਾਈ ਸਾਹਿਬ ਮੇਰੇ ਜੀ, ਖਿਆਲ 90 ਸਾਲ ਦੀ ਇੱਕ ਕਾਲਰ ਆਪਣੇ ਨਾਲ ਰੀਚ ਓਵਰ ਕਰ ਰਿਹਾ, ਬਿਮਾਰੀ ਤੋਂ ਠੀਕ ਹੋ ਰਹੀ ਆ। ਹਾਂਜੀ ਭਾਈ ਸਾਹਿਬ ਜੀ, ਇੱਕ ਨੂੰ ਰੇਡੀਓ ਦੇ ਉੱਤੇ ਆਪ ਜੀ ਦਾ ਸਵਾਗਤ ਹੈ ਜੀ। ਹੈਲੋ ਹੈਲੋ ਜੀ, ਹਾਂਜੀ ਭਾਈ ਸਾਹਿਬ ਜੀ, ਸਵਾਗਤ ਹੈ ਆਪ ਜੀ ਦਾ। ਸਵਾਗਤ ਹੈ, ਕਰੋ ਜੀ ਗੱਲ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਹੋਰ ਮਹਾਰਾਜ ਕੀ ਹਾਲ ਹੈ ਜੀ? ਹਾਂਜੀ ਠੀਕ ਹੈ ਜੀ, ਕਿਰਪਾ ਆਪ ਜੀ ਰੱਖੋ ਜੀ। ਬਚਨ ਕੀ ਆਪ ਗੱਲ ਕਹਿਣੀ ਚਾਹੁੰਦੇ ਜੀ? ਅੱਛਾ, ਆਪਣਾ ਵੀ ਯਾਨੀ ਕਿ ਜਿਹੜਾ ਵਿਚਾਰ ਹੈ ਪ੍ਰੋਗਰਾਮ, ਵੈਸੇ ਤਾਂ ਮੈਂ ਹੁਣੇ ਜੇ ਤੁਹਾਡਾ ਉਹ ਸੁਣ ਰਿਹਾ ਸੀਗਾ। ਹਾਂਜੀ ਹੈਲੋ, ਹਾਂਜੀ ਕਰੀ ਚੱਲੋ ਗੱਲ, ਤੁਹਾਡੀ ਆਵਾਜ਼ ਆ ਰਹੀ ਹੈ। ਮੈਂ ਹੁਣ ਠੀਕ ਹੈ ਜੀ। ਉਹ ਮੈਂ ਨਾ ਵੀ ਅੱਜ ਇੱਕ ਬਚਨ ਸੁਣ ਰਿਹਾ ਸੀਗਾ, ਵੀ ਮੇਰੀ ਇੱਕ ਪੁੱਛਣਾ ਵੀ ਗੱਲ ਸਾਫ਼ ਚੱਲ ਰਹੀ ਹੈ, ਕਲੀਅਰ ਆ ਰਹੀ ਹੈ? ਹਾਂਜੀ ਆਵਾਜ਼ ਕਲੀਅਰ ਹੈ, ਤੁਸੀਂ ਰੱਖੋ ਬਚਨ। ਹਾਂਜੀ ਤੇ ਉਹ ਮੈਂ ਨਾ ਵੀ ਅੱਜ ਦੇਖੋ ਵੀ ਇੱਕ ਮੈਂ ਵੀ ਆਪਣੇ ਫੇਸਬੁੱਕ ਤੋਂ ਵੀ ਇਹ ਗੱਲ ਲਾਈਵ ਕੀਤੀ ਸੀ, ਅੱਜ ਮੈਂ ਬਚਨ ਕੀਤਾ ਸੀ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਦੇਖੋ ਇਹ ਲੋਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਆਪਣੇ ਆਪ ਨੂੰ ਸੱਚਾ ਠਹਿਰਾਉਣ ਵਾਸਤੇ, ਦੇਖੋ ਗੁਰੂ ਸਾਹਿਬ ਜੀ ਨੂੰ ਵੀ ਇਹ ਝੂਠਾ ਸਾਬਤ ਕਰਦੇ ਹੋਏ ਸ਼ਰਮ ਨਹੀਂ ਕਰਦੇ। ਦਿਲ ਗੁਰੂ ਤਾਂ ਜੀ ਧੰਦੇ ਵਾਸਤੇ ਰੱਖਿਆ ਹੋਇਆ ਆ ਇਹਨਾਂ ਨੇ। ਜੇ ਅਗਰ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਸਾਡਾ ਖਰਚਾ ਪਾਣੀ ਨਿਕਲਦਾ ਧੰਦਾ ਚੱਲੀ ਜਾਊਗਾ, ਤੇ ਇਹ ਤੇ ਗੁਰੂ ਸਾਹਿਬ ਨੂੰ ਚੱਕ ਕੇ ਕਦੋਂ ਦਾ ਉੱਥੋਂ ਰੁਖਸਤ ਕਰ ਦਿੰਦੇ ਪਾਤਸ਼ਾਹ ਨੇ। ਇਹਨਾਂ ਦਾ ਫਿਰ ਹਾਲ ਉਹੀ ਹੋ ਗਿਆ ਨਾ, ਇਹਨਾਂ ਦਾ ਫਿਰ ਉਹੀ ਹਾਲ ਹੋ ਗਿਆ ਨਾ, ਜਿਵੇਂ ਉਹ ਧੀਰ ਮੱਲ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੋਇਆ ਸੀ। ਉਹ ਬੜਾ ਰੋਇਆ ਸੀ ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਉਥੋਂ ਲੈ ਗਿਆ ਸੀ ਨਾ ਸਰੂਪ। ਉਹਨੂੰ ਕਹਿੰਦਾ, ਉਹਨੂੰ ਐਂ ਸੀਗਾ ਤੂੰ ਬਾਕੀ ਸਾਰੀਆਂ ਵਸਤੂਆਂ ਲੈ ਜਾਂਦਾ, ਪਰ ਆ ਜਿਹੜਾ ਸਰੂਪ ਇਹਦੇ ਨਾਲ ਤਾਂ ਸਾਡੀ ਰੋਟੀ ਚੱਲਦੀ ਸੀ। ਬਸ ਇਸੇ ਕਰਕੇ ਐਗਜ਼ੈਕਟਲੀ ਭਾਈ, ਕੋਈ ਫਰਕ ਨਹੀਂ ਇਹ ਧੀਰ ਮੱਲੀਆਂ 'ਚ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ, ਬਿਲਕੁਲ ਵੀ ਨਹੀਂ। ਇਹਨਾਂ ਦਾ ਵੀ ਜਾਨੀ ਕਿ ਫਿਰ ਇਹੀ ਆ ਨਾ ਵੀ ਗੱਲ, ਇਹਨਾਂ ਦਾ ਵੀ ਵਿਸਾਹ ਨਹੀਂ ਕਰਨਾ ਸਿੱਖਾਂ ਨੇ। ਤੇ ਮੈਂ ਇਹ ਗੱਲ ਮੈਂ ਇਹਨਾਂ ਦੀ ਗੱਲ ਸੋਚ ਰਿਹਾ ਸੀ। ਮੈਂ ਦੇਖੋ ਇੱਕ ਦਿਨ ਮੈਂ ਨਾ ਇੱਕ ਧੁੰਦੇ ਦੀ ਵੀਡੀਓ, ਜਿਹੜੀ ਤੁਸੀਂ ਕਾਫੀ ਪਹਿਲਾਂ ਇੱਕ ਧੁੰਦੇ ਦੀ ਵੀਡੀਓ ਆਈ ਸੀਗੀ, ਜਦੋਂ ਸਿੰਘ ਆਪਣੇ ਬੈਠ ਕੇ ਵਿਚਾਰ ਕਰਦੇ ਸੀ ਜੀ, ਤੇ ਸਿੰਘ ਆਪਣੇ ਬੈਠ ਕੇ ਵਿਚਾਰ ਕਰਦੇ ਸੀ। ਉਹਦੇ ਵਿੱਚ ਸਿੰਘਾਂ ਨੂੰ ਇਹ ਕਹਿਣ ਲੱਗਾ ਵੀ ਗੁਰਬਾਣੀ ਦੇ ਕਈ ਇਹੋ ਜਿਹੇ ਆ ਵੀ ਜਿਨ੍ਹਾਂ ਨੂੰ ਆਪਾਂ ਸਿੱਧੇ ਡਾਇਰੈਕਟ ਅਰਥ ਨਹੀਂ ਕਰ ਸਕਦੇ, ਭਾਵ ਅਰਥ ਹੀ ਕਰ ਸਕਦੇ ਜੀ, ਹੈ ਨਾ ਜੀ।
ਜੀ ਸੁਣੀ ਹੋਣੀ ਤੁਸੀਂ ਹਾਂਜੀ ਵੀਡੀਓ। ਹਾਂਜੀ ਹਾਂਜੀ ਹੈਲੋ ਜੀ ਜੀ ਮੈਂ ਜੀ ਹਾਂਜੀ ਹਾਂਜੀ। ਤੇ ਉਹ ਜਿਹੜੀ ਤੁਸੀਂ ਵੀਡੀਓ ਸੁਣੀ ਸੀ ਉਸ ਵਕਤ ਨਾ, ਉਹਦੇ ਵਿੱਚ ਸਿੰਘਾਂ ਨੂੰ ਇਹ ਕਹਿਣ ਲੱਗਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਜਲ ਕੀ ਮਛਲੀ ਤਰਵਰ ਪਿਆਈ, ਵੀ ਜੀ। ਪਾਣੀ ਦੀ ਮੱਛੀ ਕਿਤੇ ਦਰਖਤ ਦੇ ਉੱਤੇ ਚੜ੍ਹ ਕੇ ਉਹ ਬੱਚੇ ਦੇ ਸਕਦੀ ਹੈ? ਜੀ ਉਹ ਸਿੰਘ ਭਾਵਨਾ ਵਾਲੇ, ਦੇਖੋ ਉਹਨਾਂ ਨੂੰ ਸਤਿਗੁਰੂ ਤੇ ਭਰੋਸਾ, ਉਹ ਕਹਿਣ ਲੱਗੇ ਵੀ ਕਹਿੰਦੇ ਵੀ ਜੇ ਮਹਾਰਾਜ ਨੂੰ ਭਾਉਂਦਾ ਤੇ ਜ਼ਰੂਰ ਬੱਚੇ ਦੇ ਦੂਗੀ ਉਹ। ਜੀ ਜੀ ਠੀਕ ਹੈ ਨਾ ਜੀ। ਤੇ ਫਿਰ ਉਹ ਗੱਲ ਸੀਗੀ ਵੀ ਕਹਿਣ ਲੱਗਾ ਵੀ ਸ਼ੇਰ ਬੱਕਰੀ ਨੂੰ ਕਦੇ, ਜਾਂ ਸ਼ੇਰ ਗਾਂ ਨੂੰ ਕਿਤੇ ਚਾਰ ਸਕਦਾ? ਗਊ ਕੋ ਚਾਰੇ ਸਾਰਦੂਲ, ਏਦਾਂ ਕਰਕੇ ਬਚਨ ਆਉਂਦੇ ਸਤਿਗੁਰੂ ਦੇ। ਉਹ ਸਿੰਘ ਕਹਿੰਦੇ ਹਾਂ ਏਦਾਂ ਹੋ ਸਕਦਾ ਜੇ ਸਤਿਗੁਰੂ ਮਹਾਰਾਜ ਚਾਹੁਣ, ਉਹ ਬਣਾਉਂਦੇ ਆ ਨਿਯਮ। ਜੀ ਠੀਕ ਹੈ ਨਾ ਜੀ। ਤੇ ਨਾ ਉਹ ਤੋਂ ਬਾਅਦ ਫਿਰ ਇੱਕ ਡਿਸਕਵਰੀ ਤੇ ਨਾ ਇੱਕ ਵੀਡੀਓ ਆਈ, ਫਿਰ ਉਹਦੇ ਵਿੱਚ ਦਿਖਾਇਆ ਗਿਆ, ਮੈਂ ਤੁਹਾਨੂੰ ਮੈਂ ਵਿਸ਼ੇ ਦੀ ਉਹ ਗੱਲ ਕਰੂੰਗਾ ਤੁਹਾਡੇ ਨਾਲ। ਜੀ ਜੀ ਤੇ ਉਹ ਜਦੋਂ ਡਿਸਕਵਰੀ ਦੇ ਉੱਤੇ ਉਹ ਆਈ, ਇੱਕ ਮੱਛੀ ਹੈ ਜਿਹੜੀ ਉਹ ਪਤੇ ਦੇ ਉੱਤੇ ਬੱਚਾ ਦੇ ਦਿੰਦੀ ਹੈ, ਤੇ ਇੱਕ ਵੀ ਜਾਨੀ ਕਿ ਸ਼ੇਰ ਸੀਗਾ ਜਿਹੜਾ, ਜਿਹਨੂੰ ਟਾਈਗਰ ਕਹਿੰਦੇ ਨੇ, ਸ਼ੇਰ ਵੀ ਕਹਿੰਦੇ ਨੇ ਆਪਾਂ ਨੂੰ, ਜੀ ਤੇ ਉਹ ਗਾਂ ਦੇ ਬੱਚੇ ਨੂੰ ਜਾਂ ਗਾਂ ਨੂੰ ਆਪ ਆਪਣੀ ਨਿਗਰਾਨੀ ਦੇ ਹੇਠ ਚਰਾ ਰਿਹਾ। ਜੀ ਤੇ ਤੁਹਾਨੂੰ ਪਤਾ ਵੀ ਧੁੰਦੇ ਦੀ ਵੀਡੀਓ ਤੋਂ ਬਾਅਦ ਦੇ ਵਿੱਚ ਕੀ ਆਈ? ਜੀ ਉਹਨੇ ਇੱਕ, ਮੈਂ ਦੇਖਿਆ ਉਹਦੇ ਵਿੱਚ ਵੀਡੀਓ ਆਈ, ਤੇ ਉਹਦੇ ਵਿੱਚ ਉਹਨੇ ਕਿਹਾ ਵੀ, ਕਹਿਣ ਲੱਗਾ ਵੀ ਹੁਣ ਇਉਂ ਦਿਖਾਓ ਵੀ, ਇਹ ਤਾਂ ਚਲੋ ਤੁਸੀਂ ਦਿਖਾਤਾ ਵੀ, ਹੁਣ ਇਉਂ ਦਿਖਾਓ, ਕਹਿਣ ਲੱਗਾ ਵੀ ਘੋੜੇ ਤੇ ਮੱਝ ਚੜੀ ਹੋਈ ਦਿਖਾਓ। ਕਹਿਣ ਲੱਗਾ ਵੀ ਤੂੰ ਪਾਪੀਆ, ਤੈਨੂੰ ਇੰਨਾ ਚਾਹੀਦਾ ਸੀਗਾ ਵੀ ਤੈਨੂੰ ਸੋਚਣਾ ਚਾਹੀਦਾ ਵੀ ਪਰਮਾਤਮਾ ਐਡਾ ਬੇਅੰਤ ਹੈ, ਵਾਹਿਗੁਰੂ ਐਡਾ ਬੇਅੰਤ ਹੈ, ਵੀ ਉਹਨੇ ਵੀ ਮੇਰੇ ਮਨ ਦੇ ਵਿੱਚ ਭੁਲੇਖਾ ਸੀ, ਏਦਾਂ ਨਹੀਂ ਹੋ ਸਕਦਾ, ਵੀ ਉਹ ਸਾਹਮਣੇ ਦਿਖ ਗਿਆ ਵੀ ਏਦਾਂ ਵੀ ਹੋ ਜਾਊਗਾ। ਚਾਹੀਦਾ ਤਾਂ ਕੀ ਸੀ, ਸਗੋਂ ਉਲਟ ਕੇ ਹੋਰ ਕਹਿਣ ਲੱਗਾ ਵੀ ਹੁਣ ਏਦਾਂ ਦਿਖਾਓ, ਏਦਾਂ ਦਿਖਾਓ, ਵੀ ਜਾਨੀ ਕਿ ਇਹਨੂੰ ਕੋਈ ਭਰੋਸਾ ਨਹੀਂ ਇਹਨਾਂ ਨੂੰ ਮਹਾਰਾਜ ਦੇ ਉੱਤੇ। ਤੇ ਉਹੀ ਹਿਸਾਬ ਕਿਤਾਬ ਇਹਨਾਂ ਦਾ ਵੀ ਮਹਾਰਾਜ ਬੇਨਤੀ ਮੈਂ ਇਹ ਕਰਾਂ, ਆਪਣੇ ਆਪ ਨੂੰ ਸੱਚਾ ਠਹਿਰਾਉਣ। ਬੇਨਤੀ ਕਰਾਂ ਜੀ, ਜਿਹੜਾ ਤਰਕਵਾਦੀ ਤੇ ਜਿਹੜੀ ਰੰਡੀ ਜਨਾਨੀ ਹੁੰਦੀ ਆ ਨਾ, ਵੇਸ਼ਵਾ, ਇਹਨਾਂ ਦੋਨਾਂ ਦੇ ਇਹਨਾਂ ਦੇ ਮੂੰਹ ਦੇ ਉੱਤੇ ਕੰਟਰੋਲ ਨਹੀਂ ਹੁੰਦਾ। ਜਿਹੜਾ ਤਰਕ ਦੀ ਵੀ ਇੱਕ ਤਰਕ ਦੀ ਵੀ ਇੱਕ ਸੀਮਾ ਹੁੰਦੀ ਆ। ਕਿਸੇ ਜ਼ਮਾਨੇ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰ ਦਵਾਂ, ਇੱਕ ਪਲ ਦਿਓ ਜੀ। ਕਿਸੇ ਜ਼ਮਾਨੇ ਦੇ ਵਿੱਚ ਮਸ਼ੀਨਰੀ ਵਾਲੇ ਆਪਣੇ ਆਪ ਨੂੰ ਘੋੜੇ ਸਮਝਦੇ ਸੀਗੇ ਤੇ ਢੰਡਰੀਆਂ ਵਾਲੇ ਨੂੰ ਮੱਝ ਦਿਖਾਉਂਦੇ ਸੀਗੇ। ਤੇ ਉਹ ਜਦੋਂ ਫਿਰ ਇਹਨੇ ਢੋਲਕੀਆਂ ਚਿਮਟੇ ਲੈ ਕੇ ਤੇ ਇਹਨਾਂ ਮਸ਼ੀਨਰੀਆਂ ਵਾਲਿਆਂ ਦੇ ਨਾਲ ਰਲਿਆ, ਤੇ ਬਹੁਤ ਖੁਸ਼ ਹੋਏ ਵੀ ਅਸੀਂ ਬਾਬਿਆਂ ਦਾ ਟੀਸੀ ਵਾਲਾ ਬੇਰ ਪੱਟ ਲਿਆਂਦਾ। ਉਹਨੇ ਜਦੋਂ ਪਾ ਕੇ ਘੁੰਗਰੂ ਇਹਨਾਂ ਦੇ ਵਿਹੜੇ ਵਿੱਚ ਦਿੱਤਾ ਗੇੜਾ, ਇਹਨਾਂ ਦੀ ਸਾਰੀ ਸੰਗਤ ਇਕੱਠੀ ਕਰਕੇ ਲੈ ਗਿਆ। ਤੇ ਹੁਣ ਦੇਖ ਲੈਣ ਘੋੜੇ ਦੇ ਉੱਤੇ ਮੱਝ ਚੜੀ ਹੋਈ ਕਿ ਨਹੀਂ ਚੜੀ ਹੋਈ। ਸਾਰੇ ਮਸ਼ੀਨਰੀ ਥੱਲੇ ਦੱਬੇ ਹੋਏ ਆ। ਹਾਂਜੀ ਹਾਂਜੀ ਭਾਈ ਮਲਕੀਤ ਸਿੰਘ ਜੀ, ਕਰੋ ਗੱਲ ਤੁਸੀਂ। ਕਰੋ ਭਾਈ ਸਾਹਿਬ ਜੀ, 1 ਸੈਕਿੰਡ ਦਿਓ ਜੀ। ਮਹਾਰਾਜ ਤੁਸੀਂ ਮੂੰਹ ਦੀ ਗੱਲ ਹੀ ਛਿਨ ਰਹੀ, ਮੈਂ ਸਿਰਫ ਇੰਨੀ ਗੱਲ ਹੀ ਰੱਖਣ ਲੱਗਾ ਸੀ ਜੀ, ਘੋੜੇ ਤੇ ਮੱਝ ਜੇ ਨਹੀਂ ਚੜੀ, ਚਲੋ ਖੋਤਿਆਂ ਤੇ ਜ਼ਰੂਰ ਚੜ ਗਈ ਜੀ। ਸਾਰੇ ਠੀਕ ਹੈ ਹਾਂ। ਹਾਂਜੀ ਬਿਲਕੁਲ ਠੀਕ ਹੈ। ਉਹ ਮੈਂ ਸੋਚਦਾ ਸੀ ਵੀ ਦੇਖ ਲਓ ਵੀ ਇਹਨੇ ਉਹ ਜਦੋਂ ਗੱਲ ਅੱਜ ਇਹਨੇ ਉਹ ਆਪਣਾ ਕਈ ਕਲਿੱਪ ਵਾਇਰਲ ਹੋਇਆ, ਜਿਹਦੇ ਵਿੱਚ ਇਹਨੇ ਵੀ ਦੇਖੋ ਉਹ ਜਿਹੜੀ ਗੱਲ ਸੀਗੀ, ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਜੀ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ, ਹਨਾ ਜੀ। ਹੁਣ ਇਹ ਤਾਂ ਹੈਗੀ ਗੱਲ ਵੀ ਗਿਆਨ ਕਾ ਬੱਧਾ ਮਨ ਰਹਿ, ਵੀ ਗਿਆਨ ਦੇ ਨਾਲ ਮਨ ਵੱਝਾ ਰਹਿ ਜਾਂਦਾ। ਤੇ ਅਗਲੀ ਇਹਨੇ ਪੰਕਤੀ ਉਹ ਜਿਹੜੀ ਅੱਧੀ ਬੋਲੀ ਨਹੀਂ ਹੈ ਜੀ, ਉਹਦੇ ਵਿੱਚ ਏਦਾਂ ਪੰਕਤੀ ਆਉਂਦੀ ਨਾ ਵੀ ਗੁਰ ਬਿਨ ਗਿਆਨ, ਇਹਨੂੰ ਇਉਂ ਸੀਗਾ ਵੀ ਜੇ ਮੈਂ ਏਦਾਂ ਮੈਨੂੰ ਕਹਿੰਦਾ ਵੀ ਤੂੰ ਝੂਠਾ ਵਾ। ਜੀ ਠੀਕ ਹੈ ਨਾ ਜੀ। ਵੀ ਕਿਹੜਾ ਗੁਰੂ ਹੈ ਜਿਹੜੇ ਗੁਰੂ ਤੋਂ ਗਿਆਨ ਮਿਲਣਾ, ਜਿਹਦਾ ਇਹ ਢੰਡੋਰਾ ਪਿੱਟਦਾ ਰਹਿੰਦਾ। ਇਹਨਾਂ ਭਾਈ ਡਾਕਟਰ ਵੀਰ ਸਿੰਘ ਜੀ ਇੱਕ ਬੜਾ ਸੋਹਣਾ ਬਚਨ ਕਰਦੇ ਹੁੰਦੇ ਸੀ, ਕਹਿਣ ਲੱਗੇ ਵੀ ਜਿਹੜਾ ਭਵੀ ਗਿਆਨ ਆ ਨਾ, ਜਿਹੜਾ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਅੰਦਰੋਂ ਪੈਦਾ ਹੁੰਦਾ ਬੰਦੇ ਦੇ। ਬਿਲਕੁਲ ਜੀ, ਠੀਕ ਹੈ ਨਾ ਜੀ। ਜਿਵੇਂ ਭਗਤ ਕਬੀਰ ਜੀ ਨੇ ਦੇਖੋ ਗੁਰੂ ਧਾਰਨ ਕੀਤਾ ਬੜੀ ਮਿਹਨਤ ਦੇ ਨਾਲ, ਚਲੋ ਉਹਨਾਂ ਨੂੰ ਤਾਂ ਤੁਹਾਨੂੰ ਪਤਾ ਵੀ ਬਹੁਤ ਕਸ਼ਟ ਵੀ ਕਰਨਾ ਪਿਆ ਇਸ ਕਰਕੇ ਵੀ ਮੈਨੂੰ ਗੁਰੂ ਮਿਲ ਜਾਵੇ ਕਿਤੇ। ਬਿਲਕੁਲ ਜੀ, ਰਾਮਾਨੰਦ ਜੀ ਸੀ ਹਨਾ ਜੀ। ਤੇ ਉਹਨਾਂ ਨੇ ਲੈ ਕੇ ਉਹਨਾਂ ਤੋਂ ਰਾਮ ਦਾ ਨਾਮ, ਉਹਦਾ ਅਭਿਆਸ ਕੀਤਾ, ਤੇ ਉਹਦੇ ਨਾਲ ਅੰਦਰ ਗਿਆਨ ਪ੍ਰਗਟ ਜੀ ਹੋਇਆ। ਉਹ ਹੁੰਦਾ ਅਨੁਭਵੀ ਗਿਆਨ, ਸੁੱਚਾ ਗਿਆਨ, ਜਿਹੜਾ ਆਪ ਪੈਦਾ ਹੋਇਆ। ਤੇ ਜਿਹੜਾ ਆਪਾਂ ਕਿਤੇ ਘੱਗੇ ਵਰਗੇ ਦੀਆਂ, ਜਿਹਨੂੰ ਹੁਣ ਇਹਨਾਂ ਜਿਹੜਾ ਹਰ ਥਾਂ ਤੇ ਪੱਗ ਲਵਾਉਂਦਾ ਫਿਰਦਾ ਹਨਾ ਜੀ ਅੱਗੇ ਆਉਂਦਾ, ਠੀਕ ਹੈ ਨਾ ਜੀ। ਉਹਨੂੰ ਇੱਕ ਦਿਨ ਦੀਵਾਨ 'ਚ ਬੜਾ
ਜੀ। ਹਨਾ ਜੀ। ਭਾਈ ਸਾਹਿਬ ਜੀ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਕਿਤੇ ਸਮਹਾਉ ਕੈਂਸਲ ਹੋ ਰਹੀ ਆ, ਤਾਂ ਨਹੀਂ ਹੋ ਰਹੀ। ਬਿਲਕੁਲ। ਤੇ ਉਹਨੂੰ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਣੇ ਨਾਲ ਸਰਦਾਰ ਸ਼ਮਸ਼ੇਰ ਸਿੰਘ ਜੇਠੂਵਾਲ ਸਾਹਿਬ ਵੀ ਜੁੜ ਚੁੱਕੇ ਨੇ। ਸਿੰਘੋ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਜੀ ਆਇਆਂ ਨੂੰ ਸਵਾਗਤ ਹੈ ਭਾਈ ਜੇਠੂਵਾਲ ਸਾਹਿਬ। ਤੇ ਉਹ ਵਾਹਿਗੁਰੂ ਜੀ ਗੁਰਮੁਖ ਕਾ ਦੇਖੋ ਖਾਲਸਾ ਵਾਹਿਗੁਰੂ ਜੀ ਕੀ ਤੇ ਉਹ ਫਤਿਹ। ਭਾਈ ਸਾਹਿਬ ਜੀ, ਹਾਂਜੀ, ਮੈਂ ਇੱਕ ਮਿੰਟ ਭਾਈ ਸਾਹਿਬ, ਬੇਨਤੀ ਆ, ਇਹ ਸਾਡੇ ਨਾਲ ਹੋਰ ਕਾਲਰ ਜੁੜ ਚੁੱਕੇ ਨੇ ਤੇ ਆਪ ਜੀ ਜਿਹੜਾ ਬਚਨ ਰੱਖ ਰਹੇ ਆ, ਤੇ ਤੁਸੀਂ 1-2 ਮਿੰਟ ਦੇ ਵਿੱਚ ਸਮਾਪਤ ਕਰਨ ਦੀ ਕੋਸ਼ਿਸ਼ ਕਰਨੀ, ਤਾਂ ਜੋ ਆਪਾਂ ਦੂਸਰੇ ਚਲੋ ਮੈਂ ਹਾਂਜੀ ਜੇਠੂਵਾਲ ਸਾਹਿਬ ਹੋਣਾ ਤੋਂ ਵੀ ਆਪਾਂ ਇਸ ਵਿਸ਼ੇ ਦੇ ਉੱਤੇ ਵਿਚਾਰਾਂ ਦੀ ਸਾਂਝ ਲੈ ਸਕੀਏ। 1-2 ਮਿੰਟ ਫਿਰ ਆਪਾਂ ਸਮਾਪਤੀ ਕਰਦੇ। ਠੀਕ ਹੈ ਜੀ। ਹਾਂਜੀ। ਤੇ ਉਹ ਮੈਂ ਸੋਚਦਾ ਵੀ ਦੇਖੋ ਉਹਨਾਂ ਭਾਈ ਵੀਰ ਸਿੰਘ ਜੀ ਨੇ ਕਿਹਾ ਵੀ ਇਹ ਝੂਠਾ ਗਿਆਨ ਚੱਕੀ ਫਿਰਦੇ। ਦੇਖੋ ਗਿਆਨ ਹੈ ਜਿਹੜਾ ਗੁਰੂ ਦੇ ਦਿੱਤੇ ਹੋਏ ਸ਼ਬਦ ਤੋਂ ਪੈਦਾ ਹੁੰਦਾ, ਹਨਾ ਜੀ। ਤੇ ਉਹ ਸ਼ਬਦ ਤੋਂ ਇਹ ਸਮਝਦੇ ਵੀ ਉਹਨਾਂ ਕੋਲ ਨਾ ਤਾਂ ਉਹ ਗਿਆਨ ਜਿਹਨੂੰ ਗੁਰੂ ਬਣਾਈ। ਜੀ। ਮੇਰੇ ਖਿਆਲ ਦੇ ਉਹਨਾਂ ਦਾ ਸਿਗਨਲ ਕਾਫੀ ਜ਼ਿਆਦਾ ਵੀਕ ਹੈ ਭਾਈ ਸਾਹਿਬ ਉਹਨਾਂ ਦਾ। ਹਾਂਜੀ ਜੇਠੂਵਾਲ ਸਾਹਿਬ, ਹਾਂਜੀ ਤੁਸੀਂ ਠੀਕ ਹੈ ਜੀ ਮਹਾਰਾਜ, ਕੋਈ ਨਹੀਂ, ਓਕੇ ਜੀ। ਓਕੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਜੇਠੂਵਾਲ ਸਾਹਿਬ ਜੀ, ਸਵਾਗਤ ਹੈ ਜੀ। ਜੀ ਆਇਆਂ ਨੂੰ ਮਹਾਰਾਜ। ਖਾਲਸਾ। ਹਾਂਜੀ ਜੇਠੂਵਾਲ ਸਾਹਿਬ। ਹਾਂਜੀ ਭਾਈ ਅਮਰਜੀਤ ਸਿੰਘ ਜੀ, ਬਹੁਤ ਧੰਨਵਾਦ ਜੀ। ਆਪਣਾ ਵਿਸ਼ਾ ਇਹ ਆ ਕਿ ਅੱਜ ਜਿਨ੍ਹਾਂ ਨੂੰ ਇਹ ਲਟੇਰੇ ਕਹਿੰਦਾ ਕਿ ਲਟੇਰੇ ਤੇ ਲੰਗਰ ਵਾਲੀਆਂ ਟੋਕਰੀਆਂ ਲੈ ਕੇ ਦਰਾਂ ਦੇ ਬੂਹੇ ਖੜਕਾਉਂਦੇ ਫਿਰਦੇ ਆ, ਤੇ ਬਾਬਾ ਕਹਿੰਦਾ ਮੇਰੇ ਡੇਰੇ ਅੰਦਰ ਜੇ ਕੋਈ ਬੜਿਆ ਤੇ ਬੰਦੇ ਦੇ ਪੁੱਤ ਬਣ ਜਾਓ, ਬਾਹਰੋਂ ਚਾਹ ਪੀ ਕੇ ਦਫਾ ਹੋ ਜਾਓ। ਬਾਬਾ ਜੀ, ਮੈਨੂੰ ਨਾ ਹੈਰਾਨੀ ਇਸ ਗੱਲ ਦੀ ਹੋ ਰਹੀ ਆ ਭਾਈ ਸਾਹਿਬ ਜੀ ਕਿ ਇਹਨਾਂ ਨੇ ਪਿਛਲੇ ਦਿਨੀ ਕਿਹਾ ਕਿ ਮੈਂ ਇਹਨਾਂ ਦੀ ਦੀਵਾਨ ਜਿਹੜਾ ਹੁਣ ਸੀ, ਇੱਕ ਤਾਂ ਮੇਕਅਪ ਨਹੀਂ ਹੋਇਆ ਭਾਈ ਸਾਹਿਬ ਦਾ, ਮੇਰੇ ਖਿਆਲ ਸਮਾਨ ਨਹੀਂ ਮਿਲਿਆ ਹੋਣਾ, ਸਾਰਾ ਪੰਜਾਬ ਬੰਦ ਆ, ਹਿੰਦੁਸਤਾਨ ਹੀ ਬੰਦ ਆ ਪੂਰਾ। ਉਹ ਨਹੀਂ, ਉਹ ਹੋਰ ਚੱਕਰ ਸੀ ਜੇਠੂਵਾਲ ਸਾਹਿਬ। ਉਹਨਾਂ ਨੂੰ ਸ਼ੱਕ ਸੀ ਵੀ ਜੇ ਕੋਈ ਮੇਕਅਪ ਪਾਉਣ ਲੱਗਾ, ਮੂੰਹ 'ਚ ਉਂਗਲ ਪਾਤੀ, ਕਰੋਨਾ ਵਾਲੀ, ਤੇ ਬਾਬੇ ਦਾ ਬਾਜਾ ਵਜਾ ਦੇਣਾ ਉਹਨੇ। ਮੈਂ ਪੱਤਰਕਾਰ ਹੋਣ ਨਾਤੇ ਥੋੜੀ ਜਿਹੀ ਸ਼ਬਦਾਵਲੀ ਸਹੀ ਵਰਤਾਂ, ਤੇ ਭਾਈ ਸਾਹਿਬ ਨੂੰ ਮੇਕਅਪ ਨਹੀਂ ਮਿਲਿਆ, ਤੇ ਉਹਨਾਂ ਦਾ ਚਿਹਰਾ ਬੜਾ ਹੋਰ ਤਰ੍ਹਾਂ ਦਾ ਸੀ ਯਾਰ ਕੀ। ਅੱਛਾ ਜੀ। ਤੇ ਬੜੀ ਹੈਰਾਨੀ ਹੋਈ ਦੇਖ ਕੇ। ਅੱਛਾ, ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਗੱਲ ਵਿਚਾਰਨਯੋਗ ਆ ਸਾਡੇ ਸਭਨਾਂ ਲਈ। ਕਹਿੰਦੇ ਕਿ ਕਿਸੇ ਧਾਰਮਿਕ ਜਾਂ ਧਰਮ ਨੂੰ ਮੰਨਣ ਵਾਲੇ ਬੰਦੇ ਨੇ ਨਹੀਂ ਦੱਸਿਆ ਕਰੋਨਾ ਵਾਇਰਸ ਬਾਰੇ, ਸਾਇੰਸ ਨੇ ਦੱਸਿਆ ਜੀ। ਔਰ ਜਿਹੜੇ ਭਾਈ ਸਾਹਿਬ ਜੀ ਇਹ ਗੱਲ ਕਹਿ ਰਹੇ ਆ, ਉਹਨਾਂ ਨੇ ਗਾਤਰਾ ਪਾਇਆ ਵਾ, ਅੰਮ੍ਰਿਤ ਛਕਿਆ ਵਾ, ਚੋਲਾ ਪਾਇਆ ਵਾ, ਸਿਰ ਤੇ ਦਮਾਲਾ ਸਜਾਇਆ ਵਾ, ਹੱਥ 'ਚ ਹਾਰਮੋਨੀਅਮ ਫੜਿਆ ਵਾ, ਸਟੇਜ ਤੇ ਬੈਠੇ ਆ। ਅੱਛਾ ਜੀ। ਇਹ ਵਾਜੇ ਵਾਲੇ ਚੋਲੇ ਵਾਲੇ ਸਾਇੰਸਦਾਨ ਕਿੱਥੋਂ ਪੈਦਾ ਹੋਣ ਲੱਗ ਪਏ? ਬਸ ਜੀ, ਪੁੱਛੋ ਨਾ ਵੀ ਹੁਣ। ਜਿਹੜਾ ਕਿਊਬਾ ਮੁਲਕ ਆ, ਕਿਊਬਾ ਛੋਟਾ ਜਿਹਾ ਮੁਲਕ ਆ, ਉਹਨੇ ਹਜ਼ਾਰਾਂ ਦੀ ਤਾਦਾਦ ਵਿੱਚ ਡਾਕਟਰ ਪੈਦਾ ਕੀਤੇ ਆ, ਸਾਇੰਸ ਦੇ ਖੇਤਰ ਵਿੱਚ ਬਹੁਤ ਵੱਡੀ ਤਰੱਕੀ ਕੀਤੀ ਆ। ਅਮਰੀਕਾ ਵਰਗੇ ਦੇਸ਼ਾਂ ਨੇ ਉੱਤੇ ਪਾਬੰਦੀਆਂ ਲਾਉਣ ਦੀ, ਉਹਨੂੰ ਖਤਮ ਕਰਨ ਦੇ ਬੜੇ ਯਤਨ ਕੀਤੇ। ਇਹ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਇੱਕ ਦੂਜੀਆਂ ਸਟੇਟਾਂ ਦੀ ਚੱਲਦੀ ਰਹਿੰਦੀ ਆ ਆਪਸੀ ਰੰਜਿਸ਼ਬਾਜੀ, ਪਰ ਕਿਊਬਾ ਨੇ ਦੁਨੀਆ ਨੂੰ ਅੱਜ 15,000 ਦੇ ਕਰੀਬ ਜਿਹੜੇ ਡਾਕਟਰ ਦਿੱਤੇ ਆ। ਕੀ ਬਾਤ ਹੈ। ਇਸ ਮਹਾਮਾਰੀ ਦੇ ਵਿੱਚ ਸੇਵਾ ਕਰਨ ਲਈ। ਜੀ, ਬੜੀ ਵੱਡੀ ਗੱਲ ਹੈ ਜੀ। ਉਹ ਸਾਇੰਸ ਨੂੰ ਮੰਨਦੇ, ਉਹਦੀ ਥਿਊਰੀ, ਉਹਨਾਂ ਦੀ ਥਿਊਰੀ ਸਾਇੰਸ ਹੈ। ਸਾਇੰਸ ਜਿਹੜੀ ਆ ਉਹ ਮਨੁੱਖਤਾ ਨੂੰ ਸਮਰਪਿਤ ਹੈਗੀ ਆ, ਬਟ ਧਰਮ ਜਿਹੜਾ ਵਾ ਇਹਦੀਆਂ ਜਿਹੜੀਆਂ ਨਕਾਰਾਤਮਕ ਪਹਿਲੂਆਂ ਨੂੰ ਉਭਾਰ ਕੇ ਤੇ ਧਰਮ ਦੇ ਸਕਾਰਾਤਮਕ ਪਹਿਲੂ ਜਿਹੜੇ ਆ, ਜਿਹੜੇ ਲੋਕਾਂ ਨੂੰ ਨੈਤਿਕ ਗੁਣਾਂ ਦੀ ਸਿੱਖਿਆ ਦਿੰਦੇ ਆ, ਜਾਂ ਜਿਹੜੀਆਂ ਕ੍ਰਾਂਤੀ ਧਰਮ ਦੀ ਦੁਨੀਆ ਦੇ ਵਿੱਚ, ਜਿਵੇਂ ਭਾਰਤ ਦੇ ਵਿੱਚ ਕਿੰਨੇ ਹਮਲੇ ਹੋਏ, ਮੁਹੰਮਦ ਬਿਨ ਕਾਸਮ 712 ਈਸਵੀ ਤੋਂ ਲੈ ਕੇ ਹੁੰਦੇ ਰਹੇ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਖਾਲਸਾ ਸਾਜਿਆ, ਉਹਨੇ ਦਰਾ ਖੈਬਰ ਤੇ ਜਾ ਕੇ ਕਿਲ੍ਹਾ ਬਣਾਇਆ। ਅੱਜ ਵੀ ਤੁਸੀਂ ਖੈਬਰ ਪਖਤੂਨ ਜਾਓ ਤੇ ਉੱਥੇ ਹਰੀ ਸਿੰਘ ਨਲੂਏ ਦਾ ਕਿਲ੍ਹਾ ਮੌਜੂਦ ਆ। ਉਹ ਧਰਮ ਨੂੰ ਮੰਨਣ ਵਾਲਿਆਂ ਦੀ ਕ੍ਰਾਂਤੀ ਸੀ, ਜਿਨ੍ਹਾਂ ਨੇ ਸਦੀਆਂ ਤੋਂ ਸਾਡੇ ਦੇਸ਼ ਦੀਆਂ ਇੱਜ਼ਤਾਂ ਤੇ ਸਾਡੇ ਦੇਸ਼ ਦੇ ਧਰਮ ਸਥਾਨਾਂ ਦੀ ਹੁੰਦੀ ਬੇਇੱਜ਼ਤੀ ਨੂੰ ਰੋਕਿਆ। ਜੀ ਬਿਲਕੁਲ। ਇਹ ਕਹਿ ਰਹੇ ਆ ਕਿ ਧਰਮ ਨੇ ਨਹੀਂ ਦੱਸਿਆ ਕਿਸੇ ਨੇ, ਇਹ ਧਰਮ ਨੂੰ ਨੀਵਾਂ ਵਿਖਾ ਰਹੇ ਆ। ਧਾਰਮਿਕ ਤਾਂ ਫਿਰ ਇਹ ਰਹੇ ਨਹੀਂ, ਇਹ ਤਾਂ ਹੁਣ ਨਾਸਤਿਕ ਬਣ ਗਏ ਤੇ ਸਾਇੰਸਦਾਨ ਹੈ ਨਹੀਂ।
ਫਿਰ ਇਹ ਹੈ ਕੀ? कौआ चला हंस की चाल अपनी भी भूल गया। ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਹੋਏ ਵਗ ਪਪੜਾ ਸਿਰ ਤਲ ਉੱਪਰ ਪਾਉ। ਭਾਈ ਸਾਹਿਬ ਜੀ ਉਹ ਹਾਲਾਤ ਬਣੇ ਪਏ ਆ। ਤੇ ਰੀਸਾਂ ਹੋ ਜਾਂਦੀਆਂ ਬੜੀਆਂ ਸੌਖੀਆਂ। ਮੈਂ ਵੀ ਚਾਹੁੰਦਾ ਮੈਂ ਚੋਲਾ ਪਵਾ ਲਵਾਂ ਲੰਮਾ ਤੇ ਕਿਰਪਾਨ ਉੱਤੋਂ ਦੀ ਪਾਵਾਂ, ਬੜਾ ਸੋਹਣਾ ਸੱਜ ਫੱਬ ਕੇ ਬਵਾਂ, ਪਰ ਜਿਹੜੀ ਨਾਮ ਬਾਣੀ ਦੀ ਕਮਾਈ ਆ ਨਾ ਉਹਦੇ ਬਿਨਾਂ ਗੱਲ ਨਹੀਂ ਬਣਨੀ। ਮੈਂ ਤੇ ਭਾਈ ਆਪਣੇ ਸਰਦਾਰ ਸ਼ਮਸ਼ੇਰ ਸਿੰਘ ਜੀ ਹੈਰਾਨ ਹੁੰਦਾ ਆ ਬਈ, ਜੇ ਅਗਰ ਕਦੇ ਅਸੀਂ ਹਸਪੀਟਲ ਜਾਂਦੇ ਆ ਨਾ ਕੋਈ ਐਮਰਜੈਂਸੀ ਰੂਮ ਦੇ ਵਿੱਚ, ਤੇ ਉਹ ਕਹਿੰਦੇ ਵੀ ਤੇਰਾ ਕੰਨ ਦੁਖਦਾ ਆ ਤੇ ਇੱਥੇ ਡਾਕਟਰ ਦੂਜੇ ਹੈਗੇ ਆ, ਪਰ ਕੰਨ ਵਾਲਾ ਆਣ ਕੇ ਉਹੀ ਚੈੱਕ ਕਰੂਗਾ। ਜੇ ਤੇਰੇ ਪੈਰ ਦੇ ਗੂਠੇ ਦੁਖਦੇ ਤਾਂ ਗੂਠੇ ਵਾਲਾ, ਪੈਰਾਂ ਵਾਲਾ ਸਪੈਸ਼ਲਿਸਟ ਚੈੱਕ ਕਰੇਗਾ। ਜੇ ਤੇਰੇ ਅੱਖਾਂ ਦੁਖਦੀਆਂ ਆ ਤੇ ਅੱਖਾਂ ਵਾਲਾ ਸਪੈਸ਼ਲਿਸਟ ਚੈੱਕ ਕਰੂਗਾ। ਸਰੀਰ ਦੇ ਕਿੰਨੇ ਵੱਖ-ਵੱਖ ਹਿੱਸੇ ਨੇ, ਉਹਨਾਂ ਦੇ ਵਿੱਚ ਜਿਹੜਾ ਆ ਕਾਰਡੀਓਲੋਜਿਸਟ, ਨਿਊਰੋਲੋਜਿਸਟ, ਗਾਇਨਾਕੋਲੋਜਿਸਟ, ਵੱਖਰੇ ਵੱਖਰੇ ਸੈਂਕੜੇ ਤਰ੍ਹਾਂ ਦੇ ਮਾਹਰ ਡਾਕਟਰ ਆ। ਤੇ ਮੈਂ ਕਹਿੰਦਾ ਵੀ ਕਿੱਡਾ ਕੁ ਮਾਣ ਇਹ ਸ਼ੇਰ ਤੇ ਐਡਾ ਤਕੜਾ ਪੁੱਤ ਜੰਮਿਆ ਆ, ਸਰਬ ਕਲਾ ਭਰਪੂਰ। ਇਹਨੇ ਵਿਗਿਆਨੀ ਵੀ ਮੋਹਰੇ ਲਾਏ ਹੋਏ ਆ, ਇਹਨੇ ਰਾਜਨੀਤਿਕ ਵੀ ਮੋਹਰੇ ਲਾਏ ਹੋਏ ਆ, ਇਹਨੇ ਦੁਕਾਨਦਾਰਾਂ ਵਾਲੇ ਵੀ ਮੋਹਰੇ ਲਾਏ ਹੋਏ ਆ, ਇਹਨੇ ਜ਼ਿਮੀਂਦਾਰ ਵੀ ਮੋਹਰੇ ਲਾਏ ਆ, ਇਹਨੇ ਪਰਿਵਾਰਾਂ ਵਾਲੇ ਵੀ ਮੋਹਰੇ ਲਾਏ ਆ। ਇੱਕ ਇਹਨਾਂ ਦੇ ਜਿਹੜੇ ਚੇਲੇ ਆ ਉਹਨਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਵੇਖ ਕੇ ਤਾਂ ਹੈਰਾਨੀ ਹੁੰਦੀ ਆ। ਸ਼ਾਇਦ 3 ਸਦੀਆਂ ਦੇ ਇਤਿਹਾਸ ਵਿੱਚ ਕਿਸੇ ਨੇ ਇੰਨਾ ਕੂੜ ਪ੍ਰਚਾਰ ਨਹੀਂ ਕੀਤਾ ਹੋਵੇਗਾ। ਡਿੱਠੇ ਸਭੇ ਥਾਮ ਨਹੀਂ ਤੂੰ ਦਜੇ ਹੈ ਬੁੱਧ ਪੁਰਖ ਵਿਧਾਤੇ ਤਾਂ ਤੂੰ ਸੋਇਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪ੍ਰਥਾਏ, ਇੰਨੇ ਕੋਝੇ ਸ਼ਬਦ ਵਰਤੇ। ਮਰਿਆਦਾ ਬੰਦ ਹੋਈ ਪਈ ਆ। ਡਾਕਟਰ ਰੂਪ ਸਿੰਘ ਜੀ ਜਿਹੜੇ ਸਕੱਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਸਪੈਸ਼ਲ ਲਾਈਵ ਹੋ ਕੇ ਵੀਡੀਓ ਬਣਾ ਕੇ ਪਾਉਣੀ ਪਈ ਕਿ ਕੋਈ ਦਰਵਾਜ਼ੇ ਨਹੀਂ ਬੰਦ ਹੋਏ ਦਰਬਾਰ ਸਾਹਿਬ ਦੇ, ਉੱਥੇ ਮਰਿਆਦਾ ਨਿਭਾਈ ਜਾ ਰਹੀ ਆ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਤੁਹਾਡੇ ਮਾਧਿਅਮ ਰਾਹੀਂ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਦਰ ਆ ਜਿੱਥੇ 1984 ਦੇ ਵਿੱਚ ਜਦੋਂ ਤੋਪਾਂ ਟੈਂਕਾਂ ਨਾਲ ਭਾਰਤੀ ਹਾਕਮ ਚੜ੍ਹ ਕੇ ਆਏ ਸੀ, ਉਦੋਂ ਵੀ ਉਹ ਦਰ ਬੰਦ ਨਹੀਂ ਹੋਏ। ਉਸ ਦਰ ਦੇ ਬੂਹੇ ਉਹ ਏਡਾ ਪਵਿੱਤਰ ਦਰ ਆ। ਉੱਥੇ ਕੀਰਤਨ ਕਰਦੇ ਆ ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ ਦੀ ਸ਼ਹੀਦੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਕੀਰਤਨ ਕਰਦੇ ਉਹਨਾਂ ਦੇ ਗੋਲੀ ਲੱਗੀ ਸੀ। ਉਹ ਗੋਲੀ ਭਾਈ ਅਵਤਾਰ ਸਿੰਘ ਜੀ ਦੀ ਗਰਦਨ ਚੋਂ ਲੰਘ ਕੇ ਗੁਰੂ ਸਾਹਿਬ ਮਹਾਰਾਜ ਦੇ ਸਰੂਪ ਨੂੰ ਲੱਗੀ। ਅੱਜ ਵੀ ਉਹ ਸਰੂਪ ਸਾਡੇ ਕੋਲ ਸੰਭਾਲਿਆ ਪਿਆ। ਸ੍ਰੀ ਦਰਬਾਰ ਸਾਹਿਬ ਉਹ ਸਥਾਨ ਆ ਜਿੱਥੇ ਗਿਆਨੀ ਪੂਰਨ ਸਿੰਘ ਵਰਗੇ ਮਹਾਨ ਸਿੱਖ ਸ਼ਖਸੀਅਤਾਂ ਜਿਨ੍ਹਾਂ ਨੇ 1984 ਦੇ ਵਿੱਚ ਸੈਂਕੜੇ ਸਿੱਖ ਜਿਹੜੇ ਖਾੜਕੂ ਸੀਗੇ ਸਿੰਘ, ਉਹਨਾਂ ਦੇ ਪਰਿਵਾਰਾਂ ਨੂੰ ਉੱਥੋਂ ਕਿਸੇ ਤਰ੍ਹਾਂ ਬੱਚਿਆਂ ਨੂੰ ਤੇ ਬੀਬੀਆਂ ਨੂੰ ਕੱਢਿਆ, ਆਪਣੀ ਜਾਨ ਤੇ ਖੇਡ ਕੇ ਡਿਊਟੀਆਂ ਨਿਭਾਈਆਂ ਵੜਦੀਆਂ ਗੋਲੀਆਂ ਦੇ ਵਿੱਚ। ਤੇ ਇਹ ਸਿੱਖਾਂ ਨੂੰ ਕੀ ਸਮਝਦੇ ਆ? ਇਹਨਾਂ ਨੇ ਆਪਣੀ ਜਿਹੜੀ ਸਮਝ ਆ ਉਹ ਸਿੱਖ ਮਾਈਂਡਡ ਬੰਦੇ ਹੀ ਨਹੀਂ ਆ ਭਾਈ ਸਾਹਿਬ। ਮੈਂ ਹੈਰਾਨ ਹੋ ਗਿਆ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਪਰ। ਚਲੋ ਮੰਨ ਲਿਆ ਦਮਦਮੀ ਟਕਸਾਲ ਨੂੰ ਇਹ ਹਾਰਟ ਕਰੇਗੀ, ਮੇਰਾ ਦਮਦਮੀ ਟਕਸਾਲ ਨੇ ਨੁਕਸਾਨ ਕਰਤਾ। ਹਾਲਾਂਕਿ ਉਹ ਸਾਰੇ ਬੁੱਧੀਜੀਵੀ ਸਾਰੇ ਜਿਹੜੇ ਵੱਡੇ ਆਗੂ ਆ ਉਹ ਕੱਲ ਮੰਨ ਚੁੱਕੇ ਆ ਕਿ ਇਹਦੇ ਤੇ ਹਮਲਾ ਇਹਦੀ ਬੋਲਬਾਣੀ ਕਰਕੇ ਹੋਇਆ। ਕਿ ਕਿਸੇ ਨੂੰ ਤੁਸੀਂ ਬਾਗੜ ਵੇਲਾ, ਕਿਸੇ ਨੂੰ ਤੁਸੀਂ ਧੂਤੇ, ਜੋ ਮਰਜ਼ੀ ਲਫ਼ਜ਼ ਵਰਤੀ ਜਾਓ। ਫਿਰ ਉਹਦਾ ਰਿਐਕਸ਼ਨ ਜਿਹੜਾ ਬਾਬਾ ਹਰਨਾਮ ਸਿੰਘ ਜੀ ਨੇ ਮੀਡੀਆ ਨੂੰ ਮੁਖਾਤਬ ਹੋ ਕੇ ਗੱਲ ਕਹੀ ਸੀ ਉਸ ਵੇਲੇ ਕਿ ਮੈਂ ਕਦੇ ਵੀ ਮੇਰੇ ਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਨੂੰ ਜਵਾਬ ਨਹੀਂ ਦਿੱਤਾ, ਨਾ ਅਸੀਂ ਵਿਸ਼ਵਾਸ ਰੱਖਦੇ ਹਾਂ ਕਿਸੇ ਨੂੰ ਗਲਤ ਬੋਲਣਾ, ਪਰ ਮੈਂ ਕਿਸੇ ਨੂੰ ਨਹੀਂ ਡੱਕ ਸਕਦਾ। ਜਿਹੜੇ ਸੰਸਥਾਵਾਂ ਨੂੰ ਟਕਸਾਲ ਦੀ ਪੱਗ ਨੂੰ ਮੰਨਣ ਵਾਲੇ ਆ, ਜਿਨ੍ਹਾਂ ਟਕਸਾਲ ਦੀ ਪੱਗ ਨੂੰ ਕਾਇਮ ਰੱਖਿਆ ਗੁਰੂ ਕੇ ਸਿੰਘਾਂ ਨੇ, ਕੁਰਬਾਨੀ ਵਾਲਿਆਂ ਨੇ, ਉਹਨਾਂ ਨੇ ਜੇ ਹਮਲਾ ਕੀਤਾ ਤੇ ਉਹਦਾ ਮੈਂ ਜ਼ਿੰਮੇਵਾਰ ਨਹੀਂ ਆ। ਨਾ ਹੀ ਮੈਂ ਕਹਿਣਾ ਵੀ ਇਹਦੇ ਤੇ ਹਮਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹਨੇ ਕੀਤਾ ਉਹ ਜ਼ਿੰਮੇਵਾਰ ਸਿੰਘ ਆ। ਪਰ ਮੈਂ ਕਿਉਂ ਕਹਾਂ ਕਿ ਉਹਨਾਂ ਨੇ ਗਲਤ ਕੀਤਾ? ਕਿਉਂਕਿ ਇਹਨੂੰ ਵੀ ਆਪਣੀ ਬੋਲਬਾਣੀ ਤੇ ਕਾਬੂ ਰੱਖਣਾ ਚਾਹੀਦਾ। ਉਹ ਗੱਲ ਤੇ ਫਿਰ ਭਾਈ ਸਾਹਿਬ ਜੀ ਉੱਥੇ ਆਣ ਕੇ ਡਿੱਗ ਜਾਂਦੀ ਹੈ ਨਾ। ਪਿੰਡ ਦੇ ਵਿੱਚ ਕੋਈ ਬਜ਼ੁਰਗ ਆ ਬੰਦਾ ਸੀਗਾ ਤੇ ਸਿਆਲੂ ਦਿਨ ਆ ਗਏ ਤੇ ਬੀਬੀ ਨੂੰ ਆਂਦਾ, ਕਹਿੰਦਾ ਵੀ ਬੀਬੀ ਆ ਥੋੜ੍ਹਾ ਜਿਹਾ ਮੈਨੂੰ ਕਿਸੇ ਨੇ ਗੁੜ ਦਿੱਤਾ ਆ, ਥੋੜ੍ਹਾ ਜਿਹਾ ਘਿਓ ਦਿੱਤਾ ਆ, ਤੇ ਇੱਦਾਂ ਕਰ ਮੈਨੂੰ ਪਿੰਨੀਆਂ ਬਣਾ ਦੇ ਥੋੜ੍ਹੀ ਜਿਹੀਆਂ, ਸਿਆਲੇ ਦਿਨ ਆ ਠੰਡ ਬੜੀ ਆ। ਤੇ ਉਹ ਬੀਬੀ ਕਹਿੰਦੀ ਭਾਈ ਕੰਮ ਦੇ ਦਿਨ ਆ ਤੇ ਵੀ ਕੋਈ ਗੱਲ ਨਹੀਂ, ਜਦੋਂ ਟਾਈਮ ਲੱਗਾ ਤੇ ਮੈਂ ਬਣਾ ਦੇਵਾਂਗੀ। ਉਹ 4-5 ਦਿਨ ਨਿਕਲ ਗਏ ਤੇ ਉਹ ਫੇਰ ਆਇਆ ਤੇ ਉਹਨੇ ਫੇਰ ਗਾਂਹ ਤੋਰਤਾ। ਤੇ ਇੱਕ ਦਿਨ ਫੇਰ ਬੀਬੀ ਕਿਤੇ ਕੜਾਹੀ ਵਿੱਚ ਸਮਾਨ ਪਾ ਕੇ ਲੱਗੀ ਹੋਈ ਸੀਗੀ ਤੇ ਜਦੋਂ ਉਹ ਗਿਆ ਤੇ ਉਹ ਟੁੱਟ ਕੇ ਪੈ ਗਿਆ ਮੂਹਰੇ। ਉਹ
ਕਹਿੰਦਾ 3 ਦਿਨ ਹੋ ਗਿਆ ਤੈਨੂੰ ਮੈਂ ਫੜਾ ਕੇ ਗਿਆ ਸਮਾਨ, ਤੂੰ ਇੱਥੇ ਕਹਿੰਦਾ ਮੈਨੂੰ ਤਿਆਰ ਕਰਕੇ ਦੇਣਾ ਹੀ ਦੇ ਦੇਣੀ, ਨਹੀਂ ਦੇਣਾ ਹੀ ਨਾ ਦਿੰਦੀ। ਮੈਨੂੰ ਇਹਨੇ ਦਿਨ ਗੇੜੇ ਮਰਵਾਏ ਇੱਦਾਂ ਜਿੱਦਾਂ, ਜਦੋਂ ਵੱਧ ਘੱਟ ਬੋਲਿਆ ਤੇ ਬੀਬੀ ਕਹਿੰਦੀ ਝੋਲੀ ਅੱਡ, ਝੋਲੀ ਅੱਡ। ਤੇ ਉਹਨੇ ਜਿਹੜਾ ਗੱਲਾ ਹੀ ਸਮਾਨ ਸੀ ਸਾਰਾ ਚੱਕ ਕੇ ਝੋਲੀ 'ਚ ਪਾ ਦਿੱਤਾ ਤੇ ਉਹ ਤੱਤਾ ਤੱਤਾ ਲੈ ਕੇ ਤੇ ਲੱਤਾਂ ਚੌੜੀਆਂ ਕਰਕੇ ਜਿੱਦਾਂ ਲਾਗਾ ਲੱਗਿਆ ਹੁੰਦਾ, ਤੁਹਾਨੂੰ ਤੁਸੀਂ ਸਮਝਦੇ ਲਾਗਾ? ਹਾਂਜੀ ਮੈਂ ਸਮਝਦਾ ਜੀ। ਆਪਣੇ ਇੱਕ ਗੀਤਕਾਰ ਵੀ ਪਿਛਲੇ ਦਿਨੀ ਗਾ ਕੇ ਗਿਆ, ਜਿੱਦਾਂ ਲਾਗਾ ਲੱਗਾ ਹੁੰਦਾ ਤੇ ਉਹ ਤੁਰਿਆ ਜਾ ਰਿਹਾ ਤੇ ਪਿੰਡ ਦੇ ਵਿੱਚ ਕੋਈ ਮੂਹਰੇ ਬੰਦਾ ਤੁਰਿਆ ਆਉਂਦਾ, ਉਹ ਕਹਿੰਦਾ ਗੁਲਜ਼ਾਰੀ ਕੀ ਚਾਹੁੰਦਾ ਆ? ਕਹਿੰਦਾ ਜ਼ੁਬਾਨ ਦਾ ਰਸ ਚਾਹੁੰਦਾ ਆ। ਇਹ ਹੈ ਸੋ ਇਹ ਜੋ ਕੁਛ ਵਰਤਾਰਾ ਇਹਦੇ ਨਾਲ ਵਰਤ ਰਿਹਾ ਇਹਦੀ ਜ਼ੁਬਾਨ ਦੇ ਰਸ ਕਰਕੇ ਆ। ਖਬਰ ਇਹ ਆਈ ਆ, ਮੈਂ ਹੈਰਾਨ ਆ ਕਿ ਇੰਨੀ ਵੱਡੀ ਸੇਵਾ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾ ਰਹੀ ਆ। ਜਿਹੜਾ ਸਿੱਖ ਮਿਸ਼ਨ ਹਾਪੁੜ ਤੋਂ ਪ੍ਰਚਾਰਕ ਦਾ ਫੋਨ ਆਇਆ ਕਿ ਉੱਥੇ ਮਹਾਰਾਸ਼ਟਰ ਦੇ ਵਿੱਚ ਹਾਪੁੜ ਦੇ ਵਿੱਚ ਜਦੋਂ ਇੱਕਦਮ ਲੋਕਡਾਊਨ ਹੋ ਗਿਆ ਪੂਰਾ ਦੇਸ਼, ਤੇ ਜਿਹੜੇ ਪੰਜਾਬੀ ਡਰਾਈਵਰ ਜਾਂ ਸਿਰੇ ਦੂਰ ਦਰਾਡੇ ਵਿਚਾਰੇ ਕਸ਼ਮੀਰੀ ਡਰਾਈਵਰ ਸੀ, ਉਹਨਾਂ ਦੀਆਂ ਗੱਡੀਆਂ ਵਾਸਤੇ ਕੋਈ ਜਗ੍ਹਾ ਨਹੀਂ ਸੀ ਉੱਥੇ। ਫਿਰ ਜੇ ਗੁਰਦੁਆਰਾ ਭਗਤ ਉੱਥੇ ਸਾਰੀ ਉਹਨਾਂ ਗੱਡੀਆਂ ਨੂੰ ਲਾਇਆ ਗਿਆ, ਕਿਉਂਕਿ ਗੱਡੀਆਂ ਲਾਉਣੀਆਂ ਇੱਕ ਅਲੱਗ ਗੱਲ ਆ, ਗੱਡੀਆਂ ਦੇ ਵਿੱਚ ਜਿਹੜਾ ਸਮਾਨ ਲੱਗਿਆ ਟਰੱਕਾਂ 'ਚ ਉਹਦੀ ਸੁਰੱਖਿਆ ਇੱਕ ਅਲੱਗ ਗੱਲ ਆ। ਜੀ ਜੀ। ਔਰ ਉੱਥੇ ਕੋਈ ਸੈਂਕੜੇ ਜਿਹੜੇ ਟਰੱਕ ਬੱਸਾਂ ਜਿਹੜੀਆਂ ਉੱਥੇ ਲੱਗੀਆਂ ਵਾ ਨਾਲ, ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕੀਤੀ ਗਈ ਕਿ ਜਿੰਨਾ ਚਿਰ ਵੀ ਇੱਥੇ ਗੱਡੀਆਂ ਲੱਗੀਆਂ ਅਸੀਂ ਉਹਨਾਂ ਦੀ ਜ਼ਿੰਮੇਵਾਰ ਆ। ਸੋ ਇਹ ਸੰਸਥਾਵਾਂ ਜਿਹੜੀਆਂ ਕੌਮਾਂਤਰੀ ਪੱਧਰ ਤੇ ਜਿਹੜੀਆਂ ਅਸੀਂ ਨਹੀਂ ਕੁਝ ਕਰ ਸਕਦੇ, ਘੱਟੋ ਘੱਟ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਦੀ ਕਾਰਜ ਪ੍ਰਣਾਲੀ ਨੂੰ ਹੀ ਸਾਡੇ ਵਾਸਤੇ ਬੜਾ ਵੱਡਾ ਦੁਨੀਆ ਜਿਹੜੀ ਦੁਨੀਆ ਦੇ ਭਾਈ ਸਾਹਿਬ ਜੀ, ਭਾਈ ਸ਼ਮਸ਼ੇਰ ਸਿੰਘ ਵਿੱਚ ਕਦੇ ਮੇਰੇ ਖਿਆਲ ਦੇ ਨਾਲ ਭਾਈ ਸਾਹਿਬ ਉਹਨਾਂ ਦੀ ਆਵਾਜ਼ ਨਹੀਂ ਠੀਕ ਆ ਰਹੀ ਸੀ। ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਦੁਬਾਰਾ ਫੇਰ ਲਾਈਨ ਦੇ ਉੱਤੇ ਲੈਣ ਦੀ। ਸਰਦਾਰ ਸ਼ਮਸ਼ੇਰ ਸਿੰਘ ਜੇਠੂਵਾਲ ਸਾਹਿਬ ਰੱਖ ਰਹੇ ਸਨ ਕਿ ਸ਼੍ਰੋਮਣੀ ਕਮੇਟੀ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਿਹੜੀ ਸੇਵਾਵਾਂ ਜਿਹੜੀ ਆ ਨਿਭਾ ਰਹੇ ਸਨ। ਹਾਂਜੀ ਭਾਈ ਸਾਹਿਬ ਜੀ, ਬੈਕ ਔਨ ਲਾਈਨ। ਤੁਹਾਡਾ ਸਿਗਨਲ ਮੇਰੇ ਖਿਆਲ ਦੇ ਨਾਲ ਵੀਕ ਹੋ ਗਿਆ ਸੀਗਾ, ਇਸ ਕਰਕੇ ਮੈਂ ਕਿਹਾ ਕਿ ਤੁਹਾਨੂੰ ਰੀਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਜੀ। ਹਾਂਜੀ ਤੁਸੀਂ ਉਹ ਗੱਲ ਕਰ ਜੇ ਅੱਜ ਉੱਥੋਂ ਦੇ ਰਾਜਸੀ ਆਗੂ ਜਿਹੜੇ ਗੋਰੇ ਆ ਉਹ ਕਹਿ ਰਹੇ ਆ ਵੀ ਤੁਸੀਂ ਸੇਵਾ ਕਰੋ, ਤੇ ਉੱਥੇ ਸਾਨੂੰ ਲੋੜ ਸੀ ਇਹ ਪ੍ਰਚਾਰਨ ਦੀ ਕਿ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਚਲਾਇਆ ਸਿੱਖਾਂ ਦਾ, ਉਹ ਮਹਾਨ ਸਿਧਾਂਤ ਆ। ਅੱਜ ਜਿਹੜੇ ਕਹਿੰਦੇ ਸੀ ਗੋਲ ਵਿੱਚ ਪੈਸੇ ਉਹ ਜਿਹੜੇ ਸੀ ਬਾਬੇ ਸਰਾਵਲ ਮੰਗਦੇ ਆ, ਜਿਹੜੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਪਿੰਡਾਂ 'ਚ ਲੋਕ ਫੜ ਕੁੱਟਦੇ ਸੀ, ਉਹਨਾਂ ਨੂੰ ਸ਼ਰਮ ਡੁੱਬ ਕੇ ਜੋ ਕਾਰ ਸੇਵਾ ਵਾਲੇ ਬਾਬੇ ਮਹਾਂਪੁਰਖ ਜਿਹੜੇ ਆ ਅੱਜ ਪਿੰਡੋਂ ਪਿੰਡ ਜਾ ਕੇ ਸੇਵਾ ਕਰ ਰਹੇ, ਸੇਵਾ ਨਿਭਾ ਰਾਤ ਦਿਨ। ਔਰ ਹਰੇਕ ਜ਼ਰੂਰੀ ਹੋਰ ਨਾ ਧਰਮਾਂ ਦੇ ਬੰਦੇ ਵੀ, ਇਸਲਾਮ ਵਾਲੇ, ਮੈਂ ਹਿੰਦੂਆਂ ਦੀਆਂ ਕਈ ਜਥੇਬੰਦੀਆਂ ਅੰਮ੍ਰਿਤਸਰ ਵਿੱਚ ਵੇਖੀਆਂ ਜਿਹੜੀਆਂ ਸੇਵਾ ਕਰ ਰਹੀਆਂ। ਭਾਈ ਸਾਹਿਬ ਜੀ ਹੋਲਡ ਕਰਿਓ ਮਾੜਿਆ, ਮੈਂ ਤੁਹਾਨੂੰ ਵਾਪਸ ਮੇਰੇ ਨਾਲ ਗੁਰਪਾਲ ਸਿੰਘ ਜੀ ਹੰਸਰਾ ਸਾਹਿਬ ਜਿਹੜੇ ਆ ਉਹ ਜੁੜ ਰਹੇ ਆ। ਤੁਸੀਂ ਫੋਨ ਆਪਣਾ ਕੋਲ ਹੀ ਰੱਖਣਾ, ਮੈਂ ਤੁਹਾਨੂੰ ਵਾਪਸ ਨਾਲ ਰਹਿਣਾ। ਹੰਸਰਾ ਸਾਹਿਬ ਜੀ, ਆਪ ਜੀ ਦਾ ਸਵਾਗਤ ਹੈ ਜੀ ਇੱਕ ਨੂੰ ਰੇਡੀਓ ਚੈਨਲ ਦੇ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਦਾਸ ਜੀ, ਗੁਰਪਾਲ ਸਿੰਘ ਹੰਸਰਾ USA ਤੋਂ ਬੋਲਦਾ ਜੀ। ਹਾਂਜੀ ਮਹਾਰਾਜ, ਲੱਗ ਗਿਆ ਪਤਾ ਮੈਨੂੰ। ਪਹਿਲਾਂ ਨੰਬਰ ਸੇਵ ਸੀਗਾ ਮੇਰੇ ਕੋਲ ਤੁਹਾਡਾ, ਤੇ ਮੈਂ ਦੂਸਰੇ ਕਾਲਰਸ ਨੂੰ ਮੈਂ ਬੇਨਤੀ ਕੀਤੀ ਕਿ ਮੈਨੂੰ ਉਹਨਾਂ ਨੂੰ ਕਾਲ ਦੇ ਵਿੱਚ ਲੈ ਲੈਣ ਦਿਓ, ਤੇ ਤੁਸੀਂ ਰੱਖੋ ਭਾਈ ਸਾਹਿਬ ਜੀ ਆਪਣਾ ਬਚਨ। ਹਾਂਜੀ ਮਹਾਰਾਜ, ਬੇਨਤੀ ਇਹ ਸੀ ਜੀ, ਇਹ ਢੱਡਰੀਆਂ ਦਾ ਜੀ ਆਹ ਹੈਗਾ ਨਾ ਜਿਹੜੀ ਪ੍ਰੋਬਲਮ ਆ, ਇਹ ਪ੍ਰੋਬਲਮ ਮੈਂ ਕਾਫੀ ਦੇਰ ਤੋਂ ਵਾਚ ਕਰ ਰਿਹਾ ਜੀ, 3-7 ਦੇਖ ਲਿਆ। ਇਹ ਸਾਰੀ ਜੀ ਏਜੰਸੀਆਂ ਨੇ ਖੜੀ ਕੀਤੀ ਹੋਈ ਆ, ਸਿਰਫ ਤੇ ਸਿਰਫ ਵੀ ਜਿਹੜੀ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਸੀਗਾ ਵੀ ਉਹਨੂੰ ਢਾਹ ਲਾਉਣ ਲਈ ਇਹਨਾਂ ਨੇ ਖੜਾ ਕੀਤਾ ਜੀ। ਇਹ ਪਹਿਲਾਂ ਜੀ ਹੈਲੋ, ਹਾਂਜੀ ਹਾਂਜੀ ਆ ਰਹੀ ਆਵਾਜ਼, ਤੁਸੀਂ ਰੱਖੋ ਬਚਨ। ਹਾਂਜੀ ਪਹਿਲਾਂ ਜੀ ਇਹਨਾਂ ਨੂੰ ਦੇਖੋ ਜੀ, ਐਮਨੈਸਟੀ ਇੰਟਰਨੈਸ਼ਨਲ ਦੇਖੋ, ਹਿਊਮਨ ਰਾਈਟਸ ਵਾਇਲੇਸ਼ਨ ਪੰਜਾਬ 'ਚ ਹੋਈ, ਉਹ ਇਹਨਾਂ ਦੇ ਮੁੰਡੇ ਸ਼ਹੀਦ ਕਰਨੇ ਪਏ। ਹੁਣ ਇਹਨਾਂ ਨੂੰ ਕੁਛ ਨਹੀਂ ਕਰਨਾ ਪੈਣਾ ਜੀ, ਹੁਣ ਇਹਨਾਂ ਦੇ ਦਮਾਲੇ ਸਜਾ ਕੇ ਇਸ ਤਰ੍ਹਾਂ ਦੇ ਬੰਦੇ ਤਿਆਰ ਕਰ ਲਏ ਜਿਹੜੇ ਕਿ
ਪਿੰਡ ਪਿੰਡੀ ਵੀ ਆਪਣੇ ਸਿੱਖ ਧਰਮ ਦੇ ਵਿਰੁੱਧ ਪ੍ਰਚਾਰ ਕਰਨ ਦੱਬ ਕੇ। ਹੁਣ ਮੈਂ ਜੀ ਦੋ ਤਿੰਨ ਗੱਲਾਂ ਤੁਹਾਡੀ ਨੌਲੇਜ 'ਚ ਲਿਆਉਣਾ ਚਾਹੁੰਦਾ। ਤੁਹਾਨੂੰ ਤਾਂ ਪਤਾ ਹੋਣੀਆਂ ਬਹੁਤ ਹੀ ਜ਼ਿਆਦਾ, ਜਿਹੜੀਆਂ ਕਿ ਮੈਨੂੰ ਬਹੁਤ ਹਰਟ ਹੋਈਆਂ ਗੱਲਾਂ। ਤੇ ਇਸ ਨੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੇ ਨੁਕਸ ਕੱਢੇ। ਪਿੰਡ ਲੋਟਵੱਦੀ ਆਪਣਾ ਰਾਏਕੋਟ ਦੇ ਕੋਲ, ਤੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਨਾਂ ਦੀ ਸੁਨਨਤ ਦੇ ਉਲਟ ਲਿਖਿਆ ਹੋਇਆ। ਹਾਲਾਂਕਿ ਹਾਂਜੀ ਬਿਲਕੁਲ, ਮੈਂ ਵੀ ਸੁਣੀ ਉਹ ਵੀਡੀਓ। ਹਾਂਜੀ ਕਹਿੰਦਾ ਹਲੇ ਮੁਸਲਮਾਨਾਂ ਨੇ ਕਹਿੰਦਾ ਵੀ ਇਹਨਾਂ ਨੂੰ ਪਨਾਹ ਦਿੱਤੀ ਹੈ, ਕਹਿ ਰਿਹਾ ਸਿੱਖਾਂ ਨੂੰ ਨਹੀਂ ਕਹਿ ਰਿਹਾ, ਇਹਨਾਂ ਨੂੰ ਪਨਾਹ ਦਿੱਤੀ ਹੈ ਪਾਕਿਸਤਾਨ ਦੇ ਵਿੱਚ, ਪਰ ਇਹਨਾਂ ਨੇ ਉਹਨਾਂ ਦੇ ਉਲਟ ਲਿਖਿਆ ਹੋਇਆ। ਤੇ ਵੀ ਕਹਿੰਦਾ ਵੀ ਉਹ ਲਿਖਿਆ ਹੀ ਫਿਰ ਹਿੰਦੂਆਂ ਦੇ ਜਿਹੜੇ ਵੀ ਵਰਤ ਰੱਖਦੇ ਆ ਉਹਨਾਂ ਨੂੰ ਲਿਖਿਆ, ਉਹਨਾਂ ਭੇਡਾਂ ਤੱਕ ਕਿਹਾ ਵੀ ਵਰਤ ਰੱਖਣਾ ਹੀ। ਕਹਿੰਦਾ ਦੇਵੀ ਦੇਵਤਿਆਂ ਨੂੰ ਨਿੰਦਿਆ ਗਿਆ ਵਾ। ਤੇ ਫਿਰ ਉਦੋਂ ਗਾਹਾਂ ਜੀ ਫਿਰ ਦੇਖੋ ਇਹ ਕਹਿ ਰਿਹਾ ਬੰਦਾ, ਕਹਿੰਦਾ ਇਹਨਾਂ ਦੇ ਪ੍ਰਚਾਰਕਾਂ ਤੇ 295 ਇਹਦੇ ਕੇਸ ਕਰੋ। ਇਹ ਕਹਿੰਦਾ ਮੁੜ ਕੇ ਕਹਿੰਦਾ ਪ੍ਰਚਾਰ ਹੀ ਨਹੀਂ ਕਰ ਸਕਦੇ। ਭਾਈ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਗਾਹਾਂ ਵਧਿਆ ਹੋਇਆ ਬੰਦਾ। ਇਹ ਏਜੰਸੀਆਂ ਦੇ ਇਹਨੂੰ ਇੰਨਾ ਜ਼ਿਆਦਾ ਵੀ ਚੱਕਿਆ। ਜਿਹੜੀ ਗੱਲ ਹੁਣ ਭਾਈ ਸ਼ਮਸ਼ੇਰ ਸਿੰਘ ਜੇਠੂਆ ਵਿਦਵਾਨ ਆ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਇਹਨਾਂ ਨੇ ਵੀ ਗੱਲ ਕੀਤੀ ਆ ਆਪਣਾ ਜਿਹੜਾ ਇਹਦੇ ਨਾਲ ਦਾ ਸਾਥੀ ਭੁਪਿੰਦਰ ਸਿੰਘ ਮਾਰਿਆ ਗਿਆ ਸੀ। ਭਾਈ ਸਾਹਿਬ ਭੁਪਿੰਦਰ ਸਿੰਘ ਸਾਥੀ ਜਿਹੜਾ ਇਹਦਾ ਸਾਥੀ ਮਾਰਿਆ ਗਿਆ, ਉਹ ਇਹਨੇ ਆਪ ਹੀ ਮਾਰਿਆ। ਦੇਖੋ ਮੈਂ ਮੇਰਾ ਇਲਾਕਾ ਜਗਰਾਉਂ ਦਾ ਇਲਾਕਾ ਜੀ, ਦਾਖਾ ਪੁਲਿਸ ਸਟੇਸ਼ਨ ਪੈਂਦਾ। ਮੈਂ ਉੱਥੋਂ ਸਾਰੀ ਇਨਕੁਆਇਰੀ ਕੀਤੀ ਆ ਜੀ। ਦਾਖੇ ਪੁਲਿਸ ਇਨਵੋਲਵ ਸੀ। ਇਹਦੇ ਕੋਲ 3 ਰਿਵਾਲਵਰ ਫੜੇ ਗਏ ਜੀ, 3 ਰਿਵਾਲਵਰ ਫੜੇ ਗਏ। ਉਹ ਜਿਹੜੀ ਗੋਲੀ ਆ ਉਹ ਰਿਵਾਲਵਰ ਦੀ ਗੋਲੀ ਨਾਲ ਮਰਿਆ ਉਹ ਭੁਪਿੰਦਰ ਸਿੰਘ, ਨਾ ਕਿ ਬਾਹਰ ਵੀ ਕਿਸੇ ਗੰਦ ਦੇ ਨਾਲ ਮਰਿਆ ਜੀ, ਹੈ ਨਾ ਜੀ। ਤੇ ਇਹ ਪੁਲਿਸ ਦੀ ਰਿਪੋਰਟ ਹੈ ਜੀ ਇਹ। ਤੇ ਪਰ ਇਹ ਉਹਦੀ ਪੋਸਟਮਾਰਟਮ ਰਿਪੋਰਟ ਯਾਰ ਨਹੀਂ ਕਰ ਰਿਹਾ। ਤੇ ਵੀ ਉਹ ਚੀਜ਼ ਦਾ ਫੈਸਲਾ ਹੋਈ ਜਾਣਾ ਜੀ, ਛੇਤੀ ਸਾਰਾ ਹੋ ਜਾਣਾ। ਤੇ ਇਸੇ ਕਰਕੇ ਜੀ ਇਹ ਜ਼ਿਆਦਾ ਜੀ ਖਲਾਰਾ ਪਾ ਰਿਹਾ। ਕਦੇ ਤਾਂ ਗੁਰੂ ਗ੍ਰੰਥ ਸਾਹਿਬ ਜ਼ਰੀਆ ਦੱਸ ਰਿਹਾ ਵਾ, ਕਦੇ ਹੋਰ ਵੀ ਕੀ ਕੁਛ ਕਹਿੰਦਾ ਵਾ। ਇਸ ਕਰਕੇ ਜੀ ਸਾਰੇ ਲੋਕ ਅਪਸੈਟ ਹੈ ਜੀ ਵੀ ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਜੀ ਵੀ ਚੱਲ ਪਿਆ ਜੀ ਕੰਮ। ਇਹ ਇੱਕ ਸਿਰਫ ਏਜੰਸੀਆਂ ਨੇ ਖੜਾ ਕੀਤਾ ਤੇ ਸਿੱਖ ਧਰਮ ਨੂੰ ਜੀ ਆਪਣਾ ਢਾਹ ਲਾਉਣ ਲਈ ਕੀਤਾ ਗਿਆ ਸਾਰਾ। ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਜੇਠੂਵਾਲ ਸਾਹਿਬ ਤੁਸੀਂ ਮੈਂ ਮਾਫ ਕਰਨਾ, ਹੰਸਰਾਜ ਸਾਹਿਬ ਜੀ ਦੀ ਕਾਲ ਆ ਗਈ ਸੀ ਵਿੱਚ, ਤੇ ਮੈਨੂੰ ਉਹ ਕਾਲ ਜਿਹੜੀ ਡਿਸਕਨੈਕਟ ਕਰਕੇ ਲੈਣੀ ਪਈ। ਤੁਸੀਂ ਵਾਪਸ ਵਿੱਚ ਲਾਈਨ ਤੇ ਆ ਗਏ ਹੋ ਜੀ? ਨਹੀਂ ਬਿਲਕੁਲ, ਮੈਂ ਸੁਣ ਰਿਹਾ। ਆਪ ਜੀ ਕਰੋ ਗੱਲਬਾਤ, ਮੈਂ ਸੁਣ ਰਿਹਾ ਹੰਸਰਾਜ ਸਾਹਿਬ ਜੀ ਦੇ ਨਾਲ। ਹਾਂਜੀ ਫਿਰ ਜੀ ਦੇਖੋ ਜਿੰਨੇ ਵੀ ਹੁਣ ਇਹ ਕਹਿ ਰਿਹਾ ਵਾ ਵੀ ਕਹਿੰਦਾ ਵੀ ਪਰਮੇਸ਼ਰ ਦਰਬਾਰ ਦੀ ਗੱਲ ਕਰਦਾ ਵੀ ਜੀ। ਹਾਂਜੀ ਪਰਮੇਸ਼ਰ ਦਰਬਾਰ ਦੀ ਗੱਲ ਕਰਦੇ ਵੀ ਹੁਣ ਗੁਰੂ ਦੇ ਸਿੱਖ ਤਾਂ ਜੀ ਥਾਂ ਪਰ ਥਾਂ ਜਾ ਕੇ ਲੰਗਰ ਲਾ ਰਹੇ ਆ ਤੇ ਲੰਗਰ ਲਾ ਕੇ ਘਰ ਘਰ ਪਹੁੰਚਾ ਰਹੇ ਆ। ਸਾਡੇ ਅਮਰੀਕਾ ਦੇ ਵਿੱਚ ਮੈਂ ਦੇਖਿਆ ਜੀ, ਅਮਰੀਕਾ 'ਚ ਕਮਾਲ ਹੋਈ ਜੀ। ਗੁਰੂ ਘਰਾਂ ਦੇ ਵਿੱਚ ਪੁਲਿਸ ਆਪ ਜਾ ਕੇ ਰਿਕੁਐਸਟ ਕਰ ਰਹੀ ਆ ਵੀ ਆ ਕੇ ਵੀ ਤੁਸੀਂ ਲੰਗਰ ਲਾਓ, ਗਰੀਬਾਂ ਤੱਕ ਪਹੁੰਚਾਓ। ਤੇ ਵੀ ਇੰਨੀ ਲੋਕ ਸੇਵਾ ਕਰ ਰਿਹਾ। ਇਹ ਦੇਖੋ ਦੂਜੇ ਪਾਸੇ ਚੱਲਦਾ ਜੀ ਕਰਕੇ ਵੀ ਸਿਰਫ ਜਿਹੜੇ ਕਿ ਮੇਰੇ ਹਿਸਾਬ ਦੇ ਨਾਲ ਜੀ ਸਾਰਾ ਏਜੰਸੀਆਂ ਦੇ ਪਲਾਂਟ ਕਰਕੇ ਸਿੱਖ ਧਰਮ 'ਚ ਬਾੜਿਆ। ਜਿਹੜੀ ਕਿ ਸਾਡਾ ਜੀ ਜਿਹੜਾ ਜਿਹੜੀ ਸਾਡੀ ਮਾਰਸ਼ਲਟੀ ਸੀ ਸਿੱਖ ਕੌਮ ਦੀ, ਉਹਨੂੰ ਇਹ ਹਲਟ ਕਰ ਰਿਹਾ। ਦੇਖੋ ਜੀ ਦਸਮ ਗ੍ਰੰਥ ਸਾਹਿਬ ਨੂੰ ਇਹ ਬਿਲਕੁਲ ਨਿੰਦ ਰਿਹਾ ਵਾ ਵੀ ਉਸੇ ਕਰਕੇ ਮਾਰਸ਼ਲਟੀ ਨੂੰ ਹਲਟ ਕਰਕੇ ਇਹ ਪ੍ਰੋਬਲਮ ਸਾਰੀ ਖੜੀ ਹੋ ਰਹੀ ਹੈ। ਬਿਲਕੁਲ ਜੀ ਬਿਲਕੁਲ। ਜਿਹੜੇ ਹੁਣ ਜੀ ਇੱਕ ਕਹਿੰਦਾ ਜੀ ਭਾਈ ਸਾਹਿਬ ਮੈਂ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵਾ। ਤੇ ਇੱਕ ਇਹ ਕਹਿੰਦਾ ਜੀ ਵੀ ਮਰਿਆਦਾ ਇੱਕ ਚਾਹੀਦੀ ਹੈ। ਅਸੀਂ ਵੀ ਚਾਹੁੰਦੇ ਜੀ ਇੱਕ ਮਰਿਆਦਾ ਚਾਹੀਦੀ ਹੈ, ਬਿਲਕੁਲ ਚਾਹੀਦੀ ਹੈ। ਦੇਖੋ ਜੀ ਮਰਿਆਦਾ ਤੇ ਮੰਨਦੇ ਹੀ ਨਹੀਂ। ਇਹ ਜਿਹੜੇ ਮਿਸ਼ਨਰੀ ਆ ਜਾਂ ਇਹ ਵੀ ਅਪਗ੍ਰੇਡ ਆ ਜਾਂ ਕੀ ਮਿਸ਼ਨਰੀ ਆ ਕੀ ਰੱਬ ਜਾਣੇ ਕੀ ਆ, ਤੇ ਇਹ ਤੇ ਮਰਿਆਦਾ ਨੂੰ ਮੰਨਦੇ। ਜਿੰਨੀਆਂ ਸਿੱਖ ਟਕਸਾਲਾਂ ਜਿੰਨੀਆਂ ਸੰਪਰਦਾਵਾਂ ਇਹ ਸਾਰੀਆਂ ਵੀ ਨਿਹੰਗ ਸਿੰਘ ਜਿੱਥੋਂ ਦੀਆਂ ਸਾਰੀਆਂ ਮੰਨਦੀਆਂ। ਰਹਿਤ ਮਰਿਆਦਾ ਦੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੋਇਆ ਵੀ ਹਰੇਕ ਸਿੱਖ ਦਾ ਫਰਜ਼ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਬਾਣੀ ਨੂੰ ਪੜ੍ਹਨਾ ਤੇ ਸਤਿਕਾਰ ਕਰਨਾ। ਤੇ ਭਾਈ ਗੁਰਦਾਸ ਜੀ ਤੇ ਭਾਈ ਬਾਰਾ ਜੀ ਭਾਈ ਸ੍ਰੀ ਚੰਦ ਜੀ ਦੀ ਬਾਰਾਂ ਨੂੰ ਪੜ੍ਹਨਾ ਸਤਿਕਾਰ ਕਰਨਾ। ਪਰ ਇਹ ਤਾਂ ਮੰਨਦੇ ਹੀ ਨਹੀਂ ਜੀ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਬਾਣੀ ਨੂੰ ਗੰਦਾ ਟੋਕਰਾ ਦੱਸਦੇ ਆ, ਉਹ ਤੋਂ ਮੱਥਾ ਦਿੰਦੇ ਆ ਜੀ। ਕਹਿੰਦੇ ਵੀ ਰਹਿਤ ਮਰਿਆਦਾ ਨਹੀਂ ਮੰਨਦੇ। ਤੇ ਇਹ ਨਾ ਇਹ ਭਾਈ ਗੁਰਦਾਸ ਜੀ ਦੇ ਬਾਰਾਂ ਨੂੰ ਗੁਰੂ ਸਾਹਿਬ ਨੇ ਬਚਨ ਕੀਤੇ ਆ। ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਬਾਰਾਂਵਾਂ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆ ਵੀ ਮੰਨਣਾ। ਤੇ ਉਹਦੇ 'ਚ ਦੇਖੋ ਜੀ ਮੱਕਾ ਫਿਰ ਨੂੰ ਇਹ ਠੁਕਰਾ ਰਹੇ ਆ। ਆਪਣਾ ਭਗਤ ਧੰਨਾ ਜੀ ਨੂੰ ਵੀ ਪੱਥਰ 'ਚ ਭਗਵਾਨ ਪ੍ਰਗਟ ਕਰਾ ਰਹੇ।
ਤੇ ਸਾਰਾ ਕੁਝ ਠੁਕਰਾ ਰਹੇ ਆ। ਇਹ ਜੀ ਸਿਰਫ ਹੁਣ ਇਹਨਾਂ ਦਾ ਇੱਕ ਦੂਜੀ ਨਵੀਂ ਪੈਦਾਇਸ਼ ਹੈ ਜੀ, ਧੁੰਦਾ। ਹੁਣ ਇਹਨੇ ਹਾਂਜੀ, ਮੈਂ ਸਵਾਲ ਕਰਨ ਲੱਗਾ ਸੀਗਾ ਵੀ ਆ ਪਿਛਲੇ ਦਿਨਾਂ ਦੇ ਧੁੰਦੇ ਦੇ ਪਤਾ ਨਹੀਂ ਕਿਹੜਾ ਕੀੜਾ ਲੜਿਆ ਹੋਇਆ, ਉਹ ਬਹੁਤ ਟੱਪਣ ਡਿਆ ਆ ਵੀ ਇਹ ਕੀ ਬਿਮਾਰੀ ਆ। ਇੱਥੇ ਵੀ ਕਹਿੰਦੇ ਆਉਣਾ ਸੀ, ਕੈਲੀਫੋਰਨੀਆ ਪ੍ਰੋਗਰਾਮ ਕੈਂਸਲ ਕਰ ਗਿਆ ਮੈਨੂੰ ਲੱਗਦਾ। ਇੱਥੇ ਆਉਣਾ ਸੀ ਜੀ, ਇੱਥੇ ਇਹਨੂੰ ਉਡੀਕ ਰਹੇ ਸੀ ਵੀ ਇੱਥੇ ਆਊਗਾ ਜੀ, ਪਰ ਆਇਆ ਨਹੀਂ, ਜਿੱਥੇ ਪਹੁੰਚੇ ਨਹੀਂ ਕਰਕੇ। ਉਹ ਇਹ ਕੀੜਾ ਕਾਹਦਾ ਲੜਨਾ ਜੀ, ਏਜੰਸੀਆਂ ਲੜਾ ਰਹੀਆਂ ਜੀ ਮਗਰ ਪੈਸੇ। ਉਹ ਜਿਵੇਂ ਨਾ ਜੀ ਮੱਝ ਹੁੰਦੀ ਹੈ ਨਾ, ਮੱਝ ਨੂੰ ਜੇ ਛੱਪੜ 'ਚ ਬੜੀ ਹੁੰਦੀ ਹੈ ਮੱਝ, ਉਹਨੂੰ ਕੱਢਣਾ ਹੁੰਦਾ ਨਾ, ਮੱਝ ਨਿਕਲਦੀ ਨਹੀਂ ਪਾਣੀ 'ਚ, ਕੋਈ ਬਹੁਤ ਵੀ ਇੰਜੋਏ ਕਰਦੀ ਆ, ਤੇ ਉਹ ਕੱਢਣ ਲਈ ਨਾ ਫਿਰ ਉਹ ਘਰਦਿਆਂ ਨੂੰ ਕੱਢਣੀ ਪੈਂਦੀ ਹੈ, ਫਿਰ ਹਰੇ ਪੱਠੇ ਦਿਖਾਉਣੇ ਪੈਂਦੇ ਆ ਉਹਨੂੰ, ਫਿਰ ਭੱਜੀ ਆਉਂਦੀ ਹੈ ਬਾਹਰ। ਇਹਨਾਂ ਨੂੰ ਏਜੰਸੀਆਂ ਨੇ ਹਰੇ ਪੱਠੇ ਮਤਲਬ ਰੁਪਈਏ ਦਿਖਾਏ ਹੋਏ ਆ, ਰੁਪਈਆ ਜਿਹੜਾ ਕੋਈ ਮਰਜ਼ੀ ਬੁਲਾ ਰਹੀਆਂ, ਇਹ ਉਸ ਤਰ੍ਹਾਂ ਬੋਲ ਰਹੇ ਆ ਜੀ। ਦੇਖੋ ਪੰਥਪ੍ਰੀਤ ਆ, ਉਹਦੇ ਦੇਖੋ ਜੀ ਪੰਥਪ੍ਰੀਤ ਦੇ 30-35 ਕਰੋੜ ਦੀ ਜਾਇਦਾਦ ਆ ਜੀ, 94-95 'ਚ ਸਕੂਟਰੀ ਦੀ ਫਿਰਦਾ ਹੁੰਦਾ ਸੀ, ਅਜੇ ਉਹ 30-35 ਕਰੋੜ ਦੀ ਜਾਇਦਾਦ। ਹਾਲਾਂਕਿ ਉਹ ਆਪ ਕਹਿ ਰਿਹਾ ਜੀ ਮੈਂ ਤਾਂ ਦੀਵਾਨਾਂ ਦੇ ਪੈਸੇ ਨਹੀਂ ਲੈਂਦਾ। ਤੇ ਜਿੰਨਾ ਜੀ ਇਹਨਾਂ ਨੇ ਖਲਾਰਾ ਪਾਇਆ ਜੀ ਮਿਸ਼ਰੀਆਂ ਨੇ, ਬਿਲਕੁਲ ਇਹ ਮਸੰਦ ਆ ਜੀ, ਮਸੰਦਾ ਤੇ ਅਜੋਕੇ ਸਮੇਂ ਦੇ ਮਸੰਦਾ। ਪਰ ਸਿੱਖਾਂ ਨੂੰ ਇਹਨੂੰ ਇਲਾਜ ਇੱਕੋ ਹੀ ਹੈ ਜੀ, ਕੜਾਹੀ 'ਚ ਪਾ ਕੇ ਸਾੜਨੇ ਪੈਣੇ, ਹੋਰ ਕੋਈ ਇਲਾਜ ਨਹੀਂ ਇਹਦਾ। ਅਜੋਕੇ ਸਮੇਂ ਦੇ ਮਸੰਦ ਆ ਇਹ। ਮੈਨੂੰ ਲੱਗਦਾ ਤੁਸੀਂ ਇੱਕ ਜਿਹੜਾ ਬਹੁਤ ਵਧੀਆ ਕਦਮ ਚੁੱਕਿਆ ਪਿਛਲੇ ਦਿਨੀ, ਜਦੋਂ ਉਹ ਆਪਣੇ ਨਾਨਕਸਰ ਸਾਹਿਬ ਦੇ ਪ੍ਰਥਾਏ ਜਿਹੜੇ ਬਚਨ ਬੋਲੇ ਆ ਵੀ ਨਾਨਕਸਰ ਭਗਤੀ ਦਾ ਘਰ, ਤੇ ਤੁਸੀਂ ਉਹ 295 ਦਾ ਪਰਚਾ ਵੀ ਕਰਵਾਇਆ, ਤੇ ਉਹਦਾ ਠੰਡ ਪੈ ਗਈ, ਹੁਣ ਟੈਕ ਕੇ ਬੈਠਾ, ਹੁਣ ਬੋਲਣ ਲੱਗਾ ਸੋਚ ਕੇ ਬੋਲੂ। ਨਹੀਂ ਜੀ ਦੇਖੋ ਜੀ, ਉਹ ਇਹਨੇ ਬੋਲਿਆ ਜੀ, ਦੇਖੋ ਮੈਂ ਤੇ ਗੁਰੂ ਸਾਹਿਬ ਤੋਂ ਬਚਨ ਕਰਦੇ ਸੀ ਝੂਠ ਨਾ ਬੋਲੋ। ਇਹ ਝੂਠ ਬੋਲ ਕੇ ਕਹੀ ਜਾਂਦਾ ਵੀ, ਕਹਿੰਦਾ ਵੀ ਨਾਨਕਸਰ ਦੇ ਟੋਇਲਟਾਂ ਨੂੰ ਪੂਜਿਆ ਜਾਂਦਾ ਵਾ, ਹੋਰ ਕੀਤਾ ਜਾਂਦਾ। ਉਹ ਸਾਰੇ ਜੀ ਪੜ੍ਹੇ ਲਿਖੇ ਪਰਿਵਾਰ ਜਾਂਦੇ ਆ, ਅਸੀਂ 5 ਭਰਾ ਵਾਂ, ਸਾਰੇ ਪੜ੍ਹੇ ਲਿਖੇ ਆ। ਮੇਰੇ ਡੈਡੀ ਮੇਰੇ ਪ੍ਰਿੰਸੀਪਲ ਆ, ਮੇਰੇ ਦਾਦਾ ਜੀ ਡਾਕਟਰ ਆ, ਸਾਰੇ ਜਾਂਦੇ। ਕਦੇ ਵੀ ਨਾਮੁਮਕਿਨ ਚੀਜ਼ਾਂ 'ਚ ਝੂਠ ਬੋਲਦੇ। ਫਿਰ ਮੈਂ 10 ਲੱਖ ਦਾ ਨਾਮ ਰੱਖਿਆ, ਮੈਂ ਕਿਹਾ ਤੂੰ ਪ੍ਰੂਵ ਕਰਦੇ, 10 ਲੱਖ ਰੁਪਇਆ ਨਾਮ ਦੇਵਾਂਗੇ। ਇਹ ਵੀ ਝੂਠ ਲਿਖਦੇ ਆ, ਘੁੰਮਿਆਂ ਨੂੰ ਪੂਜਦੇ ਆ, ਕਦੇ ਜੁੱਤੀਆਂ ਨੂੰ ਪੂਜਦੇ, ਬਕਵਾਸ ਮਾਰੀ ਜਾਂਦੇ ਜੀ। ਇਹਨਾਂ ਦੀ ਕੋਈ ਸੱਚਾਈ ਨਹੀਂ, ਪਰ ਕੁੰਜ ਕਰਦੇ ਆ। ਪਰ ਇਹਨਾਂ ਦੀ ਹੁਣ ਇਹਨਾਂ ਦੇ ਨੱਕ ਪੈਣ ਲੱਗੀ ਹੈ, ਜਲਦੀ ਪੈ ਜਾਣੀ ਆ। ਤੁਸੀਂ ਦੇਖੋ ਤੁਹਾਡੇ ਕੋਲ ਸਾਰਾ ਸਾਹਮਣੇ ਆ ਜਾਣਾ। ਅਸੀਂ ਪਿੱਛੇ ਨਹੀਂ ਹਟਦੇ, ਜਿਹੜਾ ਚੱਕਿਆ ਨਾ ਸਟੈਪ ਸਿਰੇ ਲਾਵਾਂਗੇ, ਪਿੱਛੇ ਨਹੀਂ ਹਟਦੇ। ਪਰ ਇਹਨੂੰ ਜੀ ਹੁਣ ਮੁੜ ਕੇ ਬੋਲਿਆ ਜੀ, ਤੁਸੀਂ ਦੇਖਿਆ ਹੁਣ ਬਿਲਕੁਲ ਨਹੀਂ ਬੋਲਿਆ। ਮੈਂ ਇਹਨੂੰ ਮੈਂ ਕਿਹਾ ਧੁੰਦਾ ਬੋਲਦਾ ਨਹੀਂ ਬਿਲਕੁਲ। ਇਹੀ ਬੇਨਤੀ ਹੈ। ਚਲੋ ਜੀ, ਮੈਂ ਤੁਹਾਡਾ ਬੜਾ ਟਾਈਮ ਤਾਂ ਨਹੀਂ ਲੈਂਦਾ। ਭਾਈ ਜੇਠੂਵਾਲ ਸਾਹਿਬ ਬਹੁਤ ਕਾਰਜੋਗ ਆ, ਤੇ ਹਾਂਜੀ ਉਹਨਾਂ ਦਾ ਸੁਣ ਲਓ। ਆਹੀ ਬੇਨਤੀ। ਠੀਕ ਹੈ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਬੜੀ ਖਾਲਸਾ ਬੜੀ ਫਤਿਹ ਜੀ। ਠੀਕ ਹੈ। ਹਾਂਜੀ ਸਰਦਾਰ ਸ਼ਮਸ਼ੇਰ ਸਿੰਘ ਜੀ, ਤੁਸੀਂ ਲਾਈਨ ਤੇ? ਹਾਂਜੀ ਭਾਈ ਸਾਹਿਬ ਜੀ। ਹਾਂਜੀ ਹੰਸਰਾਜ ਸਾਹਿਬ। ਭਾਈ ਸਾਹਿਬ ਜੀ, ਇਸ ਵੇਲੇ ਜਿਹੜੀ ਸੇਵਾ ਸੰਗਤ ਜਦੋਂ ਕਿਸੇ ਦੇਸ਼ ਜਾਂ ਕਿਸੇ ਮਤਲਬ ਸਟੇਟ ਵਿੱਚ ਪ੍ਰੋਬਲਮ ਹੋਵੇ, ਤਾਂ ਦੇਸ਼ ਕੋਲੋਂ ਮਦਦ ਲੈ ਕੇ ਤੇ ਉਹ ਸੰਭਾਲੀ ਜਾਂਦੀ ਆ। ਤੇ ਜਦੋਂ ਕਿਸੇ ਦੇਸ਼ ਤੇ ਮੁਸ਼ਕਲ ਹੋਵੇ, ਤਾਂ ਵਿਸ਼ਵ ਦੀਆਂ ਵੱਡੀਆਂ ਜਿਹੜੀਆਂ ਵਿਸ਼ਵ ਬੈਂਕ ਜਾਂ ਵੱਡੀਆਂ ਸ਼ਕਤੀਆਂ ਉਹ ਇੱਕ ਦੂਜੇ ਦੇਸ਼ਾਂ ਦੀ ਮਦਦ ਕਰਦੀਆਂ। ਅੱਜ ਮਨੁੱਖਤਾ ਤੇ ਇੱਕ ਬਿਪਤਾ ਆਈ ਆ, ਦੁਨੀਆ ਦੇ ਵੱਡੇ ਆ ਉਹਨਾਂ ਦੇ ਹੱਥ ਹੋਏ ਪਏ, ਔਰ ਪੂਰਾ ਦੇਸ਼ ਜਿਹੜਾ ਵਾ ਇਹਦੀ ਗ੍ਰਿਫਤ ਵਿੱਚ ਆ। ਅੰਦਰ ਸਹਿਮੇ ਪਏ ਵਧੀ ਤੇ ਇੰਨਾ ਨੁਕਸਾਨ ਹੋਵੇਗਾ। ਭੈੜੀ ਮੌਤ ਸ਼ਾਇਦ ਕਿਸੇ ਭਾਈ ਸਾਹਿਬ ਜੀ ਆਵਾਜ਼ ਭਾਈ ਸਾਹਿਬ ਹੁਣਾਂ ਦੀ ਪੂਰੀ ਸਹੀ ਨਹੀਂ ਆ ਰਹੀ ਸੀ, ਤੇ ਸ਼ਾਇਦ ਜੇ ਮੇਰੇ ਕੋਲ ਨੰਬਰ ਹੋਇਆ ਤੇ ਮੈਂ ਕੋਸ਼ਿਸ਼ ਕਰਦਾ ਆ ਦੁਬਾਰਾ ਉਹਨਾਂ ਨੂੰ ਲੈਣ ਦੀ। ਭਾਈ ਸਾਹਿਬ ਹੁਣੀ ਇਸ ਵਿਸ਼ੇ ਦੇ ਉੱਤੇ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਜਿਹੜਾ ਹਾਲਾਤ ਚੱਲ ਰਹੇ ਆ ਦੁਨੀਆ ਦੇ ਵਿੱਚ ਇਸ ਮਹਾਮਾਰੀ ਦੇ ਦੌਰਾਨ, ਕੋਸ਼ਿਸ਼ ਹੈ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਜੁੜ ਕੇ ਇਸ ਘੜੀ ਵਿੱਚ ਇੱਕ ਦੂਜੇ ਦਾ ਸਾਥ ਦੇਣ, ਬਜਾਏ ਆਪਾਂ ਇੱਕ ਦੂਸਰੇ ਨੂੰ ਕ੍ਰਿਟੀਸਾਈਜ਼ ਕਰੀਏ। ਇਹ ਕੋਈ ਬਹੁਤੀ ਖਰੀ ਜਾਂ ਵਧੀਆ ਗੱਲ ਨਹੀਂ ਹੈਗੀ। ਹੈਲੋ ਜੀ ਜੇਠੂਵਾਲ ਸਾਹਿਬ। ਹਾਂਜੀ ਭਾਈ ਸਾਹਿਬ ਜੀ।
ਮੈਂ ਬੋਲ ਰਿਹਾ ਜੀ। ਹਾਂਜੀ ਮਹਾਰਾਜ, ਉਹ ਫੋਨ 'ਤੇ ਤੁਹਾਡਾ ਸਿਗਨਲ ਨਹੀਂ ਪੂਰਾ ਸੈੱਟ ਆ ਰਿਹਾ ਸੀਗਾ, ਇਸ ਕਰਕੇ ਗੱਲ ਨਹੀਂ ਹੋ ਸਕੀ। ਹਾਂਜੀ। ਕੋਈ ਗੱਲ ਨਹੀਂ, ਤੁਸੀਂ ਹੁਣ ਰੱਖੋ ਬੱਚੇ ਨੂੰ। ਤੁਸੀਂ ਕਰ ਰਹੇ ਸੀਗੇ ਵੀ ਜਦੋਂ ਦੁਨੀਆ ਦੇ ਵਿੱਚ ਜੀ, ਕਿਸੇ ਜੀ, ਮੁਲਕ ਤੇ ਭਾਰੀ ਪੈਂਦੀ ਆ ਤੇ ਫਿਰ ਉਹ ਵਰਲਡ ਵਾਈਡ ਜਿਹੜਾ ਸੰਸਥਾਵਾਂ ਮਦਦ ਕਰਦੀਆਂ ਜਾਂ ਵਰਲਡ ਬੈਂਕ ਬਿਲਕੁਲ ਜੀ। ਕਰਦੀ ਆ। ਹਾਂਜੀ ਹਾਂਜੀ, ਔਰ ਇੱਕ ਮੁਲਕ ਦੀ ਪ੍ਰੋਬਲਮ ਜਿਹੜਾ ਵਰਲਡ ਬੈਂਕ ਜਿਹੜੀ ਉਹ ਝੱਲ ਸਕਦੀ ਆ। ਜਦੋਂ ਵਰਲਡ ਦੇ ਉੱਤੇ ਅੱਜ ਮੁਸੀਬਤ ਆਈ ਆ, ਮਨੁੱਖਤਾ ਤੇ ਮੁਸੀਬਤ ਆਈ ਆ, ਉਹਨੂੰ ਨਜਿੱਠਣ ਲਈ ਆਪਣਾ ਹਰ ਇੱਕ ਮੁਲਕ ਜਿਹੜਾ ਇੰਡੀਪੈਂਡੈਂਟ ਜਿੰਨੇ ਕਿ ਉਹਦੇ ਕੋਲ ਸੋਰਸਸ ਹੈਗੇ ਆ ਉਹਨਾਂ ਦੀ ਵਰਤੋਂ ਕਰ ਰਿਹਾ। ਸਾਡੇ ਦੇਸ਼ ਕੋਲ ਉਹਨਾਂ ਮੁਲਕਾਂ ਦੇ ਬਰਾਬਰ ਕੋਈ ਜ਼ਿਆਦਾ ਸਮਰੱਥਾ ਨਹੀਂ, ਬਲਕਿ 112 ਨੰਬਰ ਤੇ ਸਾਡਾ ਹੈਲਥ ਡਿਪਾਰਟਮੈਂਟ ਆ। ਇਟਲੀ ਵਰਗੇ ਦੂਸਰੀ ਪਾਵਰ ਵਿਸ਼ਵ ਦੀ, ਉਹਨਾਂ ਦੇ ਹੱਥ ਖੜੇ ਹੋਏ ਪਏ ਆ। ਇਸ ਡਰ ਨੂੰ ਲੈ ਕੇ ਜੀ ਜੀ ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਪੂਰੇ ਮੁਲਕ ਨੂੰ ਲੋਕਡਾਊਨ ਕਰ ਦਿੱਤਾ ਗਿਆ। ਜੀ ਜੀ ਬਿਲਕੁਲ ਸਹੀ ਫੈਸਲਾ। ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਡੀ ਜੇ ਕੋਈ ਸੇਵਾ ਕਰ ਰਿਹਾ ਉਹ ਸਿੱਖ ਕੌਮ ਕਰ ਰਹੀ ਹੈ। ਇੰਨੀ ਚੜ੍ਹਦੀ ਕਲਾ ਨਾਲ ਕਰ ਰਹੀ ਆ ਕਿ ਉਹਨਾਂ ਦੀਆਂ ਵੱਡੀਆਂ ਸੰਸਥਾਵਾਂ ਸਿੱਖਾਂ ਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਕਸਾਲਾਂ, ਸੰਪਰਦਾਵਾਂ, ਸੰਤ ਬਾਬੇ ਮਹਾਂਪੁਰਸ਼, ਜੀ ਚਾਹੇ ਉਹ ਪਾਕਿਸਤਾਨ ਵਿੱਚ ਹੈ, ਚਾਹੇ ਇੰਡੀਆ ਵਿੱਚ ਹੈ, ਚਾਹੇ ਵਿਦੇਸ਼ਾਂ ਵਿੱਚ ਆ, ਉਹਨਾਂ ਸਭਨਾਂ ਦੇ ਵੱਲੋਂ ਸਹਿਯੋਗ ਕੀਤਾ ਗਿਆ। ਜੀ ਜੀ ਅਸੀਂ ਦਿਲੋਂ ਜਾਨ ਤੋਂ ਮਨੁੱਖਤਾ ਦੀ ਸੇਵਾ ਲਈ ਹਾਜ਼ਰ ਹਾਂ। ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਜੀ ਸਵੇਰੇ 4 ਵਜੇ ਉੱਠ ਕੇ 3 ਵਜੇ ਲੰਗਰ ਤਿਆਰ ਕਰਕੇ ਲੋਕਾਂ ਦੇ ਘਰਾਂ ਵਿੱਚ ਪਹੁੰਚਾ ਰਹੇ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਜੀ ਸਭ ਜਥੇਬੰਦੀ ਬਾਬੇ ਰਾਤ ਦਿਨ ਸੇਵਾ ਕਰ ਰਹੇ ਜਿੱਥੇ ਲੰਗਰ ਪੱਕਦਾ। ਜੀ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਗਲਾ ਸਾਹਿਬ ਵਿਖੇ ਬਹੁਤ ਵੱਡੀ ਪੱਧਰ ਤੇ ਸੇਵਾ ਚੱਲ ਰਹੀ ਆ। ਜੀ ਉਹ ਸਭ ਗੱਲਾਂ ਕਰਕੇ ਕੋਈ ਕਿੰਨਾ ਕੁ ਚਿਰ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਦਾ? ਨਹੀਂ, ਪਰ ਉਹ ਇੱਕ ਦਿਨ ਤੇ ਫਿਰ ਚੋਰ, ਸਾਡੇ ਧਰਮ ਵਿੱਚ ਇੱਕ ਦਿਨ ਤੇ ਗੱਲਾਂ ਕਲੀਅਰ ਹੋ ਹੀ ਜਾਣੀਆਂ। ਜੀ ਜੀ ਸਾਡੇ ਧਰਮ ਵਿੱਚ ਗੱਲਾਂ ਦਾ ਵਿਧਾਨ ਹੀ ਨਹੀਂ ਹੈ। ਗੱਲੀ ਸੋ ਸੱਜਣ ਵੀ ਜੀ ਮਾਰੇ ਕਹਿੰਦੇ ਗੱਲਾਂ ਨਾਲ ਤਾਂ 20 ਸੱਜਣ ਬਣਦੇ ਆ। ਸੱਜਣ ਉਹ ਆ ਜਿਹੜਾ ਔਖੇ ਵੇਲੇ ਕੰਮ ਆਵੇ। ਅੱਜ ਮਨੁੱਖਤਾ ਤੇ ਭੀੜ ਬਣੀ, ਸਿੱਖਾਂ ਤੇ ਭੀੜ ਬਣੀ ਜੀ ਤੇ ਅੱਜ ਗਰੀਬ ਸਿੱਖ ਘਰਾਂ ਵਿੱਚ ਤੜੇ ਆ ਤੇ ਬਾਬਾ ਜੀ ਹੁਣੀ ਗੇਟ ਮਾਰ ਕੇ ਬੈਠੇ ਡੇਰੇ ਦਾ। ਪ੍ਰੈਕਟੀਕਲ ਲਾਈਫ ਹੈ ਨਾ ਇਹ ਉਹਨਾਂ ਦਾ, ਜਿਹੜਾ ਉਹਨਾਂ ਦਾ ਪ੍ਰੈਕਟੀਕਲ ਆ ਉਹ ਉਹਨਾਂ ਨੇ ਆਪਣੇ ਜਿਹੜਾ ਪ੍ਰੈਕਟੀਕਲ ਦੇ ਮੁਤਾਬਕ ਉਹਨਾਂ ਨੇ ਉਹ ਚੀਜ਼ ਨੂੰ ਜਿਹੜਾ ਆ ਰੱਖ ਦਿੱਤਾ ਹੈ। ਜੋ ਦੇਖੋ ਨਾ, ਜਿਹੜੀ ਅਸਲੀਅਤ ਹੁੰਦੀ ਉਹ ਜ਼ਿਆਦਾ ਦੇਰ ਲੁਕਦੀ ਨਹੀਂ ਹੁੰਦੀ। ਜੇਠੂਵਾਲ ਸਾਹਿਬ, ਜਦੋਂ ਤੁਸੀਂ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰੀ ਚੱਲੋ, ਜਦੋਂ ਉਹ ਨਾ ਕਸਵੱਟੀ ਲੱਗਣੀ ਸਮੇਂ ਦੀ ਤੇ ਤੁਹਾਡੀ ਹਕੀਕਤ ਦੁਨੀਆ ਦੇ ਸਾਹਮਣੇ ਆ ਹੀ ਜਾਣੀ ਆ। ਸੋ ਜਿਹੜੀ ਕਸਵੱਟੀ ਲੱਗੀ ਆ ਵੀ ਪ੍ਰੈਕਟੀਕਲ ਗਿਆਨ ਜਿਹੜਾ ਆ ਹੁਣ ਉਹ ਦੱਸਦਾ ਵੀ ਕੁੰਡੇ ਲਾਤੇ ਆ, ਬਾਹਰੋਂ ਚਾਹ ਦਾ ਕੱਪ ਪੀ ਕੇ ਦਫਾ ਹੋ ਜਾਓ, ਇੱਥੇ ਅੰਦਰ ਨਹੀਂ ਆਉਣਾ। ਤੇ ਜਿਨ੍ਹਾਂ ਨੂੰ ਉਹ ਪਾਣੀ ਪੀ ਪੀ ਕੇ ਕੋਸਤਾ ਸੀਗਾ ਤੇ ਉਹ ਲੰਗਰ ਦੀਆਂ ਟੋਕਰੀਆਂ ਲੈ ਕੇ ਦਰ ਦਰ ਘਰ ਘਰ ਤੁਰੇ ਫਿਰਦੇ ਆ, ਭਾਈ ਪ੍ਰਸ਼ਾਦੇ ਤੋਂ ਕੋਈ ਭੁੱਖਾ ਨਾ ਸੌ ਜਿਓ। ਸਰ ਜੀ ਸਿਰਫ ਲੰਗਰ ਨਹੀਂ, ਇੱਥੇ ਮੈਡੀਕਲ ਸਹਾਇਤਾ ਦੀ ਵੀ ਜਿਹੜੀ ਜ਼ਰੂਰਤ ਪੂਰੀ ਕਰ ਰਹੇ ਆ ਲੋਕਾਂ ਦੀ। ਔਰ ਦਿੱਲੀ ਤੇ ਰਾਮ ਮਨੋਹਰ ਲੋਹੀਆ ਜਿਹੜਾ ਹਸਪੀਟਲ ਆ ਦਿੱਲੀ ਵਿਖੇ, ਉਹਨਾਂ ਨੇ ਡਾਕਟਰਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ, ਕਿਉਂਕਿ ਜਿਨ੍ਹਾਂ ਘਰਾਂ ਵਿੱਚ ਡਾਕਟਰ ਜਾਂ ਨਰਸਿਸ ਸਟਾਫ ਜਾਂਦੇ ਸ਼ਾਮ ਨੂੰ ਛੁੱਟੀ ਕਰਕੇ, ਉਹ ਘਰਾਂ ਚੋਂ ਕੱਢ ਰਹੇ ਆ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਕਿ ਅਸੀਂ ਨਹੀਂ ਰੱਖਣਾ। ਅੱਛਾ, ਉਹਨਾਂ ਨੂੰ ਡਰ ਹੈ ਕਿ ਕਰੋਨਾ ਵਾਇਰਸ ਕਿਤੇ ਸਾਡੇ ਘਰ ਵਿੱਚ ਨਾ ਕਿਸੇ ਤਰ੍ਹਾਂ ਐਂਟਰ ਕਰੇ। ਅੱਛਾ, ਜਿੱਥੇ ਅਸੀਂ ਇਹਨਾਂ ਡਾਕਟਰ ਲਾਈਨ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਭਜਾਈਏ। ਔਰ ਲਗਭਗ ਸੈਂਕੜੇ ਜਿਹੜੇ ਕਮਰੇ ਆ, ਸੈਂਕੜਿਆਂ ਕਮਰਿਆਂ ਵਾਲਾ ਇੱਕ ਵੱਡੀ ਸਰਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮ ਮਨੋਹਰ ਲੋਹੀਆ ਹਸਪੀਟਲ ਨੂੰ ਸੌਂਪੀ ਕਿ ਇਹ ਸਰਾਂ ਜਿਹੜੀ ਆ ਸਾਡੇ ਵੱਲੋਂ ਤੁਹਾਨੂੰ ਸੌਂਪੀ ਜਾਂਦੀ ਆ। ਉਹਦੇ ਏਸੀ ਰੂਮ ਆ, 5 ਸਟਾਰ ਫੈਸਿਲਿਟੀਆਂ ਉਸ ਸਰਾਂ ਦੇ ਵਿੱਚ ਸਾਰੀਆਂ ਮੌਜੂਦ ਆ ਜੀ। ਤੁਸੀਂ ਆਪਣੇ ਡਾਕਟਰ ਨਰਸਾਂ ਇੱਥੇ ਰੱਖੋ। ਔਰ ਹਾਂਜੀ, ਬਹੁਤ ਵੱਡੀ ਪੱਧਰ ਦੇਸ਼ ਤੇ ਇੰਨਾ ਵੱਡਾ ਸੰਕਟ ਆਇਆ ਕਿ ਅੱਜ ਰੇਲ ਗੱਡੀਆਂ ਦੇ ਵਿੱਚ ਉਹਨਾਂ ਨੂੰ ਆਪਣੇ ਹਸਪੀਟਲ ਬਣਾਉਣੇ ਪੈ ਰਹੇ ਆ। ਡੱਬਿਆਂ ਦੇ ਵਿੱਚ ਕੈਬਨ ਬਣਾ ਕੇ ਨਰਸਿਸ ਰੂਮ ਬਣਾਏ ਜਾ ਰਹੇ ਆ, ਡਾਕਟਰਸ ਰੂਮ ਬਣਾਏ ਜਾ ਰਹੇ ਆ। ਉਹਦੇ ਬੰਦਾ ਅਜੇ ਵੀ ਟਕਸਾਲੀਆਂ ਨੂੰ ਗਾਲਾਂ ਕੱਢੀ ਜਾ ਰਿਹਾ ਬਿਨਾਂ ਕਿਸੇ ਮਤਲਬ ਤੋਂ। ਬਾਬਾ ਜੀ, ਮੈਂ ਤੁਹਾਡਾ ਫੋਨ ਤੋਂ ਪਹਿਲਾਂ 1-2 ਮਿੰਟ 'ਚ ਮੈਂ ਇੱਕ ਗੱਲ ਕਹਿ ਦੇਵਾਂ।
ਵੀ ਉਹ ਅੱਗੇ ਵੀ ਇੱਕ ਦਿਨ ਕੀਤੀ ਸੀ ਗੱਲ ਵੀ 4-5 ਅਮਲੀ ਰਲ ਕੇ ਕਹਿੰਦੇ ਕੰਮ ਕੋਈ ਕਰੀਏ ਤੇ ਕੰਮ ਉਹਨਾਂ ਦਾ ਸੈੱਟ ਨਾ ਆਵੇ ਤੇ ਉਹ ਇੱਕ ਦੂਜੇ ਨੂੰ ਸੁਝਾਅ ਦੇਣ, ਆਹ ਕਰ ਲਈਏ, ਉਹ ਕਰ ਲਈਏ, ਜੇ ਕਰ ਲਈਏ, ਤੇ ਇੱਕ ਦੂਜੇ ਨਾਲ ਗੱਲ ਨਾ ਰਲੇ ਤੇ ਕਹਿੰਦੇ ਇਦਾਂ ਕਰੀਏ ਵੀ ਆਪਾਂ ਫਿਰ ਕਮਾਦ ਬੀਜ ਲੈਂਦੇ ਆ, ਅਮਲੀ ਕਹਿੰਦੇ। ਤੇ ਉਹ ਕਹਿੰਦੇ ਚਲੋ ਬੀਜ ਲੈਂਦੇ ਕਮਾਦ। ਉਹ ਕਹਿੰਦੇ ਆਪਣੇ ਪਿੰਡ ਦੀ ਤੇ ਜਿਹੜੀ ਭੀੜ ਬੜੀ ਮਾੜੀ ਆ ਤੇ ਉਹ ਕਮਾਦ ਚੂਪ ਜਾਊਗੀ। ਤੇ ਉਹਨਾਂ ਨੇ ਸਾਰੇ ਪਿੰਡ ਨੂੰ ਅੱਗ ਲਾ ਕੇ ਫੂਕ ਦਿੱਤਾ ਤੇ ਲੋਕੀ ਘਰ-ਬਾਰ ਦੇ ਵਿੱਚੋਂ ਦੌੜਨ ਤੇ ਭੱਜ ਕੇ ਬਾਹਰ ਨੂੰ ਡਿੱਗਣ ਤੇ ਉਹ ਇੱਕ ਪਾਸੇ ਖੜੋ ਕੇ ਮੱਗੇ ਕੱਢਣ ਵੀ ਆਓ ਤੁਹਾਨੂੰ ਕਹਿੰਦੇ ਅਸੀਂ ਗੰਨੇ ਚ ਪਾਉਣੇ ਆ ਮਿੱਠੇ। ਸਾਰੀ ਦੁਨੀਆ ਅੱਗ ਵਿੱਚ ਝੁਲਸੀ ਹੋਈ ਆ। ਇਹ ਬੰਦਿਆਂ ਨੂੰ ਬਸ ਤਰਕਾਂ ਤੇ ਟਿੱਚਰਾਂ ਤੋਂ ਬਿਨਾਂ ਹੋਰ ਕੁਝ ਆਉਂਦਾ ਹੀ ਨਹੀਂ। ਜਿੱਥੇ ਭਾਈ ਸਾਹਿਬ ਜੀ ਅੱਜ ਗੱਲ ਹੋਣੀ ਚਾਹੀਦੀ ਆ ਮਨੁੱਖਤਾ ਦੀ, ਲੋਕਾਂ ਦੀਆਂ ਮੁਸ਼ਕਲਾਂ। ਬਹੁਤ ਸਾਰੇ ਗਰੀਬ ਲੋਕ ਜਿਹੜੇ ਆ ਉਹ ਵਿਚਾਰੇ ਘਰਾਂ ਵਿੱਚ ਤੜੇ ਆ, ਕੰਮ ਉਹ ਕਰ ਨਹੀਂ ਰਹੇ, ਉਹੀ ਕਮਾਉਣਾ ਉਹੀ ਖਾਣਾ। ਤੇ ਉਹਨਾਂ ਦੇ ਤਾਂ ਬਿਲਕੁਲ ਹੀ ਘਰਾਂ ਦੇ ਰੁਜ਼ਗਾਰ ਬੰਦ ਹੋਣ ਕਰਕੇ ਰੋਟੀ ਬੰਦ ਹੋਈ ਪਈ ਹੈ ਬੱਚਿਆਂ ਦੀ। ਪਰ ਪੁਲਿਸ ਪ੍ਰਸ਼ਾਸਨ, ਸਿੱਖ ਜਥੇਬੰਦੀਆਂ, ਹੋਰ ਜਿਹੜੇ ਬਹੁਤ ਸਾਰੀਆਂ ਅੰਮ੍ਰਿਤਸਰ ਦੇ ਵਿੱਚ ਕੁਝ ਹਿੰਦੂ ਜਥੇਬੰਦੀਆਂ ਹੀ ਸੁਣਨ ਨੂੰ ਮਿਲੀਆਂ, ਉਹ ਆਪਣੇ ਪੱਧਰ ਤੇ ਜਿਹੜੇ ਪੌਸ਼ ਏਰੀਏ ਦੇ ਲੋਕ ਆ ਉਹ ਕਰ ਰਹੇ ਆ। ਤੇ ਇਹ ਮੈਂ ਸਮਝਦਾ ਕਿ ਇਹਨਾਂ ਨੂੰ ਉਦਮ ਕਰਨਾ ਚਾਹੀਦਾ ਸੀ ਕਿ ਜੇ ਨਹੀਂ ਤਾਂ ਘੱਟੋ ਘੱਟ ਸਟੇਜਾਂ ਤੋਂ ਬਹਿ ਕੇ ਰੰਜਿਸ਼ਬਾਜੀ ਵਾਲੀਆਂ ਗੱਲਾਂ ਤੇ ਇਸ ਵੇਲੇ ਬੰਦ ਕਰ ਦੇਣੀਆਂ ਚਾਹੀਦੀਆਂ। ਆਹ ਸਮਾਂ ਸਮਾਜ ਲਈ ਕੁਛ ਕਰਨ ਦਾ, ਨਾ ਕਿ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਦਾ। ਔਰ ਇਹਨਾਂ ਦੇ ਸਿਖਾਏ ਹੋਏ ਚੇਲੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਪ੍ਰਥਾਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪ੍ਰਥਾਏ, ਪੰਥ ਦੀਆਂ ਸੰਪਰਦਾਵਾਂ ਦੇ ਪ੍ਰਥਾਏ ਜਿੰਨਾ ਕੂੜ ਪ੍ਰਚਾਰ ਕਰਦੇ ਰਹੇ ਜਾਂ ਕਰ ਰਹੇ ਆ, ਸਤਿਗੁਰੂ ਨੇ ਉਹਦਾ ਪਰਦਾਫਾਸ਼ ਹੀ ਕਰਤਾ ਕੁਝ ਹੀ ਸਾਲਾਂ ਦੇ ਵਿੱਚ। ਕਹਿੰਦੇ ਸੀ ਕਿ ਕਾਰ ਸੇਵਾ ਵਾਲੇ ਬਾਬੇ ਚੋਰ ਆ। ਮੈਂ ਉਦੋਂ ਵੀ ਤੁਹਾਨੂੰ ਵਚਨ ਕੀਤਾ ਸੀ ਕਿ ਜਿੰਨਾ ਮਹਾਂਪੁਰਸ਼ਾਂ ਨੇ ਕਾਰ ਸੇਵਾ ਕਰਕੇ ਆਪ ਸਾਰੀ ਜ਼ਿੰਦਗੀ ਖੱਦਰ ਦੇ ਚੋਲੇ ਪਹਿਨੇ, ਆਪਣੇ ਆਮ ਲੱਕੀ ਜੁੱਤੀ ਪਾਈ ਸਾਦੀ ਤੇ ਬਥੂਈਆਂ ਦੇ ਵਿੱਚ ਕਸ਼ਹਿਰੇ 'ਚ ਗੁਜ਼ਾਰਾ ਕੀਤਾ ਸਾਰੀ ਉਮਰ। ਬਾਬਾ ਖੜਕ ਸਿੰਘ ਜੀ ਨੇ 1984 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਰਾਂ ਬਣਾਈ। ਭਾਈ ਸਾਹਿਬ ਜੀ, ਉਹ ਸਰਾਂ ਦਾ ਨਿਰਮਾਣ ਕਰਾਉਣਾ ਹੋਵੇ ਤੇ ਮੇਰਾ ਖਿਆਲ ਹੈ ਕਿ ਅੱਜ ਕੋਈ ਇੰਜੀਨੀਅਰ 1 ਕਰੋੜ ਰੁਪਇਆ ਮੰਗੇਗਾ। ਵਾਹ ਜੀ ਵਾਹ, ਕੀ ਬਾਤ ਹੈ, ਬੱਲੇ ਬੱਲੇ। ਉਹ ਮਹਾਂਪੁਰਖਾਂ ਨੇ ਬਥੂਈ ਤੇ ਕਸ਼ਹਿਰੇ ਵਿੱਚ ਰਹਿ ਕੇ ਹੀ ਉਹ ਸਰਾਂ ਬਣਾਈ ਔਰ ਉਸ ਤੋਂ ਬਾਅਦ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਉਹਨਾਂ ਨੇ ਸਰਾਂ ਬਣਾਈ। ਅੱਜ ਜਿਹੜੀ ਗੁਰਦੁਆਰਾ ਤੰਬੂ ਸਾਹਿਬ ਸਰਾਂ ਪਾਕਿਸਤਾਨ ਦੇ ਵਿੱਚ ਉਹ ਵੀ ਪੰਜਾਬ ਦੇ ਮਹਾਂਪੁਰਸ਼ਾਂ ਵੱਲੋਂ ਬਣਾਈ ਗਈ, ਕਾਰ ਸੇਵਾ ਵਾਲਿਆਂ ਵੱਲੋਂ, ਜਿਹੜੀ ਪਾਕਿਸਤਾਨ ਸਰਕਾਰ ਨੇ ਤੇ ਸਰਕਾਰ ਨੂੰ ਸੌਂਪੀ ਆ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਇਹ ਕਹਿੰਦੇ ਸੀ ਕਿ ਸੰਤ ਬਾਬੇ ਚੋਰ ਆ, ਠੱਗ ਆ, ਬਾਬਿਆਂ ਦੀਆਂ ਬਣਾਈਆਂ ਸਰਾਵਾਂ ਤੇ ਮਨੁੱਖਤਾ ਦੇ ਕੰਮ ਆ ਰਹੀਆਂ। ਇਹਨਾਂ ਪ੍ਰਚਾਰਕਾਂ ਨੇ ਜਿਹੜੀ 15 ਸਾਲ 20 ਸਾਲ ਪਿਛਲੇ ਕਮਾਈ ਕੀਤੀ ਆ, ਇਹਨਾਂ ਕੌਮ ਨੂੰ ਕੀ ਦਿੱਤਾ? ਕੁਛ ਨਹੀਂ, ਆਪਣੇ ਆਪ ਨੂੰ ਸਟੈਬਲਿਸ਼ ਕੀਤਾ। ਇਹ ਸੰਗਤ ਐਨਾਲਿਸਿਸ, ਸੰਗਤ ਦੱਸੇ ਕਿ ਇਹਨਾਂ ਨੇ ਬੰਦਿਆਂ ਨੇ ਜਿਹੜਾ ਵੀ ਵੱਡੇ ਪ੍ਰਚਾਰਕ ਆ ਉਹ ਇੰਨੇ ਪੈਸੇ ਕਮਾ ਰਹੇ ਆ, ਉਹ ਖੜਦੇ ਕਿੱਥੇ ਆ? ਕੌਮ ਨੂੰ ਕੀ ਦੇ ਰਹੇ ਆ? ਸੰਗਤ ਤੇ ਕਰ ਸਕਦੀ ਹੈ ਫੈਸਲਾ। ਜਿਹੜੇ ਪੈਰੋਕਾਰ ਹੁੰਦੇ ਆ ਨਾ, ਜਿਹੜੇ ਅੰਨੇ ਭਗਤ ਹੁੰਦੇ, ਉਹਨਾਂ ਦਾ ਹੱਲ ਨਹੀਂ ਹੋ ਸਕਦਾ, ਉਹਨਾਂ ਦਾ ਮੁਸ਼ਕਲ ਹੈ ਜੀ। ਕਿਉਂਕਿ ਜਿਹੜਾ ਧਰਮ ਦਾ ਖੇਤਰ ਆ, ਜਦੋਂ ਅਸੀਂ ਦੂਜਿਆਂ ਨੂੰ ਸਿੱਖਿਆਵਾਂ ਦੇਣੀਆਂ, ਉਹ ਤੇ ਆਪ ਵੀ ਪਹਿਰਾ ਦੇਣਾ ਪੈਣਾ। ਉਹ ਮਹਾਂਪੁਰਖ ਇੰਨੇ ਜ਼ਿਆਦਾ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਹੋਣਾ ਤੁਸੀਂ ਸੁਣਿਆ ਹੋਣਾ ਸਪੀਚ ਕਿ ਜਦੋਂ ਬਰਗਾੜੀ ਕਾਂਡ ਦੇ ਵਿੱਚ ਗ੍ਰਿਫਤਾਰੀ ਹੋਈ ਔਰ ਖਿੱਚਤੂ ਕੀਤੀ ਪੁਲਿਸ ਨੇ, ਤਾਂ ਇਹਨਾਂ ਵੱਲੋਂ ਉੱਥੇ ਇਸ ਤਰ੍ਹਾਂ ਦਾ ਪ੍ਰਗਟਾਵਾ ਕੀਤਾ ਕਿ ਪਤਾ ਨਹੀਂ ਹੁਣ ਕੀ ਹੋ ਜਾਵੇਗਾ ਵਗੈਰਾ ਵਗੈਰਾ। ਇੰਨਾ ਡਰੇ ਤੇ ਘਬਰਾਏ। ਦੂਜੇ ਪਾਸੇ ਜਦੋਂ 84 ਦਾ ਅਟੈਕ ਹੋਇਆ ਤੇ ਖੜਕ ਸਿੰਘ ਜੀ ਕੋਲ ਉਸ ਵੇਲੇ ਜਿਹੜਾ ਜਨਰਲ ਸੀ ਰਣਜੀਤ ਦਿਆਲ ਤੇ ਕੁਲਦੀਪ ਬਰਾੜ, ਉਹ ਆਏ। ਉਹਨਾਂ ਬਾਬਾ ਖੜਕ ਸਿੰਘ ਜੀ ਨੂੰ ਆਣ ਕੇ ਕਿਹਾ ਕਿ ਤੂੰ ਬਿਆਨ ਦੇ ਕਿ ਦਰਬਾਰ ਸਾਹਿਬ ਜਿਹੜਾ ਵਾ ਬਿਲਕੁਲ ਠੀਕ ਠਾਕ ਆ, ਕੋਈ ਨੁਕਸਾਨ ਨਹੀਂ ਹੋਇਆ, ਖਾਰਕੂ ਮਾਰੇ ਗਏ ਆ ਤੇ ਸੰਗਤਾਂ ਦਰਸ਼ਨ ਕਰਨ ਆ ਸਕਦੀਆਂ ਜੀ, ਕਿਉਂਕਿ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਆ ਬਾਹਰ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਅਸੀਂ ਭੇਸ਼ੇ ਦੂਰ ਕਰਕੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਚਾਹੁੰਦੇ ਆ। ਤੇ ਬਾਬਾ ਖੜਕ ਸਿੰਘ ਜੀ ਕਹਿਣ ਲੱਗੇ ਕਿ ਤੂੰ ਇੱਥੇ ਲੈਣ ਕੀ ਆਇਆ? ਉਸ ਵੇਲੇ ਦਾ ਜਿਹੜਾ ਉਹ ਜਨਰਲ ਜਿਹਨੇ ਕੋਈ ਪਰਵਾਹ ਨਹੀਂ ਕੀਤੀ, ਉੱਥੇ ਬੱਚਿਆਂ ਬਜ਼ੁਰਗਾਂ, ਕਿੰਨੀ ਸੰਗਤ ਉੱਥੇ ਵਿਦੇਸ਼ੀ ਟੂਰਿਸਟ ਮਾਰੇ ਗਏ ਹਮਲੇ ਦੇ ਵਿੱਚ। ਇੰਨੀ ਜ਼ਿਆਦਾ ਸਿਚੁਏਸ਼ਨ ਖਰਾਬ ਹੋਈ
ਕਿਹੋ ਜਿਹਾ ਕਾਨੂੰਨ ਬੇਪਰਵਾਹ ਅਮਨ ਸਨ। ਨਾਂ ਦੀ ਕੋਈ ਨਾਂ ਨਹੀਂ ਸੀ। ਉਹਨਾਂ ਨੇ ਹਰ ਹੀਲਾ ਵਰਤਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਨੂੰ ਸਬਕ ਸਿਖਾਇਆ ਜਾਵੇ। ਔਰ ਉਹਨਾਂ ਅਫਸਰਾਂ ਦੇ ਸਾਹਮਣੇ ਬਾਬਾ ਖੜਕ ਸਿੰਘ ਜੀ ਆਕੜ ਕੇ ਕਹਿਣ ਲੱਗੇ, ਆਪਣੀ ਬਥੋਈ ਪਾੜਤੀ ਦੋਵੇਂ ਹੱਥਾਂ ਨਾਲ, ਕਹਿੰਦੇ ਲੈ ਆ ਮੇਰੀ ਛਾਤੀ ਆ, ਮਾਰ ਦੇ ਗੋਲੀਆਂ ਤੇ ਮੈਨੂੰ ਵੀ ਮਾਰ ਦੇ, ਤੂੰ ਅੱਜ ਹਮਲਾ ਕਰਕੇ ਮੇਰੇ ਕੋਲ ਕੀ ਲੈਣਾ ਆ, ਪਹਿਲਾਂ ਕਿੱਥੇ ਚਲਾ ਗਿਆ ਸੀ। ਏਦਾਂ ਦੇ ਬੇਪਰਵਾਹ ਲੱਭਣੇ। ਬਰਾੜ ਜਵਾਬ ਨਹੀਂ ਕੋਈ ਉਹਨੂੰ ਸੁਝਿਆ ਤੇ ਬਰਾੜ ਦੇ ਗਨਮੈਨਾਂ ਨੇ ਬਰਾੜ ਨੂੰ ਜੱਫੀ ਪਾ ਕੇ ਤੇ ਕਿਹਾ ਚਲੋ ਇੱਥੋਂ ਚੱਲੀਏ। ਏਦਾਂ ਦੇ ਸਾਡੇ ਸਾਧ। ਤੇ ਇਹਨਾਂ ਨੂੰ ਤਾਂ ਹਜੇ ਅਗਲੇ ਨੇ ਚਪੇੜ ਵੀ ਨਹੀਂ ਦਿਖਾਲੀ ਸੀ ਜਿਸ ਵੇਲੇ ਇਹਨਾਂ ਨੇ ਤਰੇਲੀਆਂ ਦੇ ਨਾਲ ਸਰੀਰ ਸਾਰਾ ਜਿਹੜਾ ਕੱਪੜੇ ਗਿੱਲੇ ਕਰ ਲਏ ਸਨ। ਸੰਘਰਸ਼ ਦੇ ਵਿਰੁੱਧ ਜਿੰਨਾ ਨੇਕੀ ਨੇ ਕੁੜ ਪ੍ਰਚਾਰ ਕੀਤਾ, ਉਹ ਐਸੀਆਂ ਮਹਾਨ ਰੂਹਾਂ ਜਿਹੜੀਆਂ ਜਿਨ੍ਹਾਂ ਨੇ ਜਪ ਤਪ ਕੀਤਾ, ਜਿਨ੍ਹਾਂ ਦੀ CID ਕਰਦੇ ਬਸ਼ੀਰ ਮੁਹੰਮਦ ਵਰਗੇ ਜਿਹੜੇ ਬੰਦੇ ਸੀ ਉਹ ਵੀ ਬੱਬਰ ਬਣ ਗਏ ਲਛਮਣ ਸਿੰਘ ਦੇ ਰੂਪ ਦੇ ਵਿੱਚ। ਉਹਨਾਂ ਮਹਾਂਪੁਰਸ਼ਾਂ ਦੀ ਮੈਂ ਮਹਾਂਪੁਰਸ਼ ਕਹੂੰਗਾ ਕਿਉਂਕਿ ਉਹ ਜਿਹੜਾ ਸੰਘਰਸ਼ ਚੱਲਿਆ, ਜਿਹੜੀ ਲਹਿਰ ਚੱਲੀ, ਉਹਦੇ ਵਿੱਚ ਜਿਹੜੀਆਂ ਰੂਹਾਂ ਸੀਗੀਆਂ, ਉਹਨਾਂ ਨੇ ਜਿਹੜੀ ਪਰਫਾਰਮੈਂਸ ਜਾਂ ਜੋ ਮਨੁੱਖਤਾ ਲਈ ਕਾਰਜ ਕੀਤੇ, ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨਾ ਜੀ ਬਿਲਕੁਲ ਨਹੀਂ। ਉਹਨਾਂ ਦੀ ਦੇਖੋ ਉਹ ਖਾੜਕੂ ਸ਼ੌਂਕ ਨਾਲ ਨਹੀਂ ਸੀ ਬਣੇ, ਕੋਈ ਮਾਂ ਦੀ ਕੁੱਖ ਚੋਂ ਜੰਮਿਆ ਖਾੜਕੂ ਨਹੀਂ ਬਣਦਾ। ਜਦੋਂ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਸੜਕਾਂ ਤੇ ਸਾੜਿਆ ਜਾ ਰਿਹਾ ਸੀ, ਉਦੋਂ ਚੇਤਾ ਨਹੀਂ ਆਇਆ ਕਿਸੇ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਸਿੱਖ ਵੱਸਦੇ ਆ, ਉਹ ਇਹਦਾ ਜਵਾਬ ਜ਼ਰੂਰ ਦੇਣਗੇ। ਜੀ ਜੀ ਜੀ। ਜੇ ਕਤਲੇਆਮ ਸਾਡਾ ਨਾ ਹੁੰਦਾ ਦਿੱਲੀ ਦੇ ਵਿੱਚ ਨਵੰਬਰ ਦੇ ਵਿੱਚ, ਤੇ ਪੰਜਾਬ 'ਚ ਕਦੀ ਬਗਾਵਤ ਨਾ ਹੁੰਦੀ। ਜੀ 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 ਬਿਲਕੁਲ। ਐਕਸ਼ਨ ਦੇ ਉੱਤੇ ਰਿਐਕਸ਼ਨ ਬਣਦਾ ਹੈ। ਚਲੋ ਇਹ ਮਸਲਾ ਹੋਰ ਆ। ਇਸ ਵੇਲੇ ਜਿਹੜੇ ਹਾਲਾਤ ਬਣੇ ਪਏ ਆ, ਉਹਨਾਂ ਦੇ ਨਾਲ ਸਾਨੂੰ ਸਹਿਯੋਗ ਕਰਨ ਦੀ ਲੋੜ ਹੈ। ਹਰ ਪੱਖ ਤੋਂ ਅਮਨ ਕਾਨੂੰਨ ਦੀ ਸਥਿਤੀ ਵੀ ਪੈਦਾ ਰੱਖਣ ਦੀ ਲੋੜ ਆ, ਕਿਉਂਕਿ ਪੁਲਿਸ ਨਫਰੀ ਜਿਹੜੀ ਕਿਸੇ ਵੀ ਸੂਬੇ ਕੋਲੇ ਜਗ੍ਹਾ ਨਹੀਂ ਹੁੰਦੀ ਕਿ ਗਲੀ ਮਹੱਲੇ ਘਰ ਸ਼ਹਿਰ ਸਾਰੇ ਕਿਤੇ ਉਹ ਆਪਣੀ ਪਰਫਾਰਮੈਂਸ ਵਿਖਾ ਸਕੇ ਇਹਨਾਂ ਹਾਲਾਤਾਂ 'ਚ, ਖਾਸ ਕਰਕੇ। ਨਹੀਂ ਜੀ, ਪਬਲਿਕ ਦੀ ਬਹੁਤ ਜ਼ਿਆਦਾ ਸਹਿਯੋਗ ਜਿਹੜੇ ਹੋਰ ਵੀ ਕੇਸ ਚੱਲ ਰਹੇ ਹੁੰਦੇ ਨੇ ਉਧਰ ਵੀ ਕੰਮ ਕਰਨਾ ਪੈਂਦਾ। ਸਾਨੂੰ ਤਾਂ ਰਲ ਕੇ ਸਹਿਯੋਗ ਕਰਨਾ ਚਾਹੀਦਾ ਇਸ ਵੇਲੇ, ਜਿਹੜੇ ਸੰਸਥਾਵਾਂ ਨੇ ਕੀਤਾ। ਜੀ ਜੀ। ਪਰ ਭਾਈ ਸਾਹਿਬ ਹੁਣੀ ਅਜੇ ਵੀ ਆਪਣੇ ਰਾਗ ਅਲਾਪ ਰਹੇ ਆ ਕਿ ਟਕਸਾਲੀ ਮੇਰਾ ਵਿਰੋਧ ਕਰੀ ਜਾ ਰਹੇ ਆ। ਭਾਈ ਸਾਹਿਬ ਜੀ, ਮੈਂ ਨਾ ਇੱਕ ਗੱਲ ਇਹ ਵੀ ਕਰਨੀ ਚਾਹੁੰਦਾ ਇੱਥੇ ਜੀ। ਕੁਛ ਬੰਦੇ ਸਾਡੇ ਸਮਰਥਕ ਹੁੰਦੇ ਆ ਜੀ। ਉਹਨਾਂ ਸਮਰਥਕ ਬੰਦਿਆਂ ਦੀ ਭਾਵਨਾ ਜਿਹੜੀ ਆ ਉਹ ਜਥੇਬੰਦੀ ਪ੍ਰਤੀ ਸਮਰਪਣ ਵਾਲੀ ਹੁੰਦੀ ਹੈ ਕਿ ਅਸੀਂ ਸਮਰਪਣ ਆ, ਪਰ ਉਹਨਾਂ ਦੇ ਕੋਲ ਉਹ ਲਿਆਕਤ ਜਾਂ ਉਹ ਸਮਝ ਨਹੀਂ ਹੁੰਦੀ ਗੱਲ ਕਰਨ ਦੀ। ਜੀ। ਹੈਲੋ। ਹਾਂਜੀ ਹਾਂਜੀ ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ। ਕਈ ਵਾਰ ਜਥੇਬੰਦੀ ਦੀ ਵਧੀਆ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਦੋਨੋਂ ਤਰਫੀ ਹੁੰਦਾ। ਜੇ ਤੁਸੀਂ ਦੇਖੋ, ਮੈਂ ਜਿੰਨੀਆਂ ਵੀ ਇੰਟਰਵਿਊਜ਼ ਕੀਤੀਆਂ ਤੁਸੀਂ ਦੇਖ ਸਕਦੇ ਆ KPA TV ਤੇ, ਉਹਨਾਂ ਇੰਟਰਵਿਊਜ਼ ਦੇ ਵਿੱਚ ਇੱਕ ਵੀ ਲਫ਼ਜ਼ ਇਹਨਾਂ ਬਾਰੇ ਮੰਦੀ ਸ਼ਬਦਾਵਲੀ ਨਹੀਂ ਵਰਤੀ, ਨਾ ਹੀ ਜਿੰਨਾ ਗੱਲ ਕੀਤੀ। ਜੇ ਉਹਨਾਂ ਨੇ ਕੁਛ ਕਹੀ ਵੀ ਆ ਵੱਧ ਤੇ ਅਸੀਂ ਉਹਨੂੰ ਸਕਿਪ ਕੀਤਾ ਕਿ ਅਸੀਂ ਆਪਣਾ ਜਿਹੜਾ ਕਾਰਜ ਆ ਉਹਨੂੰ ਸੁਹਿਰਦਤਾ ਦੇ ਨਾਲ ਕਰਨਾ ਚਾਹੁੰਦੇ ਆ। ਉਹਦੇ ਵਿੱਚ ਕੋਈ ਏਦਾਂ ਦੀ ਭਾਵਨਾ ਨਹੀਂ ਰੰਜਿਸ਼ਬਾਜ਼ੀ ਵਾਲੀ, ਸਿਰਫ ਤੇ ਸਿਰਫ ਅਸੀਂ ਅਸਲੀਅਤ ਅੱਗੇ ਰੱਖਣੀ ਸੰਗਤ ਦੇ, ਵਿਚਾਰ ਦੀ ਜੰਗ ਵਿੱਚ ਵਿਚਾਰ ਰੱਖਣੇ ਆ। ਪਰ ਇਹਨਾਂ ਦੇ ਬੰਦਿਆਂ ਦੇ ਤੁਸੀਂ ਕਮੈਂਟ ਪੜ੍ਹੋ, ਇੰਨੀਆਂ ਗੰਦੀਆਂ ਗਾਲਾਂ ਭੱਦੀਆਂ, ਪਰ ਅਸੀਂ ਉਹਦਾ ਕੋਈ ਜਵਾਬ ਨਹੀਂ ਇਹਨਾਂ ਨੂੰ ਕਦੀ ਬਲੇਮ ਨਹੀਂ ਕੀਤਾ ਕਿ ਇਹ ਤੁਸੀਂ ਕਢਵਾ ਰਹੇ ਆ, ਕਿਉਂਕਿ ਸਾਨੂੰ ਪਤਾ ਕਿ ਹਰ ਤਰ੍ਹਾਂ ਦੇ ਸਮਾਜ ਵਿੱਚ ਲੋਕ ਰਹਿੰਦੇ ਆ। ਜੀ ਜੀ। ਤੇ ਸਾਨੂੰ ਸਿਰਫ ਇਹ 5 ਮਿੰਟ ਤੋਂ ਪਹਿਲਾਂ ਬਲੇਮ ਕਰ ਦਿੰਦੇ ਆ, ਫਲਾਣੇ ਬੰਦੇ ਨੇ ਏਦਾਂ ਕਿਹਾ, ਉਹ ਇਹਨਾਂ ਦੇ ਬੰਦੇ ਆ। ਆਪਣੀ ਸਟੇਜ ਤੋਂ ਵਿਅਕਤੀਗਤ ਲੋਕਾਂ ਦੇ ਨਾਮ ਲਈ ਜਾਣੇ। ਮੈਂ ਸਮਝਦਾ ਇਹ ਗੁਰਸਾਖੀ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤੋਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਿੱਖਿਆ ਜੇ ਨੇੜੇ ਤੇੜੇ ਵੀ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਨਾਂ ਫਰੀਦਾ ਦਰਵੇਸ਼ਾਂ ਨੂੰ ਲੋੜੀਏ, ਰੁੱਖਾਂ ਦੀ ਜੜਾਂ ਰੁੱਖਾਂ ਵਰਗੇ ਜਿਹੜੇ ਹੁੰਦੇ ਆ ਫਕੀਰਾਂ ਦੇ, ਤੇ ਸਿੱਖੀ ਵੀ ਇੱਕ ਫਕੀਰੀ ਆ। ਬਿਲਕੁਲ ਜੀ, ਐਬਸੋਲੂਟਲੀ। ਵੱਡਾ ਦਿਲ ਰੱਖਣਾ ਪੈਂਦਾ, ਫਰਾਖ ਦਿਲੀ ਦੇ ਨਾਲ ਚੱਲਦਾ ਇਹ ਸਾਰਾ ਕੰਮ। ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਆ, ਜਿਹੜਾ ਹੁਣ ਤੇ ਜਾਣੀ ਕਿ ਇਦਾਂ ਵੀ ਹਵਾ ਦਾ ਵੀ ਬੁੱਲਾ ਜ਼ੋਰ ਨਾ ਵੱਜ ਜਾਵੇ, ਤੇ ਉਹ ਵੀ ਇਹਨਾਂ ਨੇ ਜਾਣੀ ਕਿ ਹੁੰਦਾ ਵੀ ਟਕਸਾਲ ਵਾਲਿਆਂ ਨੇ ਬਲੋਰ ਲਾਤਾ ਸਾਡੇ ਵੱਲ ਨੂੰ। ਹਰ ਨਿੱਕੀ ਨਿੱਕੀ ਗੱਲ, ਸਾਡੇ ਗੁਰੂ ਕਿੱਡੇ ਮਹਾਨ ਆ। ਜਦੋਂ ਖਡੂਰ ਸਾਹਿਬ ਵਿਖੇ ਗੁਰੂ ਘਰ ਦੇ ਦੋਖੀਆਂ ਨੇ ਕਿਹਾ ਕਿ ਗ੍ਰਸਤੀਆਂ ਦੀ ਪੂਜਾ ਕਰਦੇ ਹੋ, ਪੰਡਿਆਂ ਨੂੰ ਜਾ ਕੇ ਬੇਨਤੀ ਕੀਤੀ ਲੋਕਾਂ ਨੇ ਕਿ ਮਹਾਰਾਜ ਮੀਂਹ ਨਹੀਂ
ਉਹ ਕਹਿਣ ਲੱਗੇ ਕਿ ਗ੍ਰਸਤੀਆਂ ਦੀ ਪੂਜਾ ਕਰੋਗੇ ਤੇ ਮੀਂਹ ਕਿੱਥੋਂ ਪੈਣਾ। ਜੀ ਤੁਸੀਂ ਉਹਨੂੰ ਕਹਿਣ ਲੱਗੇ ਕਿ ਅਸੀਂ ਨਹੀਂ ਗ੍ਰਸਤੀ ਦੀ ਪੂਜਾ ਕਰਦੇ, ਤੁਸੀਂ ਮੀਂਹ ਪਵਾ ਦਿਓ। ਜੀ ਕਹਿੰਦੇ ਫਿਰ ਉਹਨੂੰ ਪਿੰਡੋਂ ਕੱਢ ਦਿਓ। ਜੀ ਜੀ ਗੁਰੂ ਸਾਹਿਬ ਮਹਾਰਾਜ ਨੂੰ ਪਤਾ ਲੱਗਾ ਤੇ ਗੁਰੂ ਜੀ ਆਪ ਖਡੂਰ ਸਾਹਿਬ ਛੱਡ ਕੇ ਚਲੇ ਗਏ। ਕਿ ਦੇਖੋ ਕਿੱਡਾ ਜੇਰਾ। ਤੇ ਔਰ ਗੁਰੂ ਸਾਹਿਬ ਜੀ ਆਪ ਜਦੋਂ ਚਲੇ ਗਏ ਤਾਂ ਦੇਖੋ ਸਤਿਗੁਰੂ ਜੀ ਨੇ ਸਿੱਖਿਆਵਾਂ ਕਿੱਡੀਆਂ ਮਹਾਨ ਆ। ਗੁਰੂ ਸਾਹਿਬ ਸਭ ਕੁਝ ਜਾਣੀ ਜਾਣ ਪਰ ਫਰੀਦਾ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਉਹਦਾ ਜਿਗਰਾ ਕਿੱਡਾ ਵੱਡਾ ਹੈ। ਬਹੁਤ ਜੀ ਬਹੁਤ। ਆਮਰੈਣ ਕਲਾ ਧਾਰ ਜਗ ਮੇ ਪਰਵਰਿਆ ਨੇ ਜਿਹੜੀ ਭੱਟ ਸਾਹਿਬ ਜੀ ਨੇ ਮਹਿਮਾ ਕੀਤੀ। ਬਿਲਕੁਲ ਬਿਲਕੁਲ ਦਰੁਸਤ ਹੈ ਜੀ। ਪਰ ਫਿਰ ਮੀਂਹ ਪਿਆ। ਜੀ ਜਦ ਇਹ ਤਾਂ ਨਹੀਂ ਮੰਨਣਗੇ, ਇਹ ਕਹਿਣਗੇ ਕਿ ਅਸੀਂ ਨਹੀਂ ਮੰਨਦੇ ਉਸ ਮੀਂਹ ਨੂੰ, ਪਰ ਮੀਂਹ ਪਿਆ ਨਹੀਂ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਅਜੇ ਗੁਰੂ ਨਹੀਂ ਸੀ ਬਣੇ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਮਹਾਰਾਜ ਜੀ ਦਾ ਨਰਾਦਰ ਕੀਤਾ ਹੈ, ਤੁਸੀਂ ਭੁੱਲ ਬਖਸ਼ਾਓ, ਮੀਂਹ ਮੈਂ ਪਵਾ ਦਿੰਦਾ। ਜੀ ਤੁਸੀਂ ਜੀ ਉਸ ਤਪੇ ਨੂੰ ਫੜੋ, ਘਸੀਟੋ, ਜਿੱਧਰ ਨੂੰ ਘਸੀਟ ਕੇ ਜਾਓਗੇ ਉਧਰ ਮੀਂਹ ਪੈਂਦਾ ਜਾਊਗਾ। ਵਾਹਿਗੁਰੂ ਵਾਹਿਗੁਰੂ। ਔਰ ਉਹ ਮੀਂਹ ਪਿਆ। ਇਹ ਸਿੱਖ ਧਰਮ ਦੀਆਂ ਸਿੱਖਿਆਵਾਂ। ਅਸੀਂ ਸੰਗਤ ਨੂੰ ਗੁਰਸਿੱਖੀ ਨਾਲ, ਗੁਰੂ ਸਾਹਿਬ ਜੀ ਦੇ ਨਾਲ ਜੋੜਨਾ, ਨਾ ਕਿ ਤਰਕ ਵਿਗਿਆਨ ਦੀਆਂ ਤਾਂ ਚੀਕਾਂ ਕਢਾ ਦਿੱਤੀਆਂ। ਮਹਾਰਾਜ ਨੇ ਮਾੜਾ ਜਿਹਾ ਰੀਸੈਟ ਮਾਰਿਆ, ਸਾਰਾ ਕੁਝ ਜਾਮ ਕਰਕੇ ਸੁੱਟਤਾ ਸੰਸਾਰ ਦਾ। ਬਿਲਕੁਲ ਜੀ। ਸਭ ਜਿਹੜੇ ਟੱਕੇ ਨਹੀਂ ਵਹਿੰਦੇ ਕਹਿੰਦੇ ਸਾਡੇ ਵਾਸਤੇ ਸਾਰ ਹੀ ਨਹੀਂ ਸਕਦਾ, ਸਾਰੇ ਘਰਾਂ 'ਚ ਜਿੰਦੇ ਲਾ ਕੇ ਬੈਠੇ ਆ। ਜੇਠੂਵਾਲ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇੱਕ ਕਾਲਰ ਸਾਡੇ ਕੋਲ ਹੋ ਰਿਹਾ, ਉਹਨਾਂ ਨੂੰ ਲੈਣਾ ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਆ। ਤੇ ਮੈਂ ਸ਼ੁਕਰਗੁਜ਼ਾਰ ਹਾਂ। ਬਹੁਤ ਧੰਨਵਾਦ ਆਪ ਜੀ ਦਾ ਜੀ, ਮੈਨੂੰ ਆਪ ਜੀ ਨੇ ਇੰਨਾ ਸਮਾਂ ਦਿੱਤਾ ਸੰਗਤ ਨਾਲ ਵਿਚਾਰ ਸਾਂਝੇ ਕਰਨ ਦਾ। ਨਹੀਂ ਕੋਈ ਗੱਲ ਨਹੀਂ, ਰੇਡੀਓ ਦਾ ਬਹੁਤ ਧੰਨਵਾਦ ਜੀ। ਤੁਸੀਂ ਸਾਡਾ ਦਿਲੋਂ ਸਾਡਾ ਜੀਰੋ ਜੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਸਨ ਸਰਦਾਰ ਸ਼ਮਸ਼ੀਰ ਸਿੰਘ ਜੀ ਜੇਠੂਵਾਲ। ਇਹਨਾਂ ਦੀ ਗੱਲ ਜਿਹੜੀ ਆ ਅਕਸਰਕਾਰ ਜਦੋਂ ਆਪਾਂ ਨਾਪੀਏ ਤੋਲੀਏ ਤਾਂ ਬਹੁਤ ਵਜਨ ਵਾਲੀ ਹੋਇਆ ਕਰਦੀ ਆ। ਤੇ ਉਹਦੇ ਵਿੱਚ ਸੁਹਿਰਦਤਾ, ਨੈਤਿਕਤਾ ਬਹੁਤ, ਜਾਣੀ ਕਿ ਇੱਕ ਬੈਲੈਂਸ ਹੁੰਦਾ ਆ ਇਮਾਨਦਾਰੀ ਦਾ। ਤੇ ਉਹ ਤੁਹਾਡੇ ਨਾਲ ਬੋਲਾਂ ਦੀ ਸਾਂਝ ਕਰਕੇ ਗਏ ਨੇ। ਤੇ ਭਾਈ ਮਲਕੀਤ ਸਿੰਘ ਜੀ ਹੁਣ ਸਾਡੇ ਨਾਲ ਦੁਬਾਰਾ ਫਿਰ ਵਾਪਸ ਆਏ ਨੇ ਤੇ ਥੋੜੇ ਜਿਹੇ ਸਮੇਂ 'ਚ ਕੁਝ ਸ਼ਬਦਾਂ ਦੇ ਨਾਲ ਆਪ ਜੀ ਦੇ ਨਾਲ ਸਾਂਝ ਕਰਨਗੇ ਜੀ। ਜੀ ਆਇਆਂ ਨੂੰ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਆ ਵੀ। ਬਹੁਤ ਸੋਹਣੇ ਤਰੀਕੇ ਦੇ ਨਾਲ ਭਾਈ ਸਾਹਿਬ ਹੁਣਾਂ ਨੇ ਜਿਹੜੇ ਨਾ ਸਾਰੀ ਗੱਲਬਾਤ ਨੂੰ ਰੱਖਿਆ, ਮਿਸ਼ਨਰੀ ਸੋਚ ਨੂੰ ਵੀ ਰੱਖ ਦਿੱਤਾ ਤੇ ਜੋ ਰਣਜੀਤ ਸਿੰਘ ਕਰ ਰਿਹਾ ਉਹਨੂੰ ਵੀ ਰੱਖ ਦਿੱਤਾ, ਹਨਾ। ਮੈਂ ਭਾਈ ਸਾਹਿਬ ਜੀ ਮਾਫੀ ਚਾਹੁੰਦਾ ਆ। ਮੈਂ ਕਿਹਾ ਵੀ ਜਿਹੜੇ ਆਪਣੇ ਬਾਹਰੋਂ ਕਾਲਰ ਆਏ ਸੀਗੇ ਵੀ ਉਹਨਾਂ ਨੂੰ ਇਨਬਾਉਂਡ ਕਰ ਲਈਏ, ਕਿਉਂਕਿ ਮੈਨੂੰ ਪਤਾ ਸੀਗਾ ਵੀ ਆਪਾਂ ਤੇ ਘਰ ਦੀ ਗੱਲ ਆ ਵੀ। ਜੀ 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 ਬਿਲਕੁਲ ਬਿਲਕੁਲ ਜੀ। ਪਰ ਜਿਹੜੀ ਨਾ ਮੰਮੀ ਮੈਂ ਇਸ ਗੱਲ ਨੂੰ ਨਾ ਦੇਖ ਪਾ ਰਿਹਾ ਆ, ਮੈਨੂੰ ਲੱਗਦਾ ਆ ਵੀ ਇਹ ਏਡੀ ਵੱਡੀਆਂ ਐਗਜ਼ਾਮਪਲਾਂ ਦੇ ਕਾਬਲ ਰਹੇ ਨਹੀਂ। ਇਹਨਾਂ ਦੀ ਮੱਤ ਜਿਹੜੀ ਸੀ ਨਾ, ਉਹ ਇੱਥੋਂ ਤੱਕ ਸੋਚਣ ਸ਼ਕਤੀ ਇਹਨਾਂ ਦੀ ਰਹੀ ਨਹੀਂ ਹੈ। ਜੀ ਜੀ ਨਾ ਇਹਨਾਂ ਦੀ ਰਹੀ, ਨਾ ਭਗਤਾਂ ਦੀ ਰਹੀ ਆ। ਅੱਛਾ, ਜੇ ਤੁਸੀਂ ਨਾ ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਜਦੋਂ ਤੁਸੀਂ ਨਾ ਇੰਡੀਆ ਵਿੱਚ ਦੇਖਦੇ ਆ ਜੀ, ਅੱਜ ਪੂਰੀ ਦੁਨੀਆ ਕਹਿ ਰਹੀ ਆ ਕਿ ਮੋਦੀ ਦੇ ਆਉਣ ਤੋਂ ਬਾਅਦ ਜਿਹੜਾ ਇੰਡੀਆ ਆ ਨਾ ਉਹ ਬਹੁਤ ਬੈਕਅਪ ਤੇ ਚਲੇ ਗਿਆ। ਪਰ ਜਦੋਂ ਤੁਸੀਂ ਭਗਤਾਂ ਵਾਲੀ ਐਨਕ ਲਾ ਕੇ ਦੇਖਦੇ ਹਨਾ ਜੀ, ਹੈਲੋ, ਹਾਂਜੀ ਹਾਂਜੀ ਹਾਂਜੀ, ਜੀਪੀਏ ਬਹੁਤ ਥੱਲੇ ਜਾ ਗਿਆ। ਗਰੋਥ 9.5% ਤੇ ਜਿਹੜੀ 9.9 ਸੀ ਲਾ ਕੇ ਦੇਖਦੇ ਹੋ, ਕਹਿੰਦੇ ਨਹੀਂ ਸਭ ਠੀਕ ਹੈ, ਇੰਨੀ ਚੜ੍ਹਦੀ ਕਲਾ ਕਦੀ ਹੋਈ ਨਹੀਂ ਸੀ ਜਿੰਨੀ ਹੋਣੀ ਆ ਇੰਡੀਆ ਦੀ। ਜੀ ਜੀ। ਰਾਮ ਰਹੀਮ ਨੂੰ ਜੇ ਤੁਸੀਂ ਅੱਖਾਂ ਤੋਂ ਐਨਕ ਲਾ ਕੇ ਦੇਖੋਗੇ ਤੇ ਉਹ ਬਲਾਤਕਾਰੀ ਸਾਧ ਨੇ, ਇਨਸਾਨੀਅਤ ਦੀਆਂ ਹੱਦਾਂ ਜਿਹੜੀਆਂ ਸੀ ਉਹ ਪਾਰ ਕਰਕੇ ਹਵਾਨੀਅਤ ਨੂੰ ਉਹ ਅੱਗੇ ਨਿਕਲ ਗਿਆ। ਪਰ ਜਦੋਂ ਭਗਤਾਂ ਦੀਆਂ ਅੱਖਾਂ ਨਾਲ ਦੇਖੋਗੇ, ਉਹ ਜੇਲ੍ਹ ਨੂੰ ਮੱਥਾ ਟੇਕੀ ਜਾਂਦੇ ਨੇ, ਉਹ ਐਨਕ ਐਸੀ ਲਾ ਕੇ ਬੈਠੇ ਆ ਜੀ। ਏਦਾਂ ਹੀ ਰਣਜੀਤ ਸਿੰਘ ਦੀ ਗੱਲ ਆ, ਜੇ ਤੁਸੀਂ ਹਨਾ ਇੱਕ ਜਿਹੜੀ ਹੈਗੀ ਆ ਨਿਰਪੱਖ ਅੱਖ ਨਾਲ ਦੇਖੋਗੇ ਤੇ ਵਾਹਿਗੁਰੂ ਨੇ ਦੇ ਪੱਲੇ ਕੱਖ ਨਹੀਂ ਛੱਡਿਆ। ਇਹ ਸਵੇਰ ਨੂੰ ਸੋਚਦਾ ਵੀ ਮੈਂ ਅੱਜ ਸ਼ਾਮਾਂ ਤੱਕ ਆਹ ਕਾਰਜ ਕਰਨੇ ਆ, ਤੇ ਉਹਨਾਂ ਨੂੰ ਬਾਬਿਆਂ ਦਾ ਨਾਂ ਲੈ ਕੇ ਪਹਿਲਾਂ ਭੰਡ ਦਿੰਦਾ, ਫਿਰ ਆਪ ਕਰ ਜਾਂਦਾ ਜੀ। ਕਹਿੰਦਾ ਸੀ ਝੂਠ ਦੀਆਂ ਦੁਕਾਨਾਂ ਬੰਦ ਕਰਨੀਆਂ, ਆਪਦਾ ਡੇਰਾ ਆਪਦੇ ਦੀਵਾਨ ਬੰਦ ਕਰ ਗਿਆ ਜੀ। ਕਹਿੰਦਾ ਸੀਗਾ ਕਰੋਨਾ ਵਾਇਰਸ ਦੇ ਉੱਤੇ ਜੇ ਇਹ ਅੱਗੇ ਵੱਧ ਗਿਆ ਤੇ ਇਹ ਜਿਹੜੇ ਪਖੰਡੀ ਨੇ ਉਹਨਾਂ ਦੇ ਡੇਰੇ ਬੰਦ ਹੋ ਜਾਣੇ ਨੇ, ਆਪਦਾ ਡੇਰੇ ਦੇ ਬੂਹੇ ਲਾ ਲਏ ਜੀ। ਪਰ ਹੁਣ ਜੋ ਤੁਸੀਂ ਭਗਤਾਂ ਵਾਲੀਆਂ ਐਨਕਾਂ ਲਾ ਕੇ ਦੇਖਦੇ ਹੋ ਜੀ, ਉਹ ਕਹਿੰਦੇ ਭਾਈ ਸਾਹਿਬ ਤੋਂ ਬਿਨਾਂ ਕੋਈ ਸੇਵਾ ਹੀ ਨਹੀਂ ਕਰ ਰਿਹਾ। ਪੂਰੀ ਕਹਿੰਦੇ ਵੀ ਇੱਕ ਭਾਈ ਸਾਹਿਬ ਕਰ ਰਿਹਾ ਤੇ ਇੱਕ ਸਿੱਧੂ ਮੂਸੇ ਵਾਲਾ ਕਰ ਰਿਹਾ, ਇਸ ਤੋਂ ਇਲਾਵਾ ਕੋਈ ਸੇਵਾ ਹੀ ਨਹੀਂ ਕਰ ਰਿਹਾ। ਬਿਲਕੁਲ ਬਿਲਕੁਲ। ਜਦਕਿ ਪੂਰੀ ਦੁਨੀਆ ਦੇ ਵਿੱਚ ਮੈਂ ਬਾਰ-ਬਾਰ ਬੇਨਤੀ ਸਿੱਖਾਂ ਨੂੰ ਕਰਦਾ ਕਿ ਭਾਈ ਇੰਟਰਨੈਟ ਦਾ ਜ਼ਮਾਨਾ, ਸਾਰੀ ਉਮਰ ਇੱਕ ਦੂਜੇ ਤੇ ਦੂਸ਼ਣਬਾਜ਼ੀ ਜੇ ਨਾ ਪਾਓ, ਜਰਾ ਕਿ ਦੇਖੋ ਦੁਨੀਆ ਕਿੱਥੇ ਚੱਲ ਰਹੀ ਹੈ। ਥੋੜਾ ਪ੍ਰੈਕਟੀਕਲ ਤਰੀਕੇ ਨਾਲ ਦੇਖੋ ਨਾ ਜੀ। ਇਸ ਟਾਈਮ ਦੇ ਵਿੱਚ ਜੇ ਕੋਈ ਸੇਵਾ ਨਿਭਾ ਰਿਹਾ ਆ ਤੇ ਦੁਨੀਆ ਕਿਸੇ ਤੇ ਆਸ ਲਾ ਕੇ ਬੈਠੇ ਹੋ, ਗੁਰੂ ਨਾਨਕ ਦਾ ਦਰ ਆ
ਇਹ ਵਡਿਆਈ ਗੁਰੂ ਨਾਨਕ ਦੀ ਆ। ਬਿਲਕੁਲ ਜੀ। ਈਵਨ ਆਸਟ੍ਰੇਲੀਆ, ਨਿਊਯਾਰਕ, ਵੈਨਕੂਵਰ, ਇਹ ਦੁਨੀਆ ਦੇ 3 ਜਿਹੜੇ ਸਭ ਤੋਂ ਪ੍ਰਗਤੀਵਾਦੀ ਮੁਲਕ ਆ, ਉਹਨਾਂ ਤਿੰਨਾਂ ਮੁਲਕਾਂ ਦੇ ਜਿਹੜੇ ਅਥਾਰਟੀਜ਼ ਆ, ਜਿਹੜੀਆਂ ਐਡਮਿਨਿਸਟ੍ਰੇਸ਼ਨ ਅਥਾਰਟੀਜ਼ ਆ, ਉਹਨਾਂ ਨੇ ਸਿੱਖ ਗੁਰੂ ਘਰਾਂ ਦੇ ਵਿੱਚ ਕਾਲ ਕਰਕੇ, ਫੋਨ ਕਰਕੇ ਇਹ ਗੱਲ ਦੀ ਰਿਕੁਐਸਟ ਕੀਤੀ ਆ ਕਿ ਜੇ ਅਗਰ ਪੋਸੀਬਿਲਿਟੀ ਹੈਗੀ ਆ ਤਾਂ ਸਾਡੇ ਜਿਹੜੇ ਪਰਿਵਾਰ ਭੁੱਖ ਦੇ ਨਾਲ ਜੂਝ ਰਹੇ ਆ, ਇਹਨਾਂ ਦੀ ਮੈਕਸਿਮਮ ਮਦਦ ਕਰੋ। ਔਰ ਜਿਹੜੀਆਂ ਕਿਚਨਸ ਜਿਹੜੀਆਂ 24/7 ਚੱਲ ਰਹੀਆਂ ਨੇ। ਬਿਲਕੁਲ ਬਿਲਕੁਲ ਜੀ। ਜੇ ਅੱਜ ਨਰਕਾਂ ਦੇ ਵਿੱਚ ਬੈਠਾ ਕਿਤੇ KPS ਗੱਲ ਦੇਖ ਰਿਹਾ ਹੋਊਗਾ ਤੇ ਉਹ ਸ਼ਰਮ ਆਉਣ ਦੇ ਨਾਲ ਜਿਹੜਾ ਉਹ ਮਰ ਰਿਹਾ ਹੋਊਗਾ ਉੱਥੇ ਬੈਠਾ ਵੀ, ਬਈ ਜਿਨ੍ਹਾਂ ਨੂੰ 30-35 ਸਾਲ ਪਹਿਲਾਂ ਇਹ ਕਿਹਾ ਗਿਆ ਵੀ ਸਿੱਖਾਂ ਦੇ ਬੱਚੇ ਉੱਥੇ ਗੋਰਿਆਂ ਦੀਆਂ ਦਿਹਾੜੀਆਂ ਕਰਦੇ ਨੇ, ਅੱਜ ਉਹ ਜਿਹੜੇ ਦਾਤੇ ਬਣ ਕੇ ਜਿਹੜੇ ਨੇ, ਕਿਉਂਕਿ ਦਾਤੇ ਦੀਆਂ ਦਾਤਾਂ ਦਾਤੇ ਬਣ ਕੇ ਵਰਤਾ ਰਹੇ ਨੇ। ਬਿਲਕੁਲ ਜੀ, ਬਿਲਕੁਲ। ਸੋ ਇਹ ਜਦੋਂ ਐਨਕ ਲਾ ਕੇ ਦੇਖੋਗੇ ਤਾਂ ਤੁਹਾਨੂੰ ਸਿੱਖੀ ਦੀ ਚੜ੍ਹਦੀ ਕਲਾ ਇੰਜ ਨਜ਼ਰ ਆਊਗੀ। ਫਿਰ ਮੈਂ ਇੱਥੇ ਇੱਕ ਹੋਰ ਵੀ ਬੇਨਤੀ ਕਰਦਾ, ਦੇਖੋ ਸਾਡੇ ਅਫਗਾਨਿਸਤਾਨ ਦੇ ਵਿੱਚ ਇੰਨੇ ਸਿੱਖ ਪਰਿਵਾਰਾਂ ਦੇ ਉੱਤੇ ਹਮਲਾ ਹੋਇਆ, ਸ਼ਹੀਦੀਆਂ ਦੇ ਗਏ ਸਿੰਘ ਜੀ, ਤੇ ਪਰ ਅੱਜ ਕੌਮ ਉਹਨਾਂ ਨੂੰ ਵੀ ਹਜੇ ਜਿਹੜਾ ਹੈਗਾ ਇੱਕ ਸਾਈਡ ਤੇ ਰੱਖ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਤੁਹਾਨੂੰ ਉਹਨਾਂ ਦੇ ਬਾਰੇ ਪੋਸਟਾਂ ਘੱਟ ਮਿਲਣਗੀਆਂ, ਜਿਹੜੀ ਦੁਨੀਆ ਦੀ ਜਿਹੜੀ ਹੈਗੀ ਆਪਾਂ ਇਸ ਸਮੇਂ ਜਿਹੜੀ ਹੈ ਨਾਲ ਖੜਨਾ, ਉਹਦੀਆਂ ਪੋਸਟਾਂ ਤੁਹਾਨੂੰ ਜ਼ਿਆਦੀਆਂ ਮਿਲਣਗੀਆਂ। ਇਹ ਸਾਡਾ ਸ਼ੁਰੂ ਤੋਂ ਕਿਰਦਾਰ ਰਿਹਾ। ਬਿਲਕੁਲ ਜੀ। ਆਪਣਾ ਦੁੱਖ ਢਿੱਡ ਵਿੱਚ ਪਾ ਕੇ ਲੋਕਾਂ ਦੇ ਦੁੱਖ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਫਿਰਦੇ ਆ। ਬਿਲਕੁਲ ਜੀ, ਬਿਲਕੁਲ। ਤੇ ਉਹਨੂੰ ਭਾਈ ਸਾਹਿਬ ਜੀ ਇੱਕ ਉੱਥੇ 4x4 ਦੇ ਇੱਕ ਨੇਕੀ 4x4 ਦੇ ਕਮਰੇ 'ਚ ਖੜੇ, ਭਾਈ ਦਾ ਡੇਰਾ ਥੋੜਾ ਜਿਹਾ ਵੱਡਾ ਆ, ਇਹ ਉੱਥੇ ਬੈਠ ਕੇ ਕਹੀ ਜਾ ਰਿਹਾ ਤੇ ਉਹ ਗੱਲ ਜਿਹੜੀ ਹੈਗੀ ਸਾਰੀ ਚਲਾਈ ਜਾ ਰਿਹਾ। ਹੋਰ ਇਹਨਾਂ ਦੇ ਪੱਲੇ ਹੁਣ ਕੁਝ ਨਹੀਂ ਬਚਿਆ, ਸਿਰਫ ਐਨਕਾਂ ਲਾਉਣ ਵਾਲੀਆਂ ਬਾਕੀ ਰਹਿ ਗਈਆਂ ਆ ਤੇ ਉਹ ਐਨਕਾਂ ਦੀ ਪਰਤ ਜਿਹੜੀ ਮੋਟੀ ਆ ਉਹ ਇਹਨਾਂ ਨੂੰ ਕੁਝ ਨਜ਼ਰ ਨਹੀਂ ਆਉਣ ਦੇਣ ਡਈ ਅਸਲ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਜਿਹੜਾ ਭਗਤਾਂ ਦਾ ਕੋਈ ਇਲਾਜ ਨਹੀਂ ਹੁੰਦਾ ਜੀ, ਜੋ ਕੋ ਮਰਜ਼ੀ। ਉਹ ਕਈ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ, ਕਹਿੰਦੇ ਦਰਬਾਰ ਸਾਹਿਬ ਦੇ ਬੂਹੇ ਬੰਦ ਹੋ ਗਏ, ਉਹ ਭਲਿਆ ਚਾਰੇ ਦਰਵਾਜ਼ੇ ਖੋਲ ਕੇ ਗੁਰੂ ਜਿਹੜਾ ਆ ਉਹ ਅੱਜ ਵੀ ਸੰਗਤਾਂ ਨੂੰ ਜਿਹੜੀਆਂ ਦਾਤਾਂ ਬਖਸ਼ ਰਿਹਾ। ਫਿਰ ਦੂਸਰੀ ਸਭ ਤੋਂ ਵੱਡੀ ਐਗਜ਼ਾਮਪਲ ਭਾਈ ਸਾਹਿਬ ਜੀ, ਇੱਕ 80 ਸਾਲਾ ਬਜ਼ੁਰਗ ਜਿਹੜੀ ਆ ਉਹ 85 ਸਾਲ ਦੀ ਏਜ ਦੇ ਵਿੱਚ ਉਹ ਕਵਰ ਕਰ ਗਈ ਕਰੋਨਾ ਵਾਇਰਸ ਨਾਲ, ਅੰਦਰ ਉਹਦਾ ਲੜ ਗਿਆ। ਅੱਜ ਆਸਟ੍ਰੇਲੀਆ ਦੇ ਵਿੱਚ ਉਹ ਤੇ ਰਿਸਰਚ ਚੱਲ ਰਹੀ ਆ ਵੀ ਉਹਦੇ ਅੰਦਰ ਕਿਹੜੀ ਐਸੀ ਚੀਜ਼ ਸੀ ਜਿਹੜੀ ਨੇ ਉਹ ਇਸ ਬਿਮਾਰੀ ਦੇ ਨਾਲ ਆਪਣੇ ਆਪ ਊਰਜਾ ਪੈਦਾ ਕਰਕੇ ਉਹ ਲੜ ਗਈ ਇਸ ਬਿਮਾਰੀ ਦੇ ਨਾਲ। ਉਹ ਤੇ ਰਿਸਰਚ ਚੱਲ ਰਹੀ ਆ। ਦੂਸਰੇ ਪਾਸੇ 30-35 ਸਾਲ ਦਾ ਬੰਦਾ ਜਿਹੜਾ ਉਹ ਜਾਂ ਆਪਣੀ ਜਿਹੜੀ ਜਾਨ ਨਿਕਲ ਜਾਂਦੀ ਉਹਦੀ, ਉਹ ਬਚਾ ਨਹੀਂ ਪਾਉਂਦੀ ਸਾਇੰਸ। ਸੋ ਗੱਲ ਇਹ ਆ ਕਿ ਸਾਡਾ ਐਜੂਕੇਸ਼ਨ ਸਾਇੰਸ ਤੇ ਨਹੀਂ ਆ। ਭਾਈ ਸਾਹਿਬ ਜੀ, ਰੀਸੈਂਟਲੀ ਬੇਕਰਸਫੀਲਡ ਕੈਲੀਫੋਰਨੀਆ ਤੋਂ ਇੱਕ ਸਿੰਘ ਜਿਹੜਾ ਆ ਉਹ ਬਿਲਕੁਲ ਉਹ ਕਹਿੰਦਾ ਮੈਂ ਗੁਰਬਾਣੀ ਦਾ ਅਭਿਆਸ ਕੀਤਾ, ਮੇਰਾ ਪੋਜ਼ਿਟਿਵ ਕਰੋਨਾ ਸੀਗਾ, ਜਦੋਂ ਮੈਂ ਦੁਬਾਰਾ ਰੀਟੈਸਟ ਕੀਤਾ ਐਵਰੀਥਿੰਗ ਵਾਸ ਗੋਨ। ਬਿਲਕੁਲ 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 ਜੀ। ਦੇਖੋ ਜੀ, ਜਿਹੜਾ ਨਾ ਸਿੱਖੀ ਦੇ ਵਿੱਚ ਹੈਗੇ ਆ, ਸਿੱਖ ਤੇ ਇਹ ਗੱਲ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਇਹ ਵੀ ਤੇਰਾ ਹੀ ਭੇਜਿਆ ਜੀ ਆ। ਬਿਲਕੁਲ ਜੀ। ਸੋ ਸੱਚੇ ਪਾਤਸ਼ਾਹ ਇਹਨੂੰ ਆਪਣੇ ਰਹਿਮ ਦੇ ਵਿੱਚ ਰੱਖੀ। ਮਹਾਰਾਜ ਇੱਕ ਮੈਂ ਬੇਨਤੀ ਕਰਾਂ, ਕੱਲ ਕਿਸੇ ਗੁਰਮੁਖਾਂ ਨੇ ਬਚਨ ਰੱਖ ਰਹੇ ਸੀਗੇ ਜੀ, ਤੋਂ ਵਿਚਾਰ ਚੱਲ ਰਹੀ ਸੀ ਤੇ ਉਹ ਕਹਿ ਰਹੇ ਸੀਗੇ ਵੀ ਕਿਸੇ ਨੇ ਸਵਾਲ ਕੀਤਾ ਕਿ ਜਿਹੜਾ ਇਹ ਕਰੋਨਾ ਵਾਇਰਸ ਆ ਇਹਦੇ ਵਿੱਚ ਵੀ ਉਸ ਪ੍ਰਮਾਤਮਾ ਦੀ ਜੋਤ ਹੈਗੀ ਆ ਜੀ। ਉਹ ਕਹਿੰਦੇ ਇਹਦੇ ਵਿੱਚ ਵੀ ਹੈਗੀ ਆ, ਤੇ ਕਹਿੰਦੇ ਫਿਰ ਇਹ ਉਹਦੇ ਹੁਕਮ ਤੋਂ ਬਾਹਰ ਤਾਂ ਨਹੀਂ ਹੋ ਸਕਦਾ। ਕਹਿੰਦੇ ਨਹੀਂ ਹੋ ਸਕਦਾ, ਇਹ ਉਦੋਂ ਉੱਥੇ ਤੱਕ ਉਸ ਤਰੀਕੇ ਨਾਲ ਖੇਡੇਗਾ ਜਿੱਥੋਂ ਤੱਕ ਉਹਦਾ ਹੁਕਮ ਵਰਤੇਗਾ। ਸੋ ਉਹ ਆਪਣੇ ਪਿਆਰਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਬਿਲਕੁਲ ਜੀ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਤੋਂ ਪਰਮਾਤਮਾ ਤੇ ਤੋਂ ਬਾਹਰ ਨਹੀਂ ਹੈਗਾ ਆ। ਜੀ ਜੀ, ਬਿਲਕੁਲ ਬਿਲਕੁਲ, ਐਬਸੋਲੂਟਲੀ ਜੀ। ਜਦੋਂ ਉਹ ਭੇਜਦਾ ਹੈ ਨਾ, ਅਸਲ ਗੱਲ ਇਹ ਆ ਰੱਬ ਦਾ ਭਾਣਾ। ਜੀ ਜੀ, ਚੰਗੀ ਆਉਂਦਾ ਆ, ਬੱਚੇ ਆਉਂਦੇ ਨੇ, ਆਪਾਂ ਖੁਸ਼ੀਆਂ ਮਨਾਉਂਦੇ ਆ ਜੀ। ਪਰ ਇਹ ਹੁਣ ਸਾਡੇ ਤੇ ਵੀ ਜਦੋਂ ਉਹ ਲੈ ਕੇ ਜਾਂਦਾ ਤੇ ਫਿਰ ਅਸੀਂ ਜਿਹੜੀ ਆ ਦੁਹਾਈ ਪਾਉਂਦੇ ਆ। ਅਸਲ ਦੇ ਵਿੱਚ ਗੁਰਸਿੱਖਾਂ ਦਾ ਜੀਵਨ ਐਸਾ ਆ, ਭੇਜਿਆ ਤਾਂ ਵੀ ਆਨੰਦ ਆ, ਚਲੇ ਗਿਆ ਤਾਂ ਵੀ ਆਨੰਦ ਆ। ਜੀ ਜੀ, ਬਿਲਕੁਲ ਬਿਲਕੁਲ। ਔਰ ਗੁਰੂ ਸਾਹਿਬ ਨੇ ਇਹ ਸਿਧਾਂਤ ਆਪਣੇ ਤੇ ਲਾਗੂ ਕਰਕੇ ਫਿਰ ਜਿਹੜਾ ਹੈਗਾ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਹਾਂ ਜੀ, ਆਪ ਪਹਿਲਾਂ ਪੁੱਤ ਵਾਰੇ ਆ ਤੇ ਵਾਰ ਕੇ ਫਿਰ ਦੱਸਾਇਆ ਵੀ ਇਹ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਤੁਸੀਂ ਕਿਸੇ ਤਰ੍ਹਾਂ ਅਪਸੈਟ ਨਹੀਂ ਹੋਣਾ। ਮੈਂ ਇੰਨਾ ਕੁਛ ਤੁਰ ਜਾਣ ਦੇ ਬਾਵਜੂਦ ਵੀ ਮੁਸਕਰਾ ਰਿਹਾ ਆ। ਬਿਲਕੁਲ ਬਿਲਕੁਲ ਜੀ। ਹੁਣ ਗੱਲ ਇਹ ਆ ਕਿ ਗੁਰੂ ਦੀ ਕੀਤੀ ਨੂੰ ਆਪਦੀ ਉੱਤੇ ਕਸਵੱਟੀ ਲਾ ਕੇ ਜਿਹੜੀ ਦੇਖਣੀ ਹੈ ਨਾ, ਹੁਣ ਗੱਲ ਤੇ ਇਹ ਆ ਵੀ ਗੁਰੂ ਸਾਹਿਬ ਜੀ ਤਾਂ ਦੇਖੋ, ਤੁਸੀਂ ਇੱਕ ਨਾ ਸਿਧਾਂਤ ਨੂੰ ਗੁਰਸਿੱਖ ਦੀ ਨਜ਼ਰ ਨਾਲ ਦੇਖੋ ਤੇ ਇੱਕ ਭਗਤ ਵਾਲੀ ਨਜ਼ਰ ਨਾਲ ਦੇਖਿਓ ਜੀ। 5 ਪਾਤਸ਼ਾਹੀਆਂ ਨੇ ਪਹਿਲੀਆਂ ਉਹ ਬਾਣੀ ਉਚਾਰਦੀਆਂ ਨੇ ਜੀ, ਠੀਕ ਹੈ ਜੀ। ਉਹ ਜਿਹੜੀ ਹੈਗੀ ਆ ਬਾਣੀ ਆ ਤੁਹਾਨੂੰ ਸਹਿਜ ਬਖਸ਼ਦੀ, ਤੁਹਾਨੂੰ ਆਨੰਦ ਬਖਸ਼ਦੀ ਹੈ ਜੀ ਜੀ।
ਛੇਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਉੱਥੇ ਬਾਣੀ ਉਚਾਰੀ ਜਾ ਰਹੀ ਹੈ, ਉੱਥੇ ਲੋਹੇ ਦਾ ਖੜਾਕਾ, ਕਿਰਪਾਨਾਂ ਦਾ ਖੜਕਾ ਤੁਹਾਨੂੰ ਸੁਣਦਾ, ਢਾਲਾਂ ਦੇ ਉੱਤੇ ਲੋਹੇ 'ਚ ਲੋਹਾ ਵੱਜ ਰਿਹਾ। ਜੀ ਜੇ ਤਾਂ ਤੁਸੀਂ ਜਿਹੜੀ ਇੱਕ ਗੁਰਸਿੱਖ ਦੀ ਅੱਖ ਨਾਲ ਦੇਖੋਗੇ ਤੇ ਪਹਿਲੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਨੂੰ ਜਿਹੜਾ ਮਜ਼ਬੂਤ ਕੀਤਾ, ਤੇ ਮਨ ਤੋਂ ਬਾਅਦ ਜਿਹੜਾ ਹੁਣ ਤਨ ਦੇ ਉੱਤੇ ਆ ਗਈ ਹੈ। ਜੀ ਤੇ ਜੇ ਤੁਸੀਂ ਭਗਤ ਵਾਲੇ ਐਨਕਾਂ ਲਾ ਕੇ ਦੇਖੋਗੇ ਤਾਂ ਕਹੋਗੇ ਲਓ ਪਹਿਲੋਂ ਸ਼ਾਂਤੀ ਸ਼ਾਂਤੀ ਕਰਦੇ ਸੀ, ਹੁਣ ਖੰਡੇ ਖੜਕਾਉਣ ਲੱਗ ਪਏ। ਜੀ 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 ਫਰਕ ਤਾਂ ਦੇਖਣੀ ਤੇ ਹੈ ਨਾ। ਜੀ ਸੋ ਇਹਨਾਂ ਦੇ ਜਿਹੜੀਆਂ ਭਗਤਾਂ ਵਾਲੀਆਂ ਐਨਕਾਂ ਨੇ ਨਾ, ਉਹ ਐਨਕਾਂ ਹੀ ਸਾਰਾ ਜੱਬ ਪਾ ਰਹੀਆਂ ਨੇ। ਵਾਹਿਗੁਰੂ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਭਗਤ ਨੇ ਉਹਨਾਂ ਦੀਆਂ ਇਹ ਜੀ 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 ਉਹ ਐਨਕਾਂ ਜਿਹੜੀ ਉਹ ਸਾਰਾ ਦਾ ਸਾਰਾ ਪੰਗਾ ਉਹ ਐਨਕਾਂ ਦਾ ਪਾਇਆ ਹੋਇਆ। ਬਿਲਕੁਲ ਜੀ, ਅੰਧ ਦ੍ਰਿਸ਼ਟੀ ਜਿਹੜੀ ਆ ਉਹਦੇ ਨਾਲ। ਹਾਂਜੀ ਭਾਈ ਸਾਹਿਬ ਜੀ, ਆਪਣਾ ਤਕਰੀਬਨ ਸਮਾਂ ਲਗਭਗ ਲਾਗੇ ਚਲ ਗਿਆ, ਤੇ ਕੋਈ ਹੋਰ ਖਾਸ ਨੁਕਤਾ ਸਾਂਝਾ ਕਰਨਾ ਚਾਹੁੰਦੇ ਹੋ ਤੇ ਕਰ ਲਓ, ਤੇ ਫਿਰ ਉਸ ਤੋਂ ਉਪਰੰਤ ਮੈਂ ਤਾਂ ਜੀ ਹਾਂਜੀ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਸਾਰਿਆਂ ਵਿੱਚ, ਇਸ ਵਾਰੀ ਵੀ ਸੰਗਤਾਂ ਦੇ ਚਰਨਾਂ ਦੇ ਵਿੱਚ ਸਰ ਰੱਖ ਕੇ ਇੱਕੋ ਗੱਲ ਕਹੂੰਗਾ, ਬਈ ਸਿੱਖੋ ਕੱਲੀ ਕੱਲੀ ਗੱਲ ਤੇ ਕਿੰਤੂ ਕਰਵਾਈ ਜਾ ਰਹੇ ਹੋ, ਤੇ ਆਪ ਸਿਰਫ ਆਪਣੀ ਨਿਢਾਲਤਾ ਇਹ ਵੀ ਆਪਾਂ ਪੜ੍ਹਦੇ ਨਹੀਂ ਆ। ਜੀ ਜੀ ਬਸ ਇੱਕ ਵਾਰੀ ਇੰਨਾ ਕਿਰਪਾ ਕਰ ਦਿਓ ਵੀ ਆਪਣੇ ਗ੍ਰੰਥਾਂ ਨੂੰ, ਆਪਣੇ ਇਤਿਹਾਸ ਨੂੰ ਇੱਕ ਵਾਰੀ ਆਪ ਪੜ੍ਹਨਾ ਸ਼ੁਰੂ ਕਰ ਦਿਓ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਿਹੜੇ ਲੋਕ ਪ੍ਰਲੋਕ ਦੇ ਲਾਰੇ ਗੁਰੂ ਨੇ ਲਾਏ ਨੇ, ਜਾਂ ਗੁਰੂ ਸਾਹਿਬ ਜੀ ਨੇ ਜਿਹੜਾ ਸੀਗਾ ਉਹ ਲੋਕ ਤੇ ਪ੍ਰਲੋਕ ਸਵਾਰੇ ਨੇ। ਬਿਲਕੁਲ ਜਿਹੜੇ ਸਿੱਖ ਨੇ ਉਹ ਸੇਵਾ ਕਰ ਰਹੇ ਨੇ, ਤੇ ਜਾਂ ਉਹ ਇਹਦੇ ਵਾਲਾ ਜਿਹੜਾ ਇਹ ਪਖੰਡ ਇਹ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਰ ਰਹੇ ਨੇ। ਤੁਹਾਨੂੰ ਸਾਰੀ ਇਕੱਲੀ ਗੱਲ ਸਮਝ ਚ ਪੈ ਜਾਣੀ ਆ, ਪਰ ਆਪ ਪੜ੍ਹੀਏ ਆਪਾਂ। ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਸੋ ਫਿਰ ਸਾਡੀ ਸੰਗਤ ਅੱਗੇ ਬੇਨਤੀ ਆ, ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦਰ ਘਰ ਦਾ ਸਿਧਾਂਤ ਆ, ਕੋਸ਼ਿਸ਼ ਕਰੋ ਕਿ ਤੁਹਾਡੇ ਗੁਆਂਢ ਵਿੱਚ ਕੋਈ ਭੁੱਖਾ ਨਾ ਸੌਵੇਂ। ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ, ਇੱਕ ਦੂਜੇ ਦੇ ਨਾਲ ਸਹਿਯੋਗ ਕਰੋ। ਜੇ ਅਗਰ ਅੱਜ ਤੁਸੀਂ ਦਸਵੰਧ ਨਾ ਕੱਢਿਆ, ਤੇ ਜੇ ਅਗਰ ਉਹ ਦਸਵੰਧ ਕਢਾਉਣ ਵਾਲੇ ਚੱਕਰ ਦੇ ਵਿੱਚ ਪੈ ਗਿਆ, ਤੇ ਫਿਰ ਉਹਦਾ ਵਿਆਜ ਮੋਟਾ ਹੁੰਦਾ ਆ, ਤੁਹਾਡੇ ਕੋਲ ਦਿੱਤਾ ਨਹੀਂ ਜਾਣਾ। ਸੋ ਬੇਨਤੀ ਆ ਸਾਰੇ ਜਾਣੇ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਆ ਆਪਣੇ ਆਂਢ ਗੁਆਂਢ ਜਿੰਨਾ ਵੀ ਹੋ ਸਕੇ ਸਾਰਿਆਂ ਨਾਲ ਸਹਿਯੋਗ ਕਰਕੇ ਚੱਲੋ। ਤੇ ਮੈਂ ਧੰਨਵਾਦੀ ਹਾਂ। ਬਿਲਕੁਲ ਜੀ ਬਿਲਕੁਲ। ਇਹ ਜਿਹੜਾ ਸਮਾਂ ਚੱਲ ਰਿਹਾ ਨਾ, ਇਹਨੂੰ ਚੜ੍ਹਦੀ ਕਲਾ 'ਚ ਲਵੋ, ਇਹਨੂੰ ਇਹ ਸੋਚ ਕੇ ਲਵੋ ਵੀ ਸਾਡੀ ਭੱਜ ਦੌੜ ਦੇ ਵਿੱਚ ਨਾ ਅਸੀਂ ਇੰਨੇ ਕੁ ਹੋ ਗਏ ਸੀ, ਬਿਜ਼ੀ ਹੋ ਗਏ ਸੀ ਕਿ ਸਾਡੇ ਕੋਲ ਟਾਈਮ ਹੀ ਨਹੀਂ ਬਚਿਆ ਸੀਗਾ। ਅੱਜ ਸਾਡੇ ਕੋਲ ਟਾਈਮ ਹੈ, ਆਪਾਂ ਘਰੇ ਬੈਠੇ ਆ, ਬਾਣੀ ਵੱਧ ਤੋਂ ਵੱਧ ਪੜ੍ਹੀਏ, ਨਾਮ ਸਿਮਰਨ ਕਰੀਏ, ਤੇ ਉਸ ਪਿਆਰੇ ਦੀ ਯਾਦ ਦੇ ਵਿੱਚ ਜੁੜੀਏ। ਤੇ ਆਪਾਂ ਨੇ ਬਹੁਤ ਲਾਂਭੇ ਸੀ ਰੱਬ ਨੂੰ। ਦੇਖੋ ਪੋਲਿਊਸ਼ਨ ਇੰਨਾ ਹੋ ਗਿਆ, ਆਹ ਇੰਨਾ ਹੋ ਗਿਆ, ਜੋ ਸਾਰਾ ਕੁਝ ਰੁਕ ਗਿਆ ਜੀ। ਸੋ ਅੱਜ ਜੇ ਪਰਮਾਤਮਾ ਨੇ ਸਾਨੂੰ ਇਹ ਟਾਈਮ ਬਖਸ਼ਿਆ, ਉਹਦਾ ਤਰਸ ਹੈ, ਉਹਦੀ ਰਹਿਮਤ ਹੈ, ਇਹਦੀ ਰਹਿਮਤ ਦੇ ਵਿੱਚ ਹੀ ਲਈਏ, ਨਾ ਕਿ ਰੱਬ ਨੂੰ ਲਾਂਭੇ ਦੇਈਏ। ਬਿਲਕੁਲ ਜੀ ਬਿਲਕੁਲ ਬਿਲਕੁਲ, ਉਹਦੀ ਰਜ਼ਾ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਆ। ਜੋ ਰਜ਼ਾ ਦੇ ਵਿੱਚ ਖੁਸ਼ ਰਹੀਏ, ਪਰਮਾਤਮਾ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹੈ। ਔਰ ਇੱਕ ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਨ੍ਹਾਂ ਨੂੰ ਪਾਣੀ ਪੀ ਪੀ ਭੰਡਿਆ ਜਾ ਰਿਹਾ ਨਾ, ਇੱਕੋ ਇੱਕ ਦੁਨੀਆ ਦੀ ਕੌਮ ਆ ਜਿਹੜੀ ਇਹ ਗੱਲ ਕਹਿ ਰਹੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ। ਤੇ ਰਣਜੀਤ ਸਿੰਘ ਨੂੰ ਮੈਂ ਇੱਕ ਇਹ ਗੱਲ ਕਹਿ ਦਿੰਦਾ ਕਿ ਰਣਜੀਤ ਸਿੰਘ ਇਹ ਹਿਸਾਬ ਲਾ ਲਾ, ਔਰੰਗਾ ਆਇਆ, ਅਬਦਾਲੀ ਆਇਆ, ਇੰਦਰਾ ਆਈ, ਨਰਕੀਆ ਆਇਆ, ਸਰਸੇ ਵਾਲਾ ਆਇਆ, ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟੀ, ਉਹਦਾ ਮਿੱਤਰਾ ਜਾਨ ਨਹੀਂ ਛੁੱਟਣੀ। ਬਸ ਇਹਨਾਂ ਚੇਤੇ ਰੱਖੀ। ਆਖਰਕਾਰ ਨੂੰ ਜੁੱਤੀ ਖਾਲਸੇ ਦੀ ਥੱਲਿਓਂ ਦੀ ਲੰਘਣਾ ਪੈਣਾ ਆ। ਸਿੱਖ ਪੰਥ ਨਾਲ ਮੱਥਾ ਲਾ ਕੇ ਅੱਜ ਤੱਕ ਕੋਈ ਟਿਕ ਨਹੀਂ ਸਕਿਆ, ਤੇ ਨਾ ਟਿਕਿਆ ਤੇ ਨਾ ਟਿਕੇਗਾ। ਇਹ ਗੱਲ ਇਹਨੂੰ ਅੱਜ ਬਿਲਕੁਲ। ਮੈਂ ਉਦੋਂ ਹੱਸ ਰਿਹਾ ਸੀਗਾ ਜੀ ਜਦੋਂ ਇਹ ਕਹਿ ਰਹੇ ਨਾ, ਕਹਿੰਦਾ ਪ੍ਰਚਾਰ ਬੰਦ ਕਰ ਦਿਆਂ, ਤੁਹਾਡੇ ਪੇ ਦਾ ਰਾਜ ਆ। ਤੇ ਮੈਂ ਉਦੋਂ ਹੱਸ ਰਿਹਾ ਸੀ ਵੀ ਪੇ ਦਾ ਰਾਜ ਆ, ਪੇ ਦੀ ਜ਼ਮੀਨ ਦੇ ਵਿੱਚ ਇਸ ਟਾਈਮ ਤੋਂ ਬੈਠਾ। ਉਹ ਭਾਈ ਸਾਹਿਬ ਉਹਨਾਂ ਨੇ ਆਖਿਆ ਸੀ ਨਾ, ਕਹਿੰਦੇ ਸੀਗੇ ਤੂੰ ਕਹਿੰਦਾ ਮੈਂ ਕਿਸੇ ਨਾਲ ਬਹਿ ਕੇ ਗੱਲ ਨਹੀਂ ਕਰਨੀ, ਤਾਂ ਟੋਆ ਪੱਟ ਕੇ ਬਹਿ ਕੇ ਗੱਲ ਕਰੇਗਾ। ਬਿਲਕੁਲ ਬਿਲਕੁਲ ਜੀ। ਦੇਖੋ ਸਮਾਂ ਕਿੰਨਾ ਬਲਵਾਨ ਹੈ, 4-5 ਸਾਲਾਂ ਦੇ ਵਿੱਚ ਵਿੱਚ ਸਾਰਾ ਜਿਹੜਾ ਸੀਗਾ ਨਹੀਂ। ਅੱਛਾ ਮੈਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਬੇਨਤੀ ਕਰਦਾ ਜੀ, ਮੈਨੂੰ ਯਾਦ ਆ ਗਈ ਆ। ਮੈਂ ਨੇਕੀ ਜਿਹੜਾ ਕਿ ਨਹੀਂ, ਉਹਦੀ ਚਲਾਕੀ ਨੂੰ ਮੰਨ ਗਿਆ ਜੀ ਵੀ ਉਹ ਬੰਦਾ ਸੱਚਮੁੱਚ ਦੇ ਵਿੱਚ ਦੇਖੋ ਸ਼ਾਤਰ ਆ। ਉਹਨੂੰ ਪਤਾ ਲੱਗ ਗਿਆ ਵੀ ਇਹਦਾ ਹੁਣ ਜਿਹੜਾ ਆਖਰੀ ਟਾਈਮ ਢੰਡਰੀ ਦਾ ਵੀ ਆ ਗਿਆ। ਉਹਨੇ ਇੱਕ ਗੱਲ ਕਹੀ, ਉਹ ਪਹਿਲਾਂ ਬਾਬਾ ਜਰਨੈਲ ਸਿੰਘ ਤੇ ਲਾ ਗਿਆ ਗੱਲ ਨੂੰ, ਕਿਉਂਕਿ ਇਹ ਤਾਂ ਪਤਾ ਹੀ ਆ ਵੀ ਸਾਰੀ ਇਹਨਾਂ ਨੇ ਗੱਲ ਉੱਥੇ ਹੀ ਲਾਉਣੀ ਹੁੰਦੀ ਆ। ਕਹਿੰਦਾ ਜਿੰਨੀ ਬਾਬਾ ਜਰਨੈਲ ਸਿੰਘ ਨੇ ਸੇਵਾ ਕੀਤੀ ਸੀ, ਜੋ ਉੱਥੋਂ ਤੱਕ ਰੱਖਦੇ ਹਨਾ, ਤੇ ਬੜਾ ਵਧੀਆ ਸੀ, ਤੁਸੀਂ ਉਹਨੂੰ ਉਦੋਂ ਵਧਾ ਕੇ ਕਰ ਦਿੱਤਾ। ਨਾਲ ਦੀ ਨਾਲ ਉਹਨੇ ਢੰਡਰੀਆਂ ਵਾਲੀ ਗੱਲ ਕਹੀ, ਕਹਿੰਦਾ ਢੰਡਰੀਆਂ ਵਾਲਾ ਜਿੰਨਾ ਚੱਕਰ ਆਪਣੀ ਔਕਾਤ 'ਚ ਰਹੂਗਾ, ਜਿੰਨੀ ਗੱਲਬਾਤ ਕਰ ਰਿਹਾ, ਓਨਾ ਸਤਿਕਾਰ ਸਾਡੇ ਵੱਲੋਂ ਜ਼ਰੂਰ ਮਿਲੂਗਾ। ਜਦੋਂ ਔਕਾਤ ਤੋਂ ਬਾਹਰ ਜਾਊਗਾ, ਉੱਥੇ ਸਾਡਾ ਕੋਈ ਨਹੀਂ। ਜਾਣੀ ਕਿ
ਉਹਨੇ ਝਾੜੂ ਚੱਕਣਾ ਸ਼ੁਰੂ ਕਰ ਲਿਆ, ਉਹਨੂੰ ਪਤਾ ਲੱਗ ਗਿਆ ਵੀ ਹੁਣ ਜਲਦੀ ਹੀ ਜਿਹੜਾ ਹੈਗਾ ਇਹਨੂੰ ਸਾਈਡ ਤੇ ਕਰਨਾ ਪੈਣਾ, ਨਹੀਂ ਤੇ ਫਿਰ ਕੰਮ ਔਖਾ ਹੋ ਜਾਣਾ। ਬਿਲਕੁਲ ਬਾਬਾ ਜੀ, ਉਹਨੇ ਜਿਹੜੇ ਜਿਹੜੇ ਉਹ ਕੁੱਕੜ ਦੀਆਂ ਜਾਂ ਉਹ ਨੰਦੂ ਦੇ ਮੁਰਗੇ ਦੀਆਂ ਪੰਥਪ੍ਰੀਤ ਦੇ ਮੁੰਡੇ ਨੂੰ ਗੱਲਾਂ ਕਰਦਾ, ਜਿੱਦਣ ਉਹਨੇ ਇਹਦੇ ਲੱਤ ਮਾਰੀ ਹਜੇ ਉਹਨੇ ਇਹਨਾਂ ਦੀਆਂ ਸਟੋਰੀਆਂ ਦੇਖਿਓ ਤਾਂ ਸਹੀ ਕਿਵੇਂ ਤੁੜਕਾ ਲਾ ਕੇ ਦੇਗੀ ਮਿਰਚ ਦਾ ਸੁਣਾਉਂਦਾ ਉੱਤੇ ਰੇਡੀਓ ਦੇ। ਬਿਲਕੁਲ ਜੀ, ਉਹਨੂੰ ਅਸਲ ਦੇ ਵਿੱਚ ਪਤਾ ਹੈ ਨਾ ਵੀ 2 ਸਾਲ ਬਾਅਦ ਇਹ ਪ੍ਰਚਾਰ ਦੇ ਦਸਤਾਰ ਬਦਲ ਲੈਂਦੇ ਹੁੰਦੇ ਨੇ। ਹੁਣ 2 ਸਾਲ ਇਹਨਾਂ ਨੂੰ ਹੋ ਚੁੱਕੇ ਨੇ, 2 ਸਾਲ ਤਕਰੀਬ ਇਹਨਾਂ ਨੂੰ ਅਪਗ੍ਰੇਡਾਂ ਦੇ ਵਿੱਚ ਹੋ ਗਏ ਨੇ, ਕਿਉਂਕਿ ਇਹ ਸੰਗਤਾਂ ਨੂੰ ਵਹਿਮ ਹੈ ਕਿ ਪਿਛਲੇ 5 ਸਾਲਾਂ ਤੋਂ ਇੱਕੋ ਹੀ ਬਣ ਕੇ ਤੁਰੇ ਆਉਂਦੇ ਨੇ। ਨਹੀਂ ਭਾਈ, ਪਹਿਲਾਂ ਮਿਸ਼ਨਰੀ ਬਣੇ, ਫਿਰ ਇਹ ਤੱਤ ਗੁਰਮਤ ਗਿਆਨ ਵਾਲੇ ਬਣੇ, ਫਿਰ ਜਾਗਰੂਕ ਬਣੇ, ਫਿਰ ਅਪਗ੍ਰੇਡ ਬਣੇ ਨੇ। ਜੀ ਜੀ ਬਿਲਕੁਲ ਠੀਕ ਆ ਭਾਈ ਸਾਹਿਬ ਸੋ ਜੀ। ਹੁਣ ਇਹਦੋਂ ਅਗਲੀ ਤਿਆਰੀ ਆ। ਕੋਈ ਗੱਲ ਨਹੀਂ, ਨੇਕੀ ਨੇ ਮੁੰਡਾ ਜੰਮ ਦੇਣਾ, ਥੋੜੇ ਦਿਨਾਂ ਤੱਕ ਇਹਦੀ ਵੀ ਝੋਲੀ 'ਚ ਦੇ ਦੇਣਾ ਕਿ ਮਸ਼ੀਨਰੀਆਂ ਦੇ ਉਹਨੇ ਦੇ ਦਿੱਤਾ ਹੈ, ਇਹਦੇ ਪੱਪੂ ਖੇਡਣ ਵਾਸਤੇ ਲਾ ਦੇਣਾ, ਫੜਾ ਦੇਣਾ ਉਹਨਾਂ ਨੇ। ਬਿਲਕੁਲ ਬਿਲਕੁਲ ਜੀ, ਇਹਨਾਂ ਨੂੰ ਇਹ ਖਾਲਸਾ ਪਹਿਲਾਂ ਵੀ ਆਪਣੀ ਜਿਹੜੀ ਸੀਗੀ ਉਹ ਮਸਤਾਨੀ ਚਾਲ ਦੇ ਵਿੱਚ ਚੱਲ ਰਿਹਾ, ਅੱਜ ਵੀ ਚੱਲ ਰਿਹਾ। ਕੁੱਤੇ ਦੇ ਭੌਂਕਣ ਦੇ ਨਾਲ ਗੱਡੀਆਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਕਿਤੇ ਗੱਡੀ ਦੇ ਟਾਇਰ ਥੱਲੇ ਮਾੜਾ ਜਿਹਾ ਆ ਗਿਆ ਨਾ, ਢੰਡਰੀਆਂ ਵਾਲਿਆ ਦੇਖ ਲਾ, ਫਿਰ ਬਾਅਦ ਦੇ ਵਿੱਚ ਕੋਈ ਉਹ ਧੂਕ ਕੇ ਸਾਈਡ ਨੂੰ ਕਰ ਦਿੰਦੇ, ਕਦੀ ਕਿਸ ਸਾਈਡ ਨੂੰ ਮਾਰਨੇ, ਚਾਰਕਦਾਂ ਨੇ ਜਿਹੜੀ ਉਹ ਪੜਾਸ ਜੀ ਛੱਡਦਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਮਿੱਟੀ 'ਚ ਰਲ ਜਾਂਦਾ। ਔਕਾਤ ਇੰਨੀ ਕੁ ਪੈਂਦੀ ਆ। ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ। ਠੀਕ ਹੈ ਭਾਈ ਸਾਹਿਬ ਜੀ, ਸਾਰੇ ਸਰੋਤਿਆਂ ਦਾ, ਸਾਰੇ ਜਿਹੜੇ ਵਿਚਾਰਕਾਂ ਨੇ ਵਿਚਾਰ ਦਿੱਤੇ ਨੇ, ਤਹਿ ਦਿਲ ਤੋਂ ਧੰਨਵਾਦ ਹੈ ਜੀ। ਫਿਰ ਆਪਾਂ ਕੱਲ ਨੂੰ ਪ੍ਰੋਗਰਾਮ ਹੋਵੇਗਾ ਆਪਣਾ ਕੁਦਰਤ ਰੱਬ ਹੈ ਕਿ ਨਹੀਂ, ਇਸ ਬਾਰੇ ਇਸੇ ਵਕਤ ਤੇ ਆਪ ਸੰਗਤਾਂ ਨੇ ਦਰਸ਼ਨ ਦੇਣੇ। ਸੋ ਬਹੁਤ ਬਹੁਤ ਧੰਨਵਾਦ। ਸਮੁੱਚੇ ਰੂਪ ਦੇ ਵਿੱਚ ਸਾਰੀ ਸੰਗਤ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਆਪਣੀਆਂ ਰਹਿਮਤਾਂ ਸਦਕਾ ਚੱਲ ਰਿਹਾ ਇਸ ਸਮੁੱਚੇ ਵਿਸ਼ਵ ਦੇ ਉੱਤੇ ਦੁੱਖ ਦੀਆਂ ਘੜੀਆਂ ਨੂੰ ਆਪਣੇ ਦਇਆ ਦੇ ਘਰ ਵਿੱਚ ਆਣ ਕੇ ਕਿਰਪਾ ਕਰਕੇ ਬਖਸ਼ ਲੈਣ। ਬਖਸ਼ਿੰਦ ਪਿਤਾ ਨੇ ਜੀ, ਉਹ ਦਇਆ ਦੇ ਘਰ ਵਿੱਚ ਵਸਣ, ਤੇ ਨਾਲ ਦੀ ਨਾਲ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੌਪਈ ਸਾਹਿਬ, ਸੁਖਮਨੀ ਸਾਹਿਬ, ਜਪਜੀ ਸਾਹਿਬ ਦੇ ਪਾਠ ਕਰਕੇ ਗੁਰੂ ਰਾਮਦਾਸ, ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਜੋਦੜੀਆਂ ਕਰੋ। ਸੋ ਇਹ ਇਤਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।